ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਹਿਨਸ਼ਾਹ ਸੁਣੋ ਇਸ ਥਲ ਤੇ, ਇਹ ਦੂਰ ਬਹੁ ਮਾਰਗ ਚਲਤੇ। ਰਾਵਰ ਕੋ ਨਾ ਬਨੈ ਅਬ ਜਾਨੋ, ਦਿੱਲੀਪੁਰ ਤੇ ਨਿਕਟ ਸੋ ਜਾਨੋ। ਸਹਿਨਸ਼ਾਹ ਸੁਣੋ ਇਸ ਥਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ, ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕਲਿਆਣਕਾਰੀ ਗੋਦ ਅੰਦਰ ਸੱਜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਆਪ ਗੁਰਮੁਖ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਸਰਵਣ ਕਰਕੇ ਸਵਾਸ ਸਫਲੇ ਕੀਤੇ ਹਨ। ਲੜੀਵਾਰ ਗੁਰ ਇਤਿਹਾਸ ਦੀ ਕਥਾ ਰੋਜ਼ ਆਪ ਜੀ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ, ਤੇ ਇਸ ਵਿੱਚ ਅਕਬਰ ਬਾਦਸ਼ਾਹ ਨੇ ਦਿੱਲੀ ਤੋਂ ਚਿਤੌੜ ਫਤਿਹ ਕਰਨ ਵਾਸਤੇ ਚੜ੍ਹਾਈ ਕੀਤੀ। ਬਹੁਤ ਯਤਨ ਕੀਤੇ, ਪਰ ਅਗਲੇ ਬੰਨੇ ਜਿਹੜੇ ਸੂਰਮੇ ਦੋਨੇ ਰਾਜੇ ਭਰਾ ਸਨ, ਜੈਮਲ ਤੇ ਫੱਤਾ, ਬਹੁਤ ਸੂਰਮਗਤੀ ਨਾਲ ਉਹਨਾਂ ਨੇ ਮੁਕਾਬਲਾ ਕੀਤਾ। ਜੰਗ ਲੰਬੀ ਹੋ ਗਈ, ਕਿਸੇ ਪਾਸੇ ਲੱਗਦੀ ਨਾ ਦੇਖ ਕੇ ਉਹਨੇ ਆਪਣੇ ਸਾਰੇ ਮੰਤਰੀਆਂ ਸੰਤਰੀਆਂ ਦੀ ਸਭਾ ਬੁਲਾਈ। ਅਕਬਰ ਨੇ ਆਖਿਆ, ਭਾਈ ਮੈਂ ਜਦੋਂ ਚੜ੍ਹਾਈ ਕੀਤੀ ਸੀ, ਪੀਰ ਫਕੀਰ ਤਾਂ ਸਾਰੇ ਮਨਾਏ ਸੀ, ਪਰ ਕੋਈ ਗੱਲ ਨਹੀਂ ਬਣੀ। ਕੋਈ ਐਸੇ ਗੁਰਮੁਖ ਦੀ ਦੱਸ ਪਾ ਸਕਦੇ ਜੇ, ਕੋਈ ਐਸੀ ਮਹਾਨ ਉੱਚੀ ਪਵਿੱਤਰ ਆਤਮਾ ਹੋਵੇ ਜਿਨ੍ਹਾਂ ਦਾ ਬਚਨ ਪੂਰਾ ਹੁੰਦਾ ਹੋਵੇ। ਹੁਣ ਉਹਨਾਂ ਨੂੰ ਆਪਾਂ ਜਾ ਕੇ ਬੇਨਤੀ ਕਰੀਏ। ਕਿਸੇ ਨੇ ਕਿਸੇ ਦੀ ਦੱਸ ਪਾਈ, ਕਿਸੇ ਨੇ ਕਿਸੇ ਦੀ, ਉਹਦਾ ਮਨ ਨਹੀਂ ਮੰਨਿਆ। ਕਿਸੇ ਗੁਰਮੁਖ ਪਿਆਰੇ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਬਤ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਸਾਰੇ ਜਗਤ ਦੇ ਪੂਜਨੀਕ ਸਨ, ਉਹਨਾਂ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੀ ਜਗ੍ਹਾ ਸਮਰੱਥ ਬਣਾਇਆ ਸੀ। ਉਹਨਾਂ ਦੀ ਥਾਂ ਤੇ ਹੁਣ ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇੰਨੀ ਸੋਭਾ ਕੀਤੀ ਵੀ ਸੱਚੇ ਪਾਤਸ਼ਾਹ ਜੀ ਦੇ ਕੁਝ ਗੁਣ ਦੱਸੇ, ਗੁਰੂ
ਨਾਨਕ ਪਾਤਸ਼ਾਹ ਜੀ ਦੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ। ਅਕਬਰ ਦਾ ਮਨ ਪਸੀਜਿਆ, ਕੋਈ ਚੰਗਾ ਸੰਸਕਾਰ ਸਾਹਮਣੇ ਆਇਆ, ਉਹਦੇ ਮਨ 'ਚ ਸ਼ਰਧਾ ਜਾਗੀ। ਉਹਨੇ ਆਖਿਆ ਕਿੱਥੇ ਨੇ ਤੀਸਰੇ ਪਾਤਸ਼ਾਹ ਇਸ ਵੇਲੇ? ਤੇ ਉਹਨੇ ਗੁਰਮੁਖ ਨੇ ਦੱਸਿਆ ਭਾਈ ਉਹ ਗੋਇੰਦਵਾਲ ਦੀ ਧਰਤੀ ਤੇ ਨੇ, ਇੱਥੋਂ ਦੂਰ ਹੈ। ਫਿਰ ਵੀ ਜੇ ਤੇਰੀ ਭਾਵਨਾ ਬਣ ਜਾਏ ਤੇ ਮੇਰਾ ਮਨ ਕਹਿੰਦਾ ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਬਚਨ ਕਰ ਦੇਣਗੇ ਤੇ ਤੇਰੀ ਫਤਿਹ ਜ਼ਰੂਰ ਹੋ ਜਾਏਗੀ। ਇੱਥੋਂ ਤੱਕ ਆਪਾਂ ਕੱਲ ਸਾਧ ਸੰਗਤ ਜੀ ਵਿਚਾਰਿਆ ਸੀ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਪਾਂ ਅੱਜ ਵੀ ਵਿਚਾਰ ਕਰੀਏ। ਜਿਵੇਂ ਗੁਰਮੁਖਾਂ ਨੇ ਹੁਣੇ ਦੱਸਿਆ ਕਿ ਅੱਜ ਦੇ ਦਿਨ ਕੌਮ ਦੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਨੇ ਜਨਰਲ ਵੈਦਿਆ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ ਤੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਮੁੜ ਕੇ ਉਹਨਾਂ ਨੇ ਸਿਰ ਤੇ ਰੱਖੀ ਸੀ। ਇਹ ਦੱਸ ਦਿੱਤਾ ਕਿ ਹਰਿਮੰਦਰ ਸਾਹਿਬ ਵਰਗੀ ਪਵਿੱਤਰ ਧਰਤੀ ਤੇ ਅਗਰ ਕੋਈ ਜਾ ਕੇ ਉਹ ਪੱਧਰ ਕਰੇਗਾ, ਕੋਈ ਟੇਢੀ ਨਜ਼ਰ ਨਾਲ ਦੇਖੇਗਾ, ਕਦੇ ਵੀ ਸਿੱਖ ਉਹਨੂੰ ਮਾਫ ਨਹੀਂ ਕਰਨਗੇ। ਸਿੱਖ ਆਪਣੇ ਉੱਪਰ ਕੀਤੇ ਹੋਏ ਸਰੀਰਕ ਹਮਲੇ ਨੂੰ ਭੁੱਲ ਸਕਦੇ, ਪਰ ਗੁਰਧਾਮਾਂ ਤੇ ਕੀਤੇ ਹੋਏ ਹਮਲੇ ਨੂੰ ਕਦੀ ਨਹੀਂ ਮਾਫ ਉਹਨਾਂ ਨੇ ਕੀਤਾ। ਇਹ ਤਾਂ ਖੈਰ ਉਹਨਾਂ ਨੂੰ ਵੀ ਇਤਿਹਾਸ ਦੇਖਣਾ ਚਾਹੀਦਾ ਸੀ ਭਈ ਇੱਥੇ ਮੱਸੇ ਰੰਗੜ ਵਰਗੇ ਆਏ ਤੇ ਸਿੱਖਾਂ ਨੇ ਜਾਨ ਤੇ ਖੇਡ ਕੇ ਸਿਰ ਲਾ ਲਿਆ ਉਹਨਾਂ ਦਾ। ਇੱਥੇ ਅਬਦਾਲੀ ਵਰਗੇ ਆਏ ਤੇ ਜਿਉਂਦੇ ਨਾ ਬਚ ਸਕੇ। ਇੱਥੇ ਜਹਾਨ ਖਾਨ ਵਰਗੇ ਆਏ, ਕਦੀ ਨਾ ਮੁੜ ਕੇ ਉਹਨਾਂ ਨੇ ਜਹਾਨ ਦੇਖਿਆ। ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਕਿਵੇਂ ਕੋਈ ਬਚ ਸਕਦਾ ਸੀ? ਜਿਵੇਂ ਡਾਕਟਰ ਸੁਬਰਾਮਨੀਅਮ ਨੇ ਆਖਿਆ ਸੀ, ਜਦੋਂ ਕਹਿੰਦੇ ਮੇਰੀ ਸਲਾਹ ਲਈ ਸੀ, ਉਸ ਵੇਲੇ ਪ੍ਰਧਾਨ ਮੰਤਰੀ ਨੇ ਬਈ ਸਾਡਾ ਵਿਚਾਰ ਬਣਦਾ ਵੀ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ ਜਾਏ। ਉਹ ਕਹਿੰਦੇ ਮੈਂ ਉਦੋਂ ਵੀ ਆਖਿਆ ਸੀ ਵੀ ਇਹ ਗੱਲ ਤੈਨੂੰ ਬਹੁਤ ਮਹਿੰਗੀ ਪੈ ਜਾਣੀ, ਇਹ ਕਦੀ ਮਾਫੀ ਨਹੀਂ ਸਿੱਖਾਂ ਨੇ ਦੇਣੀ, ਐਸੀ ਗਲਤੀ ਨਾ ਕਰਨੀ। ਕਹਿੰਦੇ ਪਰ ਉਹ ਨਹੀਂ ਮੰਨੀ, ਉਹਨੇ ਕਰ ਦਿੱਤੇ। ਫਿਰ ਕਹਿੰਦੇ ਇਹ ਗਲਤੀ ਕਰਨ ਤੋਂ ਬਾਅਦ ਪਾਰਲੀਮੈਂਟ ਚੋਂ ਬਾਹਰ ਆਉਂਦਿਆਂ ਕਹਿੰਦੇ ਮੇਰੇ ਨਾਲ ਮੇਲ ਹੋਇਆ ਸੀ ਤੇ ਉਹਨੇ ਮੈਨੂੰ ਰੋਕ ਕੇ ਆਖਿਆ ਸੀ ਵੀ ਤੂੰ ਬਿਲਕੁਲ ਠੀਕ ਆਖਿਆ ਸੀ, ਇਹ ਹੁਣ ਮੈਨੂੰ ਬਖਸ਼ਣਗੇ ਨਹੀਂ ਕਦੀ ਵੀ, ਮੈਂ ਬਹੁਤ ਭਾਰੀ ਭੁੱਲ ਕਰ ਲਈ ਹੈ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ। ਉਹ ਇੰਨੀ ਪਵਿੱਤਰ ਮੁਕੱਦਸ ਸਿੱਖਾਂ ਦੀ ਸਾਧ ਸੰਗਤ ਜੀ, ਉਹ ਜਗ੍ਹਾ ਪਵਿੱਤਰ ਸਥਾਨ ਹੈ। ਉਵੇਂ ਤਾਂ ਸਾਰਿਆਂ ਵਾਸਤੇ ਹੀ ਹੈ, ਪਰ ਵਿਸ਼ੇਸ਼ ਕਰਕੇ ਸਿੱਖਾਂ ਲਈ ਉਸ ਉੱਪਰ ਹੋਏ ਹੋਏ ਹਮਲੇ ਨੂੰ ਕਿਵੇਂ ਕੋਈ ਮਾਫ ਕਰ ਸਕਦਾ ਸੀ? ਇਹੀ ਗੱਲ ਸੁਖੇ ਤੇ ਜਿੰਦੇ ਨੇ ਆਖੀ ਸੀ ਜੱਜ ਨੂੰ ਵੀ ਸਾਡਾ ਉਹਦੇ ਨਾਲ ਕੋਈ ਵੈਰ ਨਹੀਂ, ਅਸੀਂ ਕੋਈ ਉਹਦਾ ਪਰਿਵਾਰ ਮਾਰਨ ਵਾਸਤੇ ਨਹੀਂ ਘਰੋਂ ਨਿਕਲੇ, ਪਰ ਜਿਹੜਾ ਹਰਿਮੰਦਰ ਸਾਹਿਬ ਤੇ ਹਮਲਾ ਕਰੇਗਾ ਉਹਨੂੰ ਅਸੀਂ ਕਦੀ ਮਾਫ ਨਹੀਂ ਕਰਾਂਗੇ। ਇਸ ਕਰਕੇ ਸਾਨੂੰ ਕੋਈ ਪਛਤਾਵਾ ਨਹੀਂ, ਅਸੀਂ ਕੋਈ ਅਪੀਲ ਨਹੀਂ ਕਰਨੀ। ਤੁਸੀਂ ਜੋ ਕਰ ਸਕਦੇ ਆ ਕਰੋ, ਅਸੀਂ ਜੋ ਕਰਨਾ ਸੀ ਉਹ ਕੀਤਾ ਔਰ ਦੱਸਦੇ ਆ ਬਿਲਕੁਲ ਕੀਤਾ। ਅਸੀਂ ਜਿਹੜਾ ਵੀ ਹਰਿਮੰਦਰ ਸਾਹਿਬ ਵੱਲ ਟੇਢੀ ਨਜ਼ਰ ਨਾਲ ਦੇਖੇਗਾ ਅਸੀਂ ਨਹੀਂ ਛੱਡਾਂਗੇ ਕਦੇ ਵੀ ਉਹਨੂੰ। ਅੱਜ ਦੇ ਦਿਨ ਸਾਧ ਸੰਗਤ ਜੀ ਫਿਰ ਉਹਨਾਂ ਨੇ ਵੈਦਿਆ ਨੂੰ ਗੋਲੀ ਮਾਰੀ ਸੀ ਤੇ ਦੱਸ ਦਿੱਤਾ ਸੀ ਗੁਰਮੁਖੋ ਭਾਵੇਂ ਤੂੰ ਅਸਮਾਨ ਤੇ ਵੀ ਚੜ ਜਾਵੇਂ, ਗੁਰੂ ਘਰ ਦੀ ਬੇਅਦਬੀ ਕਰਕੇ ਛੱਡਾਂਗੇ ਨਹੀਂ, ਤੇਰੇ ਪਿੱਛੇ ਹੀ ਆਵਾਂਗੇ। ਇਸ ਲਈ ਅੱਜ ਦਾ ਜਿਹੜਾ ਦਿਨ ਹੈ ਉਹ ਸਾਧ ਸੰਗਤ ਜੀ ਇਸ ਕਰਕੇ ਮਹਾਨਤਾ ਰੱਖਦਾ ਹੈ ਭਈ ਇੰਨੀ ਪਵਿੱਤਰ ਜਗ੍ਹਾ, ਐਸੇ ਪਵਿੱਤਰ ਸਥਾਨ ਤੇ ਜੇ ਕੋਈ ਇਹ ਸੋਚੇਗਾ ਨਾ ਹਮਲਾ ਕਰਨ ਦਾ, ਜਿੱਥੇ ਮਰਜ਼ੀ ਚਲਿਆ ਜਾਵੇ ਬਚ ਕੇ ਨਹੀਂ ਜਾ ਸਕਦਾ ਕਦੇ ਵੀ। ਇਹ ਕੰਧ ਤੇ ਲਿਖਿਆ ਹੋਇਆ ਸਾਰਿਆਂ ਨੂੰ ਪੜ੍ਹ ਲੈਣਾ ਚਾਹੀਦਾ ਚੰਗੀ ਤਰ੍ਹਾਂ। ਕੱਲ ਦਾ ਜਿਹੜਾ ਦਿਨ ਸੀ ਉਹ ਵੀ ਸ਼ਹੀਦ ਸੁਖਦੇਵ ਸਿੰਘ ਜੀ ਬੱਬਰ, ਸਤਿਕਾਰਯੋਗ ਕੌਮ ਦੇ ਸ਼ਹੀਦ, ਉਹਨਾਂ ਦੀ ਸ਼ਹੀਦੀ ਦਾ ਦਿਨ ਸੀ। ਸੋ ਇਹ ਜਿਹੜੀ ਲੜੀ ਹੈ ਸਾਧ ਸੰਗਤ ਜੀ ਤੇ ਬਹੁਤ ਲੰਬੀ ਹੈ। ਸਿੱਖ ਪੰਥ ਵਿੱਚ ਸ਼ਹੀਦਾਂ ਦੀ ਜਿਹੜੀ ਲਾਈਨ ਹੈ ਬਹੁਤ ਲੰਬੀ ਹੈ, ਔਰ ਉਹਨਾਂ ਦੀ ਜਿਨ੍ਹਾਂ ਨੇ ਹੱਸ ਕੇ ਕੁਰਬਾਨੀਆਂ ਕੀਤੀਆਂ ਪੰਥ ਵਾਸਤੇ। ਉਵੇਂ ਤਾਂ ਬੰਦੇ ਬੜੇ ਦਲੇਰ ਹੁੰਦੇ ਆ, ਜਿਹੜਾ ਮਰਜ਼ੀ ਮਰ ਸਕਦਾ, ਕੋਈ ਆਪਣੀ ਜ਼ਮੀਨ ਦੇ ਝਗੜੇ 'ਚ, ਕੋਈ ਆਪਣੀ ਪਰਿਵਾਰਕ ਗੱਲ ਕਰਕੇ, ਕੋਈ ਹੋਰ ਕਾਰਨਾਂ ਕਰਕੇ ਜਿਹੜਾ ਮਰਜ਼ੀ ਜਾਨ ਦੇ ਦਿੰਦਾ। ਜਾਨ ਦੇ ਦੇਣ ਵਾਲੇ ਤਾਂ ਆਪਾਂ ਨੂੰ ਹਜ਼ਾਰਾਂ ਨਹੀਂ ਲੱਖਾਂ ਮਿਲ ਜਾਣਗੇ ਦਲੇਰੀ ਨਾਲ ਜਾਨ ਦੇ ਦੇਣ ਵਾਲੇ, ਪਰ ਸਾਰਿਆਂ ਨੂੰ ਸ਼ਹੀਦ ਨਹੀਂ ਕਹਿ ਸਕੀਦਾ। ਸਾਰਿਆਂ ਨੂੰ ਕੌਮ ਵਿੱਚ ਮਾਣ ਨਹੀਂ ਮਿਲਦਾ ਹੁੰਦਾ। ਆਪਣੀ ਜ਼ਮੀਨਾਂ ਦੀ ਖਾਤਰ, ਆਪਣੇ ਪਰਿਵਾਰ ਦੀ ਖਾਤਰ, ਆਪਣੀ ਅਣਖ ਦੀ ਖਾਤਰ ਜਾਂ ਆਪਣੇ ਘਰੇਲੂ ਝਗੜੇ ਕਰਕੇ ਜੇ ਕਿਸੇ ਨੇ ਜਾਨ ਦਿੱਤੀ ਕੌਣ ਪੁੱਛੇਗਾ ਜੀ? ਕੋਈ ਨਹੀਂ ਪੁੱਛਦਾ ਸੰਸਾਰ ਤੇ। ਸ਼ਹੀਦ ਸਿਰਫ ਉਹਨਾਂ ਨੂੰ ਕਹਿ ਕੇ ਸਤਿਕਾਰਿਆ ਜਾਂਦਾ ਜਿਨ੍ਹਾਂ ਨੇ ਕੌਮ ਵਾਸਤੇ ਕੁਝ ਕੀਤਾ, ਜਿਨ੍ਹਾਂ ਆਪਣੇ ਪੰਥ ਵਾਸਤੇ ਕੁਝ ਕੀਤਾ, ਜਿਨ੍ਹਾਂ ਆਪਣੀ ਜਵਾਨੀ, ਆਪਣੀ ਜ਼ਿੰਦਗੀ ਪੰਥ ਦੇ ਲੇਖੇ ਲਾਈ, ਉਹ ਵੀ ਹੱਸ ਕੇ। ਅਫਸੋਸ ਨਹੀਂ ਉਹਨਾਂ ਨੂੰ, ਕੋਈ ਉਹਨਾਂ ਨੂੰ ਅਫਸੋਸ ਨਹੀਂ। ਉਹਨਾਂ ਦੇ ਪਰਿਵਾਰ ਨੂੰ ਵੀ ਸਾਧ ਸੰਗਤ ਜੀ ਉਹਨਾਂ ਤੇ ਮਾਣ। ਉਹਨਾਂ ਦੇ ਮਾਤਾ ਜੀ ਨੇ ਇੱਕ ਵਾਰੀ ਬੋਲਿਆ ਸੀ ਆਉਂ ਗੁਰੂ ਘਰ ਵਿੱਚ, ਜਦੋਂ ਪ੍ਰਬੰਧਕ ਜਨਾਂ ਨੇ ਜਿੰਦੇ ਦੀ ਮਾਤਾ ਦਾ ਸਤਿਕਾਰ ਕੀਤਾ ਤੇ ਉਹਨਾਂ ਨੂੰ ਆਖਿਆ ਸੀ 2 ਲਫ਼ਜ਼ ਬੋਲਣ ਵਾਸਤੇ। ਬਹੁਤਾ ਤਾਂ ਨਹੀਂ ਸੀ ਉਹ ਬੋਲੇ, ਪਰ ਉਹਨਾਂ ਫਤਿਹ ਬੁਲਾ ਕੇ ਆਖਿਆ ਸੀ ਵੀ ਜੋ ਕੌਮ ਨੇ ਮਾਣ ਮੈਨੂੰ ਅੱਜ ਦਿੱਤਾ ਨਾ ਮੇਰੇ ਪੁੱਤਰ ਦੀ ਕੁਰਬਾਨੀ ਕਰਕੇ, ਪੜ੍ਹ ਕੇ ਅਗਰ ਉਹ ਡਾਕਟਰ ਬਣ ਜਾਂਦਾ, ਵਕੀਲ ਬਣ ਜਾਂਦਾ, ਸਾਇੰਟਿਸਟ ਬਣ ਜਾਂਦਾ, ਸਾਨੂੰ ਸਾਰੀ ਦੁਨੀਆ ਨਾ ਜਾਣਦੀ। ਸੁੱਖ ਤਾਂ ਦੁਨਿਆਵੀ ਭਾਵੇਂ ਉਹ ਸਾਨੂੰ ਦੇ ਦਿੰਦਾ, ਪਰ ਜੋ ਮਾਣ ਮੇਰੇ ਪੁੱਤਰ ਨੇ ਅੱਜ ਮੈਨੂੰ ਦਵਾਇਆ, ਉਹਨੇ ਮੇਰਾ ਦੁੱਧ ਸਫਲਾ ਕਰ ਦਿੱਤਾ, ਮੈਨੂੰ ਬਹੁਤ ਖੁਸ਼ੀ ਆਪਣੇ ਪੁੱਤਰ ਤੇ। ਇਹ ਉਸ ਮਾਤਾ ਨੇ ਆਖਿਆ ਸੀ।
ਧਾਨੀ ਇਹੋ ਜਿਹੀਆਂ ਮਾਵਾਂ ਹੁੰਦੀਆਂ, ਔਰ ਧੰਨ ਸਾਧ ਸੰਗਤ ਜੀ ਉਹਨਾਂ ਦੇ ਇਹੋ ਜਿਹੇ ਜਾਏ ਹੋਏ ਪੁੱਤਰ ਸੂਰਮੇ ਜਿਹੜੇ ਦੱਸ ਦਿੰਦੇ ਗੁਰਮੁਖੋ ਸਿੱਖ ਕੌਮ ਦੀਆਂ ਜੜ੍ਹਾਂ ਵੱਢਣ ਦਾ ਯਤਨ ਕਰੋਗੇ ਤੇ ਜਿਉਂਦੇ ਨਹੀਂ ਧਰਤੀ ਤੇ ਤੁਰੇ ਫਿਰੋਗੇ। ਫਿਰ ਇਹ ਅੱਜ ਦਾ ਉਹ ਵੀ ਦਿਨ ਹੈ ਸਾਧ ਸੰਗਤ ਜੀ। ਚਲੋ ਆਓ ਆਪਾਂ ਸੁਰਤੀ ਬਿਰਤੀ ਉੱਥੇ ਹੀ ਲੈ ਕੇ ਚਲੀਏ। ਅਕਬਰ ਦੇ ਕੋਲੇ ਸਭਾ ਲੱਗੀ ਹੋਈ ਹੈ, ਉਹਨੂੰ ਦੱਸ ਪਾ ਦਿੱਤੀ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਭਈ ਜੇ ਤੇਰੀ ਭਾਵਨਾ ਬਣ ਜਾਏ। ਹਾਲਾਂਕਿ ਦੱਸਣ ਵਾਲੇ ਗੁਰਮੁਖ ਦੇ ਮਨ 'ਚ ਥੋੜਾ ਜਿਹਾ ਸੰਸਾ ਸੀ ਭਈ ਇਹ ਤੁਰਕ ਹੈ, ਪਤਾ ਨਹੀਂ ਇਹਦੀ ਸ਼ਰਧਾ ਆਵੇਗੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਕਿ ਨਾ, ਪਰ ਜੇ ਆ ਗਈ ਤੇ ਭਲਾ ਇਹਦਾ ਜ਼ਰੂਰ ਹੋ ਜਾਏਗਾ। ਉੱਥੇ ਸਭਾ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਦੱਸ ਪੈ ਗਈ ਅਕਬਰ ਨੂੰ। ਅੱਗੇ ਉਹ ਸਾਧ ਸੰਗਤ ਜੀ ਕੀ ਕਰਦਾ, ਉਹ ਪ੍ਰੇਮ ਨਾਲ ਸਰਵਣ ਕਰੀਏ, ਅਸੀਸ ਪ੍ਰਾਪਤ ਕਰੀਏ ਸੱਚੇ ਪਾਤਸ਼ਾਹ ਜੀ ਤੋਂ। ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਇਨ ਸਾਸ ਨੂੰ ਇਸ ਥਲ ਤੇ। ਅਕਬਰ ਨੇ ਪੁੱਛਿਆ ਸੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਉਹਨੂੰ ਸੁਣਨ ਨੂੰ ਮਿਲੀ, ਪਤਾ ਲੱਗਾ ਕਿ ਪੂਰੇ ਹੈਗੇ ਨੇ ਐਸੇ ਸਤਿਗੁਰੂ ਜੀ ਜਿਹੜੇ ਬਚਨ ਕਰਨਗੇ ਤੇ ਚੜ੍ਹਦੀ ਕਲਾ ਹੋ ਜਾਵੇਗੀ। ਫਿਰ ਉਹਨੇ ਪੁੱਛਿਆ ਵੀ ਰਹਿੰਦੇ ਕਿੱਥੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੀ ਇੰਨੀ ਸਿਫਤ ਕੀਤੀ ਤੂੰ ਗੁਰਮੁਖਾ, ਉਹ ਇੱਥੋਂ ਕਿੰਨੀ ਦੂਰ ਹਨ? ਹੈ ਦੂਰ ਬਹੁ ਮਾਰਗ ਚਲਤੇ। ਕਹਿੰਦੇ ਨੇ ਦੂਰ ਆ ਕਿ ਨੇੜੇ ਨੇ, ਜੇ ਆਪਾਂ ਮਾਰਗ ਤੇ ਚੱਲ ਕੇ ਜਾਈਏ ਤੇ ਪਹੁੰਚ ਸਕਦੇ ਕਿ ਨਹੀਂ? ਤਾਂ ਉਹਨੇ ਨੇ ਆਖਿਆ ਨਹੀਂ ਨਹੀਂ ਬਾਦਸ਼ਾਹ, ਇੱਥੋਂ ਦੂਰ ਨੇ ਕਾਫੀ ਮਹਾਰਾਜ ਜੀ, ਪਹੁੰਚ ਤਾਂ ਜਾਵਾਂਗੇ ਲੇਕਿਨ ਸਮਾਂ ਲੱਗੇਗਾ। ਰਾਵਰ ਕੋ ਨਾ ਬਨੈ ਅਬ ਜਾਨੋ। ਇਸ ਕਰਕੇ ਜੇ ਨੇੜੇ ਹੁੰਦੇ ਤੇ ਤੂੰ ਆਪ ਚਲਿਆ ਜਾਂਦਾ, ਮੈਂ ਵੀ ਤੈਨੂੰ ਸਲਾਹ ਦਿੰਦਾ, ਪਰ ਹੁਣ ਬਾਦਸ਼ਾਹ ਸਲਾਮਤ ਤੇਰਾ ਜਾਣਾ ਨਹੀਂ ਬਣਦਾ, ਕਿਉਂਕਿ ਤੂੰ ਇੱਥੇ ਜੰਗ ਦੀ ਅਗਵਾਈ ਕਰਦਾ ਪਿਆ ਤੇ ਮਹਾਰਾਜ ਜੀ ਦੂਰ ਨੇ ਇੱਥੋਂ। ਦਿੱਲੀਪੁਰ ਤੇ ਨਿਕਟ ਸੋ ਜਾਨੋ। ਹਾਂ, ਦਿੱਲੀ ਤੋਂ ਕੁਝ ਨੇੜੇ ਪੈਂਦਾ ਸੀ। ਅਗਰ ਪਹਿਲਾਂ ਤੂੰ ਇਹ ਗੱਲ ਕੀਤੀ ਹੁੰਦੀ ਤੇ ਦਿੱਲੀ ਤੋਂ ਤੂੰ ਆਪ ਵੀ ਚਲਿਆ ਜਾਂਦਾ ਚੜ੍ਹਾਈ ਕਰਨ ਤੋਂ ਪਹਿਲਾਂ, ਤਾਂ ਗੱਲ ਬਣਦੀ ਸੀ। ਲਾਹੌਰ ਕੇ ਹੈ ਬਹੁਤ ਸਮੀਪ। ਤੇ ਲਾਹੌਰ ਦੇ ਤਾਂ ਬਿਲਕੁਲ ਨੇੜੇ ਉਹ ਸਥਾਨ ਪੈਂਦਾ ਜਿੱਥੇ ਤੀਸਰੇ ਪਾਤਸ਼ਾਹ ਜੀ ਇਸ ਵੇਲੇ ਕਿਰਪਾ ਕਰਦੇ ਪਏ ਨੇ। ਨਦੀ ਪਿਪਾਸਾ ਹੈ ਅਵਨੀਪ। ਇਹ ਬਿਆਸ ਦਰਿਆ ਹੈ ਤੇ ਬਹੁਤ ਸੁੰਦਰ ਉਸ ਦਾ ਕਿਨਾਰਾ ਇੱਕ ਜਗ੍ਹਾ ਤੇ। ਗੋਇੰਦਵਾਲ ਤੀਰਥ ਹੈ। ਉੱਥੇ ਗੋਇੰਦਵਾਲ ਤੀਰਥ ਵਸਾਇਆ ਹੋਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ। ਅਮਰਦਾਸ ਗੁਰ ਤੇ ਠਾਂ ਰਹਿ। ਉਸ ਥਾਂ ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਵੇਲੇ ਰਹਿ ਰਹੇ ਨੇ, ਜਿਹੜਾ ਬਿਆਸ ਦਰਿਆ ਦੇ ਕਿਨਾਰੇ ਤੇ ਬਹੁਤ ਸੁੰਦਰ ਜਗ੍ਹਾ ਗੋਇੰਦਵਾਲ ਨਗਰ ਵਸਿਆ ਹੋਇਆ ਹੈ। ਅਬ ਹੈ ਮਾਤਬਰ ਰਾਵਰ ਕੇਰ। ਕੋਈ ਆਪਣਾ ਭਰੋਸੇਯੋਗ ਬੰਦਾ, ਕੋਈ ਮੋਹਤਬਰ ਬੰਦਾ, ਕੋਈ ਸਿਆਣਾ ਬੰਦਾ ਹੁਣ ਤੂੰ ਭੇਜ ਸਕਦਾ ਇੱਥੋਂ। ਪਹੁੰਚੈ ਤਿਨ ਠਗ ਕਰੈ ਅਦੇਰ। ਦੇਰ ਨਾ ਕਰੇ, ਅੱਜ ਹੀ ਉਹਨੂੰ ਤੋਰ ਦੇਵੇਂ ਤੇ ਜਿੰਨੀ ਛੇਤੀ ਹੋ ਸਕਦਾ ਉਹ ਗੋਇੰਦਵਾਲ ਸਾਹਿਬ ਪਹੁੰਚ ਜਾਵੇ ਤੀਸਰੇ ਪਾਤਸ਼ਾਹ ਜੀ ਕੋਲੇ। ਅਨ ਕੋ ਪਾਇਨ ਕੋ ਲੈ ਜਾਏ। ਤੇ ਜਾਣ ਤੋਂ ਪਹਿਲਾਂ ਤੈਨੂੰ ਮੈਂ ਇੱਕ ਮਰਿਆਦਾ ਦੱਸਦਾ ਕਿ ਬਹੁਤ ਸਾਰੀ ਭੇਟਾ ਨਾਲ ਲੈ ਕੇ ਜਾਣੀ, ਕਿਉਂਕਿ ਮਹਾਰਾਜ ਜੀ ਨੂੰ ਮੱਥਾ ਟੇਕਣ ਵੇਲੇ ਮਰਿਆਦਾ ਹੁੰਦੀ ਹੈ, ਕੁਝ ਭੇਟਾ ਰੱਖ ਕੇ ਮੱਥਾ ਟੇਕਿਆ ਜਾਵੇ। ਤੁਮਰੀ ਦਿਸਤੇ ਬਿਨਾ ਸੁਨਾਏ। ਤੇ ਤੇਰੇ ਵੱਲੋਂ ਜਾ ਕੇ ਉਹ ਕੋਈ ਤੇਰਾ ਸਿਆਣਾ ਭੇਜਿਆ ਹੋਇਆ ਬੰਦਾ ਤੇਰੇ ਵੱਲੋਂ ਜਾ ਕੇ ਬੇਨਤੀ ਕਰੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ। ਸਰਧਾਲੂ ਹੋਏ ਭਾਵ ਮਹਾਨਾ। ਬਹੁਤ ਸ਼ਰਧਾ ਨਾਲ ਬੇਨਤੀ ਕਰੇ, ਬਹੁਤ ਭਾਵ ਪ੍ਰੇਮ ਮਨ 'ਚ ਰੱਖ ਕੇ ਬੇਨਤੀ ਕਰੇ। ਇਹ ਨਾ ਹੋਵੇ ਵੀ ਮੱਥਾ ਵੀ ਟੇਕੇ ਤੇ ਸ਼ੰਕਾ ਵੀ ਕਰੀ ਜਾਵੇ। ਅਰਜ਼ ਗੁਜ਼ਾਰੈ ਗਰਜ ਸੁਜਾਨਾ। ਬਹੁਤ ਸਿਆਣਾ ਬਣ ਕੇ ਤਰੀਕੇ ਨਾਲ ਅਰਜ਼ ਗੁਜ਼ਾਰੇ ਤੀਸਰੇ ਪਾਤਸ਼ਾਹ ਜੀ ਅੱਗੇ ਬੇਨਤੀ ਕਰੇ। ਤਬ ਜੋ ਕਰੈ ਅੰਬਗ ਗੁਰ ਪੂਰੇ। ਉਸ ਵੇਲੇ ਜੋ ਪੂਰੇ ਗੁਰੂ ਸਾਹਿਬ ਜੀ ਬਚਨ ਕਰ ਦੇਣਗੇ, ਤੇਰੇ ਵੱਲੋਂ ਭੇਜਿਆ ਹੋਇਆ ਬੰਦਾ ਜਦੋਂ ਭਾਵਨਾ ਨਾਲ ਬੇਨਤੀ ਕਰੇਗਾ ਤੇ ਜੋ ਵੀ ਬਚਨ ਤੀਸਰੇ ਪਾਤਸ਼ਾਹ ਜੀ ਕਰ ਦੇਣਗੇ ਉਸ ਵੇਲੇ ਪੂਰਨ ਹੋਏ ਜਰੂਰ ਜਰੂਰੇ। ਜਰੂਰ ਜਰੂਰ ਹੀ ਉਹ ਬਚਨ ਪੂਰਾ ਹੋ ਜਾਵੇਗਾ ਮਹਾਰਾਜ ਜੀ ਦਾ। ਜਬੈ ਪਠਾਵਨ ਕਰ ਕੋ ਹੋ ਕੋਏ। ਕਹਿੰਦੇ ਜਦੋਂ ਤੂੰ ਭੇਜਣ ਲੱਗੇਗਾ ਨਾ ਬੰਦਾ ਇਥੋਂ, ਜਦੋਂ ਤੁਰਨ ਲੱਗੇਗਾ ਤਾਂ ਤਬ ਤੁਮ ਹੱਥ ਜੋੜ ਕੇ ਦੋਏ। ਤੇ ਤੂੰ ਕੀ ਕਰਨਾ? ਉਸ ਆਪਣੇ ਬੰਦੇ ਨੂੰ ਇਥੋਂ ਤੋਰਨ ਲੱਗਿਆ ਹੱਥ ਜੋੜ ਕੇ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਅਮਰਦਾਸ ਲੈ ਨਾਮ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਮੁਖ ਸਨਮੁਖ ਕਰਕੇ ਤੈ ਠਾਮ। ਉਸ ਥਾਂ ਵੱਲ ਨੂੰ ਮੂੰਹ ਕਰਕੇ, ਭਾਵ ਇਥੋਂ ਅੰਦਾਜ਼ਾ ਲਾਉਣਾ ਵੀ ਗੋਇੰਦਵਾਲ ਸਾਹਿਬ ਕਿਹੜੇ ਪਾਸੇ ਆ। ਜਦੋਂ ਬੰਦਾ ਤੇਰਾ ਤੁਰਨ ਲੱਗੇਗਾ ਤੂੰ ਆਪ ਉਸ ਪਾਸੇ ਨੂੰ ਮੂੰਹ ਕਰਕੇ ਹੱਥ ਜੋੜ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਣਾ ਹੈ। ਆਪਣੋ ਕਾਜ ਚਿਤਵ ਕਰ ਮਨ ਮੈਂ। ਤੇ ਆਪਣੇ ਮਨ ਵਿੱਚ ਆਪਣੇ ਕਾਜ ਨੂੰ, ਆਪਣੇ ਕਾਰਜ ਨੂੰ ਚੇਤੇ ਕਰਨਾ ਹੈ। ਤਸਲੀਮਾਤ ਕਰੋ ਤਿਨ ਛਿਨ ਮੈਂ। ਤਸਲੀਮਾਤ ਦਾ ਅਰਥ ਹੁੰਦਾ ਸਲਾਮ ਕਰਨੀ। ਉਸ ਵੇਲੇ ਮਹਾਰਾਜ ਜੀ ਨੂੰ ਚੇਤੇ ਕਰਕੇ, ਉਸ ਪਾਸੇ ਨੂੰ ਮੂੰਹ ਕਰਕੇ, ਆਪਣੇ ਕੰਮ ਨੂੰ ਚੇਤੇ ਕਰਕੇ ਤੇ ਤੀਸਰੇ ਪਾਤਸ਼ਾਹ ਜੀ ਨੂੰ ਨਮਸਕਾਰ ਸਲਾਮ ਕਰਨੀ ਤੂੰ ਇੱਥੋਂ ਹੀ। ਕਰੋ ਅੱਜ ਤੇ ਐਸੀ ਬਾਤ। ਤੇ ਦੇਰ ਨਾ ਕਰ ਬਾਦਸ਼ਾਹ, ਅੱਜ ਹੀ ਤੈਨੂੰ ਕੋਈ ਬੰਦਾ ਤੋਰ ਦੇਣਾ ਚਾਹੀਦਾ ਹੈ। ਗਮਨੇ ਮਾਰਗ ਤਿਨ ਅਰ ਰਾਤ। ਦਿਨ ਰਾਤ ਇੱਕ ਕਰਕੇ ਬੰਦਾ ਤੁਰਿਆ ਜਾਵੇ, ਛੇਤੀ ਛੇਤੀ ਪੈਂਡਾ ਤੈਅ ਕਰੇ। ਜਾਚੈ ਜਬੈ ਜਾਏ ਕਰ ਜੋਏ। ਜਦੋਂ ਦੋਵੇਂ ਹੱਥ ਜੋੜ ਕੇ ਉਹ ਜਾਚਨਾ ਕਰੇਗਾ, ਤੀਸਰੇ ਪਾਤਸ਼ਾਹ ਜੀ ਅੱਗੇ ਬੇਨਤੀ ਕਰੇਗਾ ਤਾਂ ਨਿਸ਼ਚੈ ਕਾਰਜ ਤੁਮਰੋ ਹੋਏ। ਨਿਸ਼ਚਾ ਰੱਖੇ ਵੀ ਤੇਰਾ ਕਾਰਜ ਜ਼ਰੂਰ ਹੋ ਜਾਏਗਾ। ਬਿਲਕੁਲ ਭਰੋਸਾ ਕਰ, ਜੇ ਸ਼ਰਧਾ ਨਾਲ
ਜਾ ਕੇ ਪ੍ਰੇਮ ਨਾਲ ਤੀਸਰੇ ਪਾਤਸ਼ਾਹ ਨੂੰ ਬੇਨਤੀ ਕਰੇਗਾ ਤੇ ਜ਼ਰੂਰ ਤੇਰਾ ਕੰਮ ਹੋ ਜਾਏਗਾ। ਪੁਨ ਆਗੈ ਸਤਿਗੁਰੂ ਮਨਾਵਹੁ। ਕਿਉਂਕਿ ਫਿਰ ਅੱਗੇ ਤੇਰੀ ਮਰਜ਼ੀ ਆ ਵੀ ਤੂੰ ਸਤਿਗੁਰੂ ਜੀ ਨੂੰ ਮੰਨਣਾ ਕਿ ਨਹੀਂ ਮੰਨਣਾ, ਜਾਂ ਤੂੰ ਉਹਨਾਂ 'ਚ ਸ਼ਰਧਾ ਰੱਖਣੀ ਕਿ ਨਹੀਂ। ਹੁਣ ਮੈਂ ਦਾਅਵੇ ਨਾਲ ਕਹਿੰਦਾ ਵੀ ਜੇ ਅੱਜ ਪ੍ਰੇਮ ਨਾਲ ਬੇਨਤੀ ਕਰੇਗਾ ਤੇਰੀ ਜੈ ਜੈਕਾਰ, ਤੇਰੀ ਫਤਿਹ ਜ਼ਰੂਰ ਹੋ ਜਾਏਗੀ। ਮਨ ਬਾਚਤ ਫਲ ਤੇ ਪਾਵੋ। ਤੇ ਜੇ ਸਦਾ ਵਾਸਤੇ ਗੁਰੂ ਸਾਹਿਬ ਜੀ ਦਾ ਅਗਾਂਹ ਵੀ ਸ਼ਰਧਾਲੂ ਬਣਿਆ ਰਹੇਗਾ ਤੇ ਮਨ ਭਾਉਂਦੇ ਫਲ ਤੈਨੂੰ ਮਿਲਦੇ ਰਹਿਣਗੇ। ਦੋਹਰਾ ਸੁਨ ਅਕਬਰ ਸਰਦਾ ਧਰੀ, ਕਹਿਣ ਲੱਗਿਓ ਸਭ ਮਾਹੇ। ਉਸ ਗੁਰਸਿੱਖ ਦੀ, ਉਸ ਗੁਰਮੁਖ ਦੀ ਬੇਨਤੀ ਸੁਣ ਕੇ ਅਕਬਰ ਦੇ ਮਨ 'ਚ ਸ਼ਰਧਾ ਆ ਗਈ ਤੇ ਬੜੇ ਪ੍ਰੇਮ ਨਾਲ ਏਦਾਂ ਕਹਿਣ ਲੱਗਾ। ਉਹ ਮੱਕੇ ਤੇ ਹਾਜੀ ਆਏ ਅਪਰ ਮੁਜਾਵਰ ਆਹੇ। ਕਹਿਣ ਲੱਗਾ ਵੀ ਹਾਂ ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਭਾ ਤਾਂ ਅੱਗੇ ਵੀ ਸੁਣੀ ਹੈ, ਕਿਉਂਕਿ ਕੁਝ ਹੱਜ ਕਰਕੇ ਗੁਰਮੁਖ ਪਿਆਰੇ ਮੱਕੇ ਤੋਂ ਆਏ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ। ਚਾਉ ਪਈ ਤਿਨਾ ਮੋਏ ਠੇਕਈ ਸੁਨਾਏ। ਉਹਨਾਂ ਨੇ ਆਣ ਕੇ, ਉਹਨਾਂ ਹਾਜੀਆਂ ਨੇ ਮੈਨੂੰ ਆਣ ਕੇ ਇੱਕ ਗੱਲ ਦੱਸੀ ਸੀ। ਸ਼੍ਰੀ ਨਾਨਕ ਪਹੁੰਚੇ ਤਿਸ ਠਾਏ। ਕਹਿੰਦੇ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਵਾਰ ਮੱਕੇ ਗਏ ਸਨ। ਤੇ ਮਕਾਨ ਕੀ ਦਸ ਕਰ ਚਰਨ। ਕਹਿੰਦੇ ਉਸ ਪਵਿੱਤਰ ਮਕਾਨ ਵੱਲ ਨੂੰ ਚਰਨ ਕਰਕੇ ਆਪਣੇ ਗੁਰੂ ਨਾਨਕ ਦੇਵ ਮਹਾਰਾਜ ਜੀ ਪੈ ਗਏ ਸਨ। ਸੁਪਤੇ ਨਿਸਾ ਪਰੇ ਠਿਗ ਧਰਨ। ਰਾਤ ਨੂੰ ਸੌਣ ਲੱਗਿਆ ਮਹਾਰਾਜ ਜੀ ਨੇ ਆਪਣੇ ਚਰਨ ਉਸ ਪਾਸੇ ਕਰ ਲਏ ਸਨ। ਜੀਵਨ ਗਇਓ ਮੁਜਾਦਰ ਮਕਾਨ। ਉਸ ਵੇਲੇ ਜਿਹੜਾ ਉੱਥੇ ਮਜੌਰ ਸੀ ਉਹਦਾ ਨਾਮ ਜੀਵਨ ਸੀ, ਤੇ ਉਹਨੇ ਜੀਵਨ ਨੇ ਆਣ ਕੇ ਬਹੁਤ ਗੁੱਸਾ ਕੀਤਾ ਮਹਾਰਾਜ ਜੀ ਜਦੋਂ ਵੇਖਿਆ ਕਿ ਮਹਾਰਾਜ ਆਪਣੇ ਚਰਨ ਕਰਕੇ ਉਸ ਪਾਸੇ ਨੂੰ ਪਏ ਹਨ। ਤਾਂ ਕਹੇ ਕਰੂਰ ਬਚ ਗਏ ਕਰ ਪੈਰ। ਕਹਿੰਦੇ ਬਹੁਤ ਖੋਟੇ ਬਚਨ ਉਹਨੇ ਆਣ ਕੇ ਆਖਿਆ ਤੇ ਮਹਾਰਾਜ ਜੀ ਦੇ ਚਰਨ ਫੜ ਕੇ ਉਹਨੇ ਗੁੱਸੇ ਵਿੱਚ ਕਰੇ ਘਸੀਟਨ ਤਹਿ ਤੇ ਜਬੈ। ਕਹਿੰਦੇ ਘਸੀਟ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਗੁੱਸੇ ਨਾਲ ਉਹਨੇ ਪਰੇ ਨੂੰ ਦੂਸਰੇ ਪਾਸੇ ਨੂੰ ਕਰ ਦਿੱਤਾ ਸੀ। ਧਰਮ ਮਕਾਨ ਤੇ ਸਥਿਤ ਤਪ ਹੈ। ਕਹਿੰਦੇ ਮੈਂ ਸੁਣਿਆ ਸੀ, ਉਹਨਾਂ ਹਾਜੀਆਂ ਨੇ ਮੈਨੂੰ ਦੱਸਿਆ ਵੀ ਉਹ ਜਿਹੜਾ ਮਕਾਨ ਸੀ ਪਵਿੱਤਰ, ਜਦੋਂ ਮਹਾਰਾਜ ਜੀ ਦੇ ਚਰਨ ਦੂਸਰੇ ਪਾਸੇ ਨੂੰ ਫੇਰੇ ਤਾਂ ਮੁਸਲਮਾਨ ਵੀ ਮਨ ਹੈ ਤਿਨ ਕੋ। ਕਹਿੰਦੇ ਉਹ ਉਸ ਪਵਿੱਤਰ ਸਥਾਨ ਘੁੰਮ ਕੇ ਉਹਨੇ ਉਹ ਉਧਰਲੇ ਪਾਸੇ ਹੋ ਗਿਆ ਜਿੱਧਰ ਚਰਨ ਸੀ, ਜਿਸ ਕਰਕੇ ਸਾਰੇ ਮੁਸਲਮਾਨਾਂ ਨੇ ਵੀ ਮਹਾਰਾਜ ਜੀ ਨੂੰ ਮੰਨਿਆ ਸੀ। ਜੇ ਭਾਈ ਗੁਰਦਾਸ ਜੀ ਨੇ ਆਖਿਆ ਫਿਰਿਆ ਮੱਕਾ ਕਲਾ ਦਿਖਾਰੀ। ਇੱਕ ਸਮ ਜਸ ਵਿਆਪਿਓ ਜਗ ਤਿਨ ਕੋ। ਕਹਿੰਦੇ ਇੱਕ ਸਮ ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ ਸਾਰੇ ਜਗਤ ਆ। ਭਾਵੇਂ ਕੋਈ ਕਿਸੇ ਮਜ੍ਹਬ ਨਾਲ ਸੰਬੰਧ ਰੱਖਦਾ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਹੁਤ ਮੰਨਦਾ ਹੈ। ਤਿਨ ਤੇ ਮੈਬ ਹੋਏ ਸਨਾਥ। ਕਹਿੰਦੇ ਹੁਣ ਉਸ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਤੋਂ ਮੈਂ ਨਿਹਾਲ ਹੋ ਜਾਵਾਂਗਾ ਜੇ ਤੀਸਰੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰ ਦੇਣਗੇ। ਕਾਰਜ ਪੁਰਵੋ ਧਰ ਪਗਮਾਥ। ਸੋ ਮੇਰਾ ਕਾਰਜ ਮਹਾਰਾਜ ਪੂਰਾ ਕਰ ਦੇਣ, ਮੈਂ ਧਰਤੀ ਤੇ ਮੱਥਾ ਲਾ ਕੇ ਮੱਥਾ ਟੇਕਾਂਗਾ ਮਹਾਰਾਜ ਨੂੰ। ਇਮ ਕਹਿ ਤਿਆਰ ਕੀਨ ਬੁੱਧਵਾਨ। ਉਸੇ ਵੇਲੇ ਇਉਂ ਕਹਿ ਕੇ ਅਕਬਰ ਬਾਦਸ਼ਾਹ ਨੇ ਇੱਕ ਬਹੁਤ ਸਿਆਣਾ ਬੰਦਾ ਤਿਆਰ ਕੀਤਾ ਜੀ। ਪੜਿਓ ਪਾਰਸੀ ਇਲਮ ਮਹਾਨ। ਕਹਿੰਦੇ ਬਹੁਤ ਆਲਮ ਸੀ ਬੰਦਾ, ਪੜਿਆ ਹੋਇਆ ਸੀ, ਫਾਰਸੀ ਜਾਣਦਾ ਸੀ, ਉਹ ਇਲਮ ਪੜਿਆ ਹੋਇਆ ਸੀ ਸਾਰਾ। ਨਿਤ ਸਤ ਸੰਗੀ ਮਾਧੁਰ ਕਹੈ। ਕਹਿੰਦੇ ਉਵੇਂ ਵੀ ਉਹ ਬੰਦਾ ਸਤ ਸੰਗਤ ਕਰਨ ਵਾਲਾ, ਚੰਗੇ ਸੁਭਾਅ ਦਾ ਤੇ ਮਿੱਠੇ ਬੋਲ ਬੋਲਣ ਵਾਲਾ ਸੀ। ਬਿਲਮ੍ਰਿਤਾ ਜੋ ਸਭ ਵਿਦ ਲਹੈ। ਕਹਿੰਦੇ ਚੰਗੇ ਤਰੀਕੇ ਨਾਲ ਉਹਨੂੰ ਅਰਦਾਸ ਬੇਨਤੀ, ਕੋਈ ਆਪਣੀ ਗੱਲ ਰੱਖਣੀ ਆਉਂਦੀ ਸੀ। ਇੰਨਾ ਸਿਆਣਾ ਬੰਦਾ ਸੀ, ਉਹਨੂੰ ਤਿਆਰ ਕੀਤਾ ਅਕਬਰ ਨੇ। ਸਾਥੋ ਪਾਇ ਨੁਤਮ ਦੀਨਸ। ਬਹੁਤ ਸਾਰੀਆਂ ਭੇਟਾਵਾਂ ਅਕਬਰ ਨੇ ਉਹਨੂੰ ਦੇ ਦਿੱਤੀਆਂ ਵੀ ਲੈ ਗੁਰਮੁਖਾ ਤੂੰ ਜਾਣਾ ਤੀਸਰੇ ਪਾਤਸ਼ਾਹ ਜੀ ਕੋਲੇ ਤੇ ਮੇਰੇ ਵੱਲੋਂ ਆ ਜਾ ਕੇ ਪਹਿਲਾਂ ਭੇਟਾ ਰੱਖਣੀ ਮਹਾਰਾਜ ਦੇ ਚਰਨਾਂ 'ਚ। ਜ਼ਰੀ ਬਸਤਰ ਪਸ਼ਵੰਬਰ ਲੀਨਸ। ਬਹੁਤ ਸੁੰਦਰ ਜਰੀ ਦੇ ਬਸਤਰ ਦਿੱਤੇ ਹਨ, ਪਸ਼ਮੀਨੇ ਦੇ ਬਸਤਰ ਦਿੱਤੇ ਮਹਾਰਾਜ ਜੀ ਦੇ ਅੱਗੇ ਰੱਖਣ ਲਈ। ਇਤਿਆਦਿਕ ਲੈ ਦਰਬ ਕਨੇਰਾ। ਇਤਿਆਦਿਕ ਭੇਟਾਵਾਂ ਤੇ ਨਾਲ ਬਹੁਤ ਸਾਰਾ ਦਰਬ ਧਨ ਮਾਇਆ ਦਿੱਤੀ ਨਾਲ ਅਕਬਰ ਨੇ। ਚਲਿਓ ਗੁਰੂ ਦੇ ਸੁਭਾਵ ਵਡੇਰਾ। ਕਹਿੰਦੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਭਾਵਨਾ ਲੈ ਕੇ ਹੁਣ ਉਸ ਬੰਦੇ ਨੂੰ ਉਹਨੇ ਤੋਰਨ ਲਈ ਤਿਆਰੀ ਕੀਤੀ ਜੀ। ਹੁਣ ਅਕਬਰ ਨੇ ਸਿੱਖ ਸੋ ਕਹਿਓ। ਕਹਿੰਦੇ ਫਿਰ ਅਕਬਰ ਨੇ ਉਸ ਗੁਰਮੁਖ ਨੂੰ ਆਖਿਆ ਜਿਹਨੇ 10 ਪਾਈ ਸੀ ਤੀਸਰੇ ਪਾਤਸ਼ਾਹ ਜੀ ਦੀ। ਗੁਰੂ ਬਿਰਤਾਂਤ ਸਰਬ ਤੈ ਲਹਿਓ। ਆਖਿਆ ਗੁਰਮੁਖਾ ਤੂੰ ਗੁਰੂ ਸਾਹਿਬ ਜੀ ਦਾ ਸਾਰਾ ਬਿਰਤਾਂਤ ਸਾਨੂੰ ਦੱਸਿਆ, ਤੂੰ ਸਾਨੂੰ 10 ਪਾਈ ਹੈ। ਤੂੰ ਪੀ ਗਮ ਨੂੰ ਇਸਕੇ ਸਾਥ। ਤੇ ਤੂੰ ਵੀ ਇਹਦੇ ਨਾਲ ਹੀ ਜਾ। ਆਹ ਬੰਦਾ ਜਿਹੜਾ ਮੈਂ ਤਿਆਰ ਕੀਤਾ ਤੇ ਮੈਂ ਚਾਹੁੰਦਾ ਵੀ ਤੂੰ ਮਹਾਰਾਜ ਜੀ ਨੂੰ ਜਾਣਦਾ, ਤੂੰ ਉਹਨਾਂ ਦੀ ਵਡਿਆਈ ਸਾਨੂੰ ਦੱਸੀ ਹੈ ਤੇ ਤੂੰ ਨਾਲ ਚੱਲ ਇਸ ਸਾਡੇ ਬੰਦੇ ਦੇ। ਮਮ ਦਸਤੇ ਟੇਕੋ ਪਗਮਾਥ। ਤੇ ਮੇਰੇ ਵੱਲੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਣਾ ਹੈ। ਜਥਾ ਬਚਨ ਸ੍ਰੀ ਮੁਕਤੇ ਕਹਿ। ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੇਨਤੀ ਸੁਣ ਕੇ ਪਵਿੱਤਰ ਮੁਖ ਤੋਂ ਬਚਨ ਕਰਨਗੇ। ਤੁਮ ਸੰਗ ਬਹੁਤ ਛੱਡਨੀ ਐ। ਤੇ ਮੈਂ ਇਦਾਂ ਕਰਦਾ, ਤੁਹਾਨੂੰ ਦੋਵਾਂ ਨੂੰ ਭੇਜਦਾ ਤੇ ਕੁਝ ਤੁਹਾਡੇ ਨਾਲ ਸਵਾਰ ਦੇ ਕੇ ਭੇਜਦਾ। ਸਾਂਢਣੀ ਦਾ ਅਰਥ ਹੁੰਦਾ ਊਠਣੀਆਂ, ਕੁਝ ਊਠਣੀਆਂ ਦੇ ਕੇ ਭੇਜਦਾ ਹਾਂ ਮੈਂ ਤੁਹਾਨੂੰ। ਅਤਸੈ ਤੁਰਤ ਪਟਾਵੋ ਸਦਕੋ। ਤੇ ਤੁਸੀਂ ਛੇਤੀ ਜਾਵੋ ਤੇ ਜਿਹੜੀ ਵੀ ਖਬਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਲੋਂ ਹੋਵੇਗੀ ਸੇਵੋ ਸਤਿਗੁਰ ਕਰ ਸੁਧ ਬੁੱਧ ਕੋ। ਕਹਿੰਦੇ ਬਹੁਤ ਪਵਿੱਤਰ ਮਨ ਦੇ ਨਾਲ, ਚੰਗੀ ਅਕਲ ਨਾਲ ਮਹਾਰਾਜ ਨੂੰ ਮੱਥਾ ਟੇਕਿਓ। ਜੋ ਬਚਨ ਸੱਚੇ ਪਾਤਸ਼ਾਹ ਜੀ ਕਰਨਗੇ, ਉਹ ਜਿਹੜੇ ਊਠਣੀਆਂ ਸਵਾਰ ਮੈਂ ਤੁਹਾਡੇ ਨਾਲ ਭੇਜਾਂਗਾ, ਉਹਨਾਂ ਦੇ ਹੱਥ ਤੁਸੀਂ ਮੈਨੂੰ ਛੇਤੀ ਸੁਨੇਹਾ ਭੇਜ ਦੇਣਾ। ਅਕਬਰ ਤੇ ਰੁਖਸਤ ਹੋਏ ਚਲੇ। ਕਹਿੰਦੇ ਨੇ ਫਿਰ ਅਕਬਰ ਦੇ ਕੋਲੋਂ ਇਹ ਚੱਲ ਪਏ ਦੋਨੋਂ ਜਾਣੇ। ਇੱਕ ਉਹਦਾ ਭੇਜਿਆ ਹੋਇਆ ਸਿਆਣਾ ਬੰਦਾ ਤੇ ਇੱਕ ਉਹ ਗੁਰਸਿੱਖ ਜਿਹਨੇ 10 ਪਾਈ ਸੀ ਜੀ। ਕਰ ਤੂੰ ਤਾਇਲ ਮਾਰਗ ਢਲੇ। ਕਹਿੰਦੇ ਬਹੁਤ ਛੇਤੀ ਛੇਤੀ ਆਪਣੇ ਰਸਤੇ ਤੇ ਚੱਲੇ ਆਉਂਦੇ ਨੇ ਗੋਇੰਦਵਾਲ ਸਾਹਿਬ ਵੱਲ। ਲਗ ਵਿਸਰਾਮੈ ਗਮਨੈ ਦੂਰ। ਪੈਂਡਾ ਜ਼ਿਆਦਾ ਕਰਦੇ ਨੇ ਤੇ ਵਿਸ਼ਰਾਮ ਘੱਟ ਕਰਦੇ ਨੇ ਤਾਂ ਕਿ ਛੇਤੀ ਪਹੁੰਚ ਜਾਈਏ ਗੋਇੰਦਵਾਲ ਸਾਹਿਬ। ਜਾਏ ਪਹੁੰਚੇ ਗੁਰੂ ਹਜੂਰ। ਆ ਗਏ ਨੇ ਜੀ, ਚੱਲਦੇ ਚੱਲਦੇ ਗੋਇੰਦਵਾਲ ਆ ਗਏ, ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ
ਕਿਰਪਾ ਕਰਦੇ ਪਏ ਸਨ। ਗੋਇੰਦਵਾਲ ਸਿਵਰ ਕਰ ਦੀਨ, ਆਣ ਕੇ ਗੋਇੰਦਵਾਲ ਉਹਨਾਂ ਨੇ ਆਪਣੇ ਤੰਬੂ ਲਾ ਲਿਆ, ਆਪਣਾ ਡੇਰਾ ਲਾ ਲਿਆ ਜੀ। ਸਗਰੀ ਭੇਟ ਹਾਥ ਧਰ ਲੀਨ, ਤੇ ਫਿਰ ਜਦੋਂ ਅਗਲੇ ਦਿਨ ਦਾ ਸਵੇਰਾ ਹੋਇਆ ਤੇ ਸਾਰੀ ਭੇਟਾ ਆਪਣੇ ਹੱਥਾਂ 'ਚ ਲੈ ਕੇ ਸ੍ਰੀ ਗੁਰੂ ਅਮਰਦਾਸ ਨਿਜ ਥਾਏ, ਕਹਿੰਦੇ ਉਸ ਵੇਲੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਸਥਾਨ ਤੇ ਬੜੀ ਬਾਪਿਕਾ ਭੋ ਬਨਵਾਏ, ਕਿੱਥੇ ਸਨ? ਜਿੱਥੇ ਬੌਲੀ ਸਾਹਿਬ ਜੀ ਦੀ ਖੁਦਾਈ ਚੱਲਦੀ ਪਈ ਸੀ, ਬੌਲੀ ਸਾਹਿਬ ਜੀ ਦੀ ਤਿਆਰੀ ਹੁੰਦੀ ਪਈ ਸੀ, ਉੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸੁਭਾਏਮਾਨ ਸਨ। ਬੈਠੇ ਆਪ ਜਾਏ ਕਰ ਤਹਾਂ, ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਪ ਜਾ ਕੇ ਬੌਲੀ ਸਾਹਿਬ ਦੇ ਕਿਨਾਰੇ ਤੇ ਬੈਠੇ ਦੀਵਾਨ ਲਗਾਇਆ ਹੋਇਆ ਸੀ। ਸ਼ਿਲਪੀਕਾਰ ਸਰਾਵਹਿ ਜਹਾਂ, ਬਹੁਤ ਸਾਰੇ ਕਾਰੀਗਰ ਜਿਹੜੇ ਲੱਗੇ ਹੋਏ ਸਨ ਬੌਲੀ ਸਾਹਿਬ ਨੂੰ ਤਿਆਰ ਕਰਨ ਲਈ। ਸ੍ਰੀ ਮੁਖ ਤੇ ਫਰਮਾਵਹਿ ਜਿਉਂ ਜਿਉਂ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖ ਤੋਂ ਕਾਰੀਗਰਾਂ ਨੂੰ ਦੱਸਦੇ ਸਨ ਭਈ ਇੱਥੋਂ ਐਉਂ ਕਰੋ, ਇੱਥੋਂ ਐਉਂ ਕਰੋ, ਕਹਿ ਕਹਿ ਕੇ ਬੌਲੀ ਬਣਵਾ ਰਹੇ ਸਨ ਮਹਾਰਾਜ ਜੀ। ਵਿਉਂਤ ਬਣਾਵੈ ਸ਼ਿਲਪੀ ਤਿਉਂ ਤਿਉਂ, ਜਿਵੇਂ ਜਿਵੇਂ ਮਹਾਰਾਜ ਹੁਕਮ ਕਰੀ ਜਾਂਦੇ ਸਨ ਤਿਵੇਂ ਤਿਵੇਂ ਵਿਉਂਤ ਨਾਲ ਕਾਰੀਗਰ ਬੌਲੀ ਸਾਹਿਬ ਜੀ ਦੀ ਖੁਦਾਈ ਕਰੀ ਜਾਂਦੇ ਸਨ। ਅਨੇਕ ਯਤਨ ਕੋ ਕਰਤੇ ਐ, ਕਹਿੰਦੇ ਬਹੁਤ ਯਤਨ ਕਰਦੇ ਪਏ ਸਨ ਮਹਾਰਾਜ ਛੇਤੀ ਬੌਲੀ ਸਾਹਿਬ ਤਿਆਰ ਹੋ ਜਾਵੇ। ਮਰਜ ਸੈਂਕੜੇ ਨਿਸ ਦਿਨ ਰਹਿ, ਸੈਂਕੜਿਆਂ ਦੀ ਗਿਣਤੀ ਵਿੱਚ ਉੱਥੇ ਲੱਗੇ ਹੋਏ ਸਨ ਸੇਵਾ ਵਿੱਚ ਲੋਕ। ਕੋਈ ਰਹਿਤ ਭੀਰ ਚਫੇਰੇ, ਬਹੁਤ ਭੀੜ ਮਹਾਰਾਜ ਜੀ ਦੇ ਚਾਰ ਚਫੇਰੇ ਸੀ। ਕਨੇ ਮਿਹਨਤੀ ਸਿੱਖ ਕਨੇਰੇ, ਬਹੁਤ ਸਾਰੇ ਕਾਰੀਗਰ, ਬਹੁਤ ਸਾਰੇ ਮਿਹਨਤੀ ਮਜ਼ਦੂਰ ਲੱਗੇ ਹੋਏ ਸਨ। ਅਨੇਕ ਦੇਸ਼ ਤੇ ਸੰਗਤ ਆਵੈ, ਤੇ ਹੋਰ ਸੇਵਾ ਕਰਨ ਵਾਸਤੇ ਕਈਆਂ ਦੇਸ਼ਾਂ ਵਿੱਚੋਂ ਸੰਗਤ ਆਉਂਦੀ ਸੀ ਜੀ। ਦਰਸ਼ਨ ਦਸ ਕਾਮਨਾ ਪਾਵੈ, ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਬੌਲੀ ਸਾਹਿਬ ਦੀ ਸੇਵਾ 'ਚ ਹਿੱਸਾ ਪਾਉਂਦੇ ਨੇ, ਮਨੋਕਾਮਨਾ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਹਨ। ਜਿਵੇਂ ਮਾਈ ਸੇਵਾ ਜੀ ਦਾ ਬਾਜ਼ਾਰ ਹੈ ਨਾ ਜੀ ਅੰਮ੍ਰਿਤਸਰ, ਉਹ ਮਾਈ ਸੇਵਾ ਵੀ ਬੌਲੀ ਸਾਹਿਬ ਜੀ ਦੀ ਸੇਵਾ ਕਰਨ ਵਾਸਤੇ ਹੀ ਆਉਂਦੀ ਰਹੀ ਸੀ। ਗੋਇੰਦਵਾਲ ਸਾਹਿਬ ਗੁਰੂ ਸਾਹਿਬ ਜੀ ਤੋਂ ਵਰੋਸਾਈ ਗਈ, ਉਹਦੇ ਨਾਂ ਤੇ ਬਾਜ਼ਾਰ ਬਣਿਆ ਹੋਇਆ ਅੰਮ੍ਰਿਤਸਰ ਵਿਖੇ। ਇਸ ਦਿਨ ਭੋਰ ਹੋਤ ਜਬ ਆਏ, ਕਹਿੰਦੇ ਉਹ ਜਿਹੜਾ ਦਿਨ ਜਿੱਦਣ ਇਹ ਆਏ ਸਨ ਤੇ ਇਹਨਾਂ ਨੇ ਮੱਥਾ ਟੇਕਣਾ ਸੀ ਅਕਬਰ ਦੇ ਬੰਦਿਆਂ ਨੇ ਮਹਾਰਾਜ ਜੀ ਨੂੰ, ਉਹ ਅੰਮ੍ਰਿਤ ਵੇਲੇ ਦਾ ਦੀਵਾਨ ਬੌਲੀ ਸਾਹਿਬ ਦੇ ਕਿਨਾਰੇ ਤੇ ਲੱਗਾ ਹੋਇਆ ਸੀ। ਬੈਠੇ ਗੁਰਮਤਿ ਆਨੰਦ ਵਿਛਾਏ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਸਨ ਉੱਪਰ ਬੈਠੇ ਹੋਏ ਸਨ। ਦੇਸ਼ ਦੇਸ਼ ਤੇ ਸਿੱਖ ਚਲ ਆਏ, ਦੇਸਾਂ ਪ੍ਰਦੇਸਾਂ ਵਿੱਚੋਂ ਸਿੱਖ ਸੰਗਤਾਂ ਚੱਲ ਕੇ ਆਈਆਂ ਹੋਈਆਂ ਸਨ। ਰਹਿ ਉਪਾਇਨ ਸੀਸ ਨਵਾਏ, ਸਾਰੀਆਂ ਸਿੱਖ ਸੰਗਤਾਂ ਆਣ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਰੱਖ ਕੇ ਸੀਸ ਨਵਾਉਂਦੇ ਪਏ ਸਨ। ਬੈਠੇ ਸ਼ਬਦ ਗਾਵਨੋ ਹੋਤ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਬਾਬੀ ਸਿੰਘ ਜੀ ਕੀਰਤਨ ਕਰਦੇ ਪਏ ਸਨ। ਗੁਰਸਿੱਖੀ ਕੋ ਕਰਤ ਉਦੋਤ, ਗੁਰਸਿੱਖੀ ਦਾ ਮਹਾਰਾਜ ਸੱਚੇ ਪਾਤਸ਼ਾਹ ਪ੍ਰਚਾਰ ਤੇ ਪ੍ਰਸਾਰ ਕਰਦੇ ਪਏ ਸਨ ਜੀ। ਇਤਨੇ ਮੈਂ ਅਕਬਰ ਕੇ ਮਾਨਵ, ਕਹਿੰਦੇ ਇੰਨੇ ਚਿਰ ਨੂੰ ਉਹ ਜਿਹੜੇ ਅਕਬਰ ਦੇ ਭੇਜੇ ਹੋਏ ਬੰਦੇ ਸੀ ਨਾ, ਇੱਕ ਉਹ ਗੁਰਮੁਖ ਪਿਆਰਾ ਗੁਰਸਿੱਖ ਤੇ ਇੱਕ ਉਹਦਾ ਆਪਣਾ ਭੇਜਿਆ ਹੋਇਆ ਜਿਹੜਾ ਮੁੰਸ਼ੀ ਮਨੀਮ ਸਿਆਣਾ ਬੰਦਾ ਸੀ, ਉਹ ਵੀ ਆ ਗਏ ਜੀ। ਆਏ ਸੰਗੋ ਪਾਇਨ ਠਾਨਵ, ਬਹੁਤ ਸਾਰੀਆਂ ਭੇਟਾਵਾਂ ਨਾਲ ਲਿਆ ਕੇ, ਜਿਹੜੇ ਨਾਲ ਉਹ ਕੁਝ ਊਠਣੀਆਂ ਵਾਲੇ ਬੰਦੇ ਭੇਜੇ ਸਨ ਅਸਵਾਰ, ਉਹਨਾਂ ਨੂੰ ਭੇਟਾ ਚਕਵਾ ਕੇ ਉਹ ਵੀ ਆ ਗਏ ਮਹਾਰਾਜ ਦੇ ਹਜ਼ੂਰ। ਹੱਥ ਜੋੜ ਧਰ ਦੀਨ ਆਗਾਰੀ, ਕਹਿੰਦੇ ਹੱਥ ਜੋੜ ਕੇ ਉਹ ਸਾਰੀ ਭੇਟਾ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ 'ਚ ਰੱਖ ਦਿੱਤੀ। ਹੋਏ ਦੀਨ ਮਨ ਬੰਧਨ ਧਾਰੀ, ਬਹੁਤ ਦੀਨ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਗੁਰ ਪੁੱਛੇ ਤੁਮ ਕਿਤ ਤੇ ਆਏ, ਜਦੋਂ ਇੰਨੀ ਸਾਰੀ ਭੇਟਾ ਉਹਨਾਂ ਲਿਆ ਕੇ ਰੱਖੀ ਤੇ ਤੀਸਰੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਉਹਨਾਂ ਨੂੰ ਪੁੱਛਿਆ, ਭਾਈ ਕਿੱਥੋਂ ਆਏ ਜੇ ਤੁਸੀਂ? ਭੇਟ ਮੋਲ ਬੋ ਵਸਤੂ ਲਿਆਏ, ਆਖਿਆ ਇੰਨੀ ਕੀਮਤੀ ਭੇਟਾ, ਇੰਨੇ ਕੀਮਤੀ ਬਸਤਰ ਤੁਸੀਂ ਲੈ ਕੇ ਆਏ ਹੋ। ਕੋ ਕਾਰਜ ਗੁਰ ਪਰਿਓ ਤੁਮਾਰੋ, ਭਾਈ ਗੁਰੂ ਸਾਹਿਬ ਜੀ ਨੇ, ਗੁਰੂ ਘਰ ਤੋਂ ਤੁਹਾਡਾ ਕਿਹੜਾ ਕੰਮ ਪੂਰਾ ਹੋਇਆ ਜਿਹੜੀ ਤੁਸੀਂ ਇੰਨੀ ਕੀਮਤੀ ਭੇਟਾ ਲੈ ਕੇ ਆਏ ਹੋ? ਕਹਿ ਜਾਚਨ ਕੋ ਚੈਤ ਉਦਾਰੋ, ਭਾਈ ਤੁਹਾਡਾ ਕੋਈ ਕੰਮ ਪੂਰਾ ਹੋਇਆ ਕਿ ਜਾਂ ਕੁਝ ਮੰਗਣ ਆਏ ਜੇ ਗੁਰੂ ਘਰੋਂ ਕਿਸੇ ਕੰਮ ਵਾਸਤੇ ਆਏ ਹੋ ਇੰਨੀ ਭੇਟਾ ਲੈ ਕੇ? ਸੁਣ ਕੇ ਨਵੀਂ ਸਿੰਧ ਕਰ ਜੋਰੇ, ਮਹਾਰਾਜ ਜੀ ਦਾ ਪਵਿੱਤਰ ਬਚਨ ਸੁਣ ਕੇ ਉਹ ਜਿਹੜਾ ਸਿਆਣਾ ਮਨੁੱਖ ਅਕਬਰ ਦਾ ਭੇਜਿਆ ਹੋਇਆ ਆਇਆ ਸੀ, ਉਹ ਮੁਨਸ਼ੀ, ਉਹਨੇ ਹੱਥ ਜੋੜ ਕੇ ਆਖਿਆ ਜੀ, ਸੈਨ ਸਾਹ ਤੁਮ ਚਰਨ ਨੇ ਹੋਰੇ, ਆਖਿਆ ਸੱਚੇ ਪਾਤਸ਼ਾਹ ਜੀ ਸ਼ਹਿਨशाह ਅਕਬਰ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਣਾ ਭੇਜਿਆ ਹੈ। ਰਾਵਰ ਨਿਕਲ ਪਠਾਵਨ ਕੀਨੇ, ਮਹਾਰਾਜ ਸਾਨੂੰ ਸ਼ਹਿਨशाह ਅਕਬਰ ਨੇ ਭੇਜਿਆ ਆਪ ਜੀ ਦੇ ਕੋਲੇ, ਜਸ ਤੁਮਰੋ ਸ਼ਰਵਨਨ ਸੁਨ ਲੀਨੇ, ਕਿਉਂਕਿ ਆਪ ਜੀ ਦਾ ਜਸ, ਤੁਹਾਡੀ ਵਡਿਆਈ ਸੁਣੀ ਸੀ ਅਕਬਰ ਨੇ ਆਪਣੇ ਕੰਨਾਂ ਨਾਲ। ਪਟੀ ਉਪਾਇਨ ਸਰਦਾ ਧਰ ਕੇ, ਇਹ ਜਿਹੜੀ ਸਾਰੀ ਭੇਟਾ ਇਹ ਅਕਬਰ ਬਾਦਸ਼ਾਹ ਵੱਲੋਂ ਭੇਜੀ ਗਈ ਆ, ਬਹੁਤ ਸ਼ਰਧਾ ਨਾਲ ਭੇਜਿਆ ਉਹਨੇ ਸਾਰਾ ਕੁਝ ਮਹਾਰਾਜ ਜੀ। ਬਾਰ ਬਾਰ ਬੋਬੇ ਨੇ ਉਚਰ ਕੇ, ਤੇ ਵਾਰ-ਵਾਰ ਮੱਥਾ ਟੇਕਦਾ ਸੀ, ਵਾਰ-ਵਾਰ ਬੇਨਤੀਆਂ ਕਰਦਾ ਸੀ। ਸਭ ਪੀਰਨ ਤੇ ਹੋਏ ਨਿਰਾਸੇ, ਕਿਉਂਕਿ ਸਭ ਪੀਰਾਂ ਫਕੀਰਾਂ ਨੂੰ ਪਹਿਲਾਂ ਉਹਨੇ ਮਨਾ ਲਿਆ ਤੇ ਨਿਰਾਸ਼ ਹੋ ਗਿਆ, ਕਿਉਂਕਿ ਕਿਸੇ ਪੀਰ ਫਕੀਰ ਦੀ ਮਨੌਤ ਕੀਤਿਆਂ ਉਹਦੀ ਮਨਸ਼ਾ ਪੂਰੀ ਨਹੀਂ ਹੋਈ। ਪਠਿਓ ਹਮੈ ਕੋ ਰਾਵਰ ਪਾਸੇ, ਇਸ ਕਰਕੇ ਸੱਚੇ ਪਾਤਸ਼ਾਹ ਜੀ ਸਾਨੂੰ ਤੁਹਾਡੇ ਕੋਲੇ ਭੇਜਿਆ ਹੈ ਉਸਨੇ। ਕੀਰਤ ਸ਼੍ਰੀ ਨਾਨਕ ਕੀ ਸੁਣ ਕੇ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਸੁਣੀ, ਉਹਨਾਂ ਦੀ ਵਡਿਆਈ ਸੁਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ। ਗੁਰੂ ਅੰਗਦ ਕੀ ਗੁਰਤਾ ਗੁਣ ਕੇ, ਫਿਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣੀ ਅਕਬਰ ਨੇ। ਰਾਵਰ ਕੀ ਮਹਿਮਾ ਬਹੁਮਾਨ, ਫਿਰ ਇਸ ਸਿੱਖ ਨੇ ਤੁਹਾਡੀ ਮਹਿਮਾ ਸੁਣਾਈ ਜਦੋਂ ਅਕਬਰ ਬਾਦਸ਼ਾਹ ਨੂੰ। ਪਠਿਓ ਹਮੈ ਅਕਬਰ ਸੁਲਤਾਨ, ਉਹ ਤਾਂ ਕਰਕੇ ਅਕਬਰ ਬਾਦਸ਼ਾਹ ਨੇ ਤੁਹਾਡੇ ਵੱਲੇ ਸਾਨੂੰ ਭੇਜਿਆ ਜੀ। ਕੀਨਸ ਦਿੱਲੀ ਤੇ ਪ੍ਰਸਥਾਨ, ਮਹਾਰਾਜ ਨੇ ਆਖਿਆ ਗੱਲ ਕੀ ਹੈ?
ਕਹਿਣ ਲੱਗੇ ਜੀ ਦਿੱਲੀ ਤੋਂ ਚੜ੍ਹਾਈ ਕੀਤੀ ਅਕਬਰ ਬਾਦਸ਼ਾਹ ਨੇ ਫੌਜ ਲੈ ਕੇ, ਬਿਗੜ ਪਰੇ ਰਜਪੂਤ ਮਹਾਨ, ਕਿਉਂਕਿ 2 ਰਾਜਪੂਤ ਰਾਜੇ ਵਿਗੜ ਗਏ ਸਨ ਅਕਬਰ ਦੇ ਨਾਲ। ਤਾਂ ਜੰਗ ਐਸੋ ਕਛ ਹੋਵਾ, ਕਹਿੰਦੇ ਉਹਦੇ ਤੇ ਚੜ੍ਹਾਈ ਕੀਤੀ ਅਕਬਰ ਨੇ ਫੌਜ ਲੈ ਕੇ, ਬੜਾ ਕਮਸਾਨ ਦਾ ਜੰਗ ਹੋਇਆ। ਗਨ ਸੁੱਟਣ ਕੋ ਰਣਥਰ ਸੋਵਾ, ਕਹਿੰਦੇ ਪਤਾ ਨਹੀਂ ਕਿੰਨੇ ਸੂਰਮੇ ਲੜਾਈ ਦੇ ਮੈਦਾਨ ਵਿੱਚ ਸਦਾ ਦੀ ਨੀਂਦ ਸੌਂ ਗਏ ਹਨ। ਤੋਪਾਂ ਬੋ ਬਰਖ ਚਲਵਾਈ, ਬਹੁਤ ਤੋਪਾਂ ਚੱਲੀਆਂ, ਬਹੁਤ ਤੋਪਾਂ ਦੇ ਗੋਲੇ ਭਰਾਏ ਗਏ, ਪਰ ਜਿੱਤ ਨਹੀਂ ਹੋਈ ਬਾਦਸ਼ਾਹ ਜੀ ਦੀ। ਧੂਮ ਧਾਰ ਨਭ ਮੈਂ ਬੋਸ਼ਾਈ, ਕਹਿੰਦੇ ਧੂਆਂ ਛਾਇਆ ਹੋਇਆ ਸੀ, ਗਰਦ ਛਾਈ ਹੋਈ ਸੀ ਅਸਮਾਨ ਵਿੱਚ, ਇੰਨੇ ਗੋਲੇ ਚੱਲੇ, ਇੰਨੀਆਂ ਗੋਲੀਆਂ ਚੱਲੀਆਂ, ਪਰ ਬਾਦਸ਼ਾਹ ਦੀ ਜਿੱਤ ਨਹੀਂ ਹੋਈ। ਅਨੇਕ ਸੁਰੰਗਾ ਖੁਦ ਉਡਾਈ, ਕਹਿੰਦੇ ਬਹੁਤ ਸਾਰੀਆਂ ਸੁਰੰਗਾਂ ਜਿਹੜੀਆਂ ਸਨ ਬਰੂਦ ਰੱਖ ਰੱਖ ਕੇ ਉਡਾ ਦਿੱਤੀਆਂ ਹਨ। ਲੱਖੋਂ ਜਵਾਲਾ ਬਵਨ ਉਛਟਾਈ, ਲੱਖਾਂ ਦੀ ਗਿਣਤੀ ਵਿੱਚ ਬੰਦੂਕਾਂ ਤੋਂ ਗੋਲੀਆਂ ਚੱਲੀਆਂ, ਨਿਕਸੈ ਵੈਰ ਦੁਰਗ ਤੇ ਰਾਜੇ, ਪਰ ਕਹਿੰਦੇ ਇੰਨੀ ਸੂਰਮਗਤੀ ਨਾਲ ਕਿਲੇ ਚੋਂ ਨਿਕਲ ਕੇ ਉਹ ਦੋਵੇਂ ਭਰਾ ਲੜਦੇ ਸਨ ਫੌਜ ਨਾਲ ਲੈ ਕੇ। ਵਜਾ ਜੁਝਾਊ ਦੂਰ ਦਿਸ ਬਾਜੇ, ਕਹਿੰਦੇ ਦੂਰ ਦੂਰ ਤੱਕ ਜਿਹੜੇ ਜੁਝਾਰੂ ਵਾਜੇ ਨਗਾਰੇ ਵੱਜਦੇ ਸਨ, ਇੰਨੀ ਸੂਰਮਗਤੀ ਨਾਲ ਉਹਨਾਂ ਦੋਨਾਂ ਭਰਾਵਾਂ ਨੇ ਜੰਗ ਕੀਤੀ, ਪੈਰ ਨਹੀਂ ਲੱਗਣ ਦਿੱਤੇ ਅਕਬਰ ਦੇ ਉਹਨੇ। ਜੋਧਾ ਫਿਰੈ ਪਰਸਪਰ ਕਨੇ, ਕਹਿੰਦੇ ਦੋਨਾਂ ਪਾਸਿਆਂ ਦੇ ਯੋਧੇ, ਬਹੁਤ ਕਮਸਾਨ ਦਾ ਭੇੜ ਪਿਆ ਦੋਨਾਂ ਵਿੱਚ। ਲੜੈ ਮਰੈ ਗਿਰ ਸਰੂਣਤ ਸਨੇ, ਕਹਿੰਦੇ ਨੇ ਲੜਦੇ ਨੇ, ਮਰਦੇ ਨੇ, ਖੂਨੋ ਖੂਨੀ ਹੋ ਕੇ ਧਰਤੀ ਤੇ ਡਿੱਗਦੇ ਹਨ। ਇਸ ਵਿਦ ਮਚੈ ਘੋਰ ਸੰਗਰਾਮੂ, ਬਹੁਤ ਜ਼ਿਆਦਾ ਘੋਰ ਸੰਗਰਾਮ ਮਚਿਆ ਹੋਇਆ ਹੈ। ਲੱਖੋਂ ਨਰ ਪਹੁੰਚਿਆ ਜਮ ਧਾਮ, ਲੱਖਾਂ ਦੀ ਗਿਣਤੀ 'ਚ ਜਮ ਦੇ ਘਰ ਨੂੰ ਚਲ ਗਏ ਦੋਨਾਂ ਪਾਸਿਆਂ ਦੇ ਲੋਕ। ਅਨਕੁ ਪਾਓ ਸਾ ਕਰ ਰਹੇ ਹੋ, ਬਹੁਤ ਉਪਾਅ ਕੀਤਾ ਅਕਬਰ ਨੇ ਕਿਲੇ ਨੂੰ ਫਤਿਹ ਕਰਨ ਵਾਸਤੇ, ਗੜ ਚਤੋਰ ਕੋ ਕਯੋ ਨ ਲਹਿਓ, ਪਰ ਇਹ ਚਤੌੜ ਦਾ ਕਿਲਾ ਜਿੱਤਿਆ ਨਹੀਂ ਗਿਆ, ਫਤਿਹ ਨਹੀਂ ਹੋਈ ਅਕਬਰ ਦੀ। ਸਭ ਪੀਰਨ ਕੇ ਬਾਗ ਸਿਮਰ ਕੈ, ਕਹਿੰਦੇ ਸਭ ਪੀਰਾਂ ਦੇ ਬਚਨ ਚੇਤੇ ਕੀਤੇ ਹਨ, ਰਹਿਓ ਸ਼ਾਹੋ ਚਰਜ ਉਰ ਧਰ ਕੈ, ਪਰ ਹੈਰਾਨ ਹੋ ਗਿਆ ਅਕਬਰ ਬਾਦਸ਼ਾਹ ਵੀ ਕੋਈ ਪੀਰ ਫਕੀਰ ਇਸ ਵੇਲੇ ਬਾਹ ਨਹੀਂ ਫੜਦਾ ਪਿਆ, ਕੋਈ ਫਤਿਹ ਨਹੀਂ ਹੁੰਦੀ ਪਈ। ਕਾਰਜ ਸਰਿਓ ਨ ਜਬ ਕਿਸ ਭਾਂਤ, ਜਦੋਂ ਕਿਸੇ ਕੋਲੋਂ ਵੀ ਕਾਰਜ ਸਫਲਾ ਨਹੀਂ ਹੋਇਆ ਤਾਂ ਸੁਨ ਤੁਮਰੀ ਕੀਰਤ ਵਿਦਾਤ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕੀਰਤੀ ਐਸ ਗੁਰਮੁਖ ਤੋਂ ਸੁਣੀ ਅਕਬਰ ਬਾਦਸ਼ਾਹ ਨੇ। ਬਚਨ ਆਪ ਕੇ ਸੁਨ ਕੇ ਕਾਰਨ, ਜਦੋਂ ਤੁਹਾਡੇ ਬਚਨ ਸੁਣੇ, ਤੁਹਾਡੀ ਵਡਿਆਈ, ਤੁਹਾਡੀ ਸਮਰੱਥਾ ਦੀ ਬਾਬਤ ਪਤਾ ਲੱਗਾ ਤਾਂ ਬਠਿਓ ਤਾਇਲ ਕਾਜ ਸੁਧਾਰਨ, ਮਹਾਰਾਜ ਤਾਂ ਕਰਕੇ ਆਪਣੇ ਕਾਰਜ ਦੀ ਸਫਲਤਾ ਵਾਸਤੇ ਅਕਬਰ ਬਾਦਸ਼ਾਹ ਨੇ ਸਾਨੂੰ ਭੇਜਿਆ। ਇਹ ਸਾਰੀ ਭੇਟਾ ਉਹਨੇ ਭੇਜੀ ਹੈ, ਉਹਨੇ ਬੇਨਤੀ ਭੇਜੀ ਹੈ, ਉਹਨੇ ਮੱਥਾ ਟੇਕਿਆ ਜੀ। ਹਮਰਾਵਰ ਕੀ ਸਰਨੀ ਪਰੇ, ਅਸੀਂ ਆਣ ਕੇ ਆਪ ਜੀ ਦੀ ਸ਼ਰਨ ਵਿੱਚ ਤਾਂ ਪਏ ਹਾਂ। ਪੂਰੋ ਪੈਜ ਤਾਂ ਜਮ ਕਰੇ, ਮਹਾਰਾਜ ਪੈਜ ਰੱਖੋ ਜੀ, ਹੁਣ ਪੈਜ ਰੱਖੋ ਸ਼ਰਨ ਵਿੱਚ ਆਇਆਂ ਦੀ। ਸ੍ਰੀ ਨਾਨਕ ਸੋ ਵੱਡੋ ਹਮਾਰੋ, ਕਿਉਂਕਿ ਅਕਬਰ ਨੇ ਆਖਿਆ ਸੀ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਵੱਡਿਆਂ ਤੇ ਬਾਬਰ ਉੱਪਰ ਕਿਰਪਾ ਕੀਤੀ ਸੀ। ਮਿਲ ਕਰ ਪਾਇਓ ਰਾਜ ਉਦਾਰੋ, ਇਹ ਜਿਹੜਾ ਬਾਬਰ ਨੂੰ ਰਾਜ ਭਾਗ ਮਿਲਿਆ ਤੇ ਜਿਸ ਸਿੰਘਾਸਨ ਤੇ ਅਸੀਂ ਬੈਠੇ ਆ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸਾਡੇ ਵੱਡਿਆਂ ਤੇ ਕਿਰਪਾ ਹੋਈ। ਜਾਂ ਤੇ ਹਮ ਤਿਨਹੀ ਕੇ ਅਹ, ਇਸ ਕਰਕੇ ਮਹਾਰਾਜ ਸਾਨੂੰ ਆਪਣੇ ਹੀ ਸਮਝੋ ਤੁਸੀਂ। ਹਮਰੀ ਸ਼ਰਮ ਆਪ ਹੀ ਲੈ, ਮਹਾਰਾਜ ਸਾਡੀ ਸ਼ਰਨ ਵਿੱਚ ਆਇਆਂ ਦੀ ਸ਼ਰਮ ਹੁਣ ਤੁਹਾਨੂੰ ਹੀ ਹੈ, ਤੁਸੀਂ ਲਾਜ ਰੱਖੋ, ਅਸੀਂ ਆ ਗਏ ਤੁਹਾਡੀ ਸ਼ਰਨ ਵਿੱਚ। ਰਾਵਰ ਕੀ ਮੈਂ ਸੁਣੀ ਵਡਾਈ, ਬਹੁਤ ਵਡਿਆਈ ਆਪ ਜੀ ਦੀ ਸੁਣੀਏ। ਅਕਬਰ ਵੱਲੋਂ ਬੇਨਤੀਆਂ ਕਰ ਰਹੇ ਨੇ ਉਹ ਬੰਦੇ ਵੀ ਏਦਾਂ ਅਕਬਰ ਨੇ ਆਖਿਆ ਮਹਾਰਾਜ ਜੀ। ਪਰੈ ਸ਼ਰਨ ਤਜ ਆਸ ਪਰਾਈ, ਮਹਾਰਾਜ ਸਭ ਆਸਾਂ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਪਏ ਆ ਤੇ ਅਸੀਂ ਸੁਣਿਆ ਕਿ ਸ਼ਰਨ ਵਿੱਚ ਆਏ ਦੀ ਲਾਜ ਆਪ ਜੀ ਜ਼ਰੂਰ ਰੱਖਦੇ, ਹੁਣ ਕਿਰਪਾ ਕਰੋ ਜੀ। ਜਿਸ ਕੇ ਸਦਾ ਸਹਾਈ ਹੋਤ, ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਦੇ ਤੁਸੀਂ ਸਦਾ ਹੀ ਸਹਾਈ ਹੁੰਦੇ ਹੋ। ਚਿੰਤਾ ਸਕਰੀ ਸੰਕਟ ਖੋਟ, ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਦੀ ਸਾਰੀ ਚਿੰਤਾ ਤੁਸੀਂ ਖਤਮ ਕਰ ਦਿੰਦੇ ਜੇ, ਉਹਦਾ ਸਾਰਾ ਸੰਕਟ ਤੁਸੀਂ ਦੂਰ ਕਰ ਦਿੰਦੇ ਹੋ। ਕਿਰਪਾ ਕਰਕੇ ਸਾਡਾ ਵੀ ਇਹ ਕਾਰਜ ਕਰੋ ਜੀ। ਸ੍ਰੀ ਗੁਰੂ ਅਮਰਦਾਸ ਸੁਨ ਬੈਨ, ਕਹਿੰਦੇ ਜਦੋਂ ਉਹਨਾਂ ਦੀ ਸਾਰੀ ਬੇਨਤੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੁਣ ਲਈ ਤਾਂ ਬਿਰਧ ਬੈਸ ਜਿਨ ਆਇਤ ਨੈਣ, ਕਹਿੰਦੇ ਬਿਰਧ ਅਵਸਥਾ ਸੀ ਗੁਰੂ ਅਮਰਦਾਸ ਸਾਹਿਬ ਜੀ ਦੀ ਤੇ ਨੇਤਰ ਕਿਰਪਾ ਨਾਲ ਭਰੇ ਹੋਏ ਸਨ। ਸਤ ਬਰਖਨ ਲੋ ਪਹੁੰਚੇ ਜਾਏ, ਕਹਿੰਦੇ ਨੇ 100 ਸਾਲ ਦੀ ਉਮਰ ਸੀ ਉਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਬੇਸਦ ਦੀ। ਸਮਸਬਰ ਬਦਨ ਸੁਹਾਏ, ਬਹੁਤ ਸੁੰਦਰ ਚਿੱਟਾ ਦਾੜਾ, ਸੱਚੇ ਪਾਤਸ਼ਾਹ ਦਾ ਪਵਿੱਤਰ ਮੁਖ, ਮਹਾਰਾਜ ਜੀ ਦੇ ਨੇਤਰ ਕਿਰਪਾ ਨਾਲ ਭਰੇ ਹੋਏ, ਤੇਜ ਪ੍ਰਤਾਪੀ ਮੱਥਾ ਸੱਚੇ ਪਾਤਸ਼ਾਹ ਜੀ ਦਾ। ਤਨ ਪ੍ਰਮਾਨ ਲਗ ਜਿਨ ਕੋ ਅਹ, ਕਹਿੰਦੇ ਆਮ ਸਧਾਰਨ ਕੱਦ ਕਾਠ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ। 100 ਸਾਲ ਦੇ ਨੇੜੇ ਉਮਰ ਹੈ, ਚਿੱਟਾ ਦਾੜਾ, ਮਹਾਰਾਜ ਜੀ ਦਾ ਤੇਜ ਪ੍ਰਤਾਪ ਚਿਹਰੇ ਦਾ ਬਹੁਤ ਹੈ ਜੀ। ਤਬ ਵੀ ਤਾਪੋ ਤਾਪਤ ਅਤ ਰਹਿ, ਕਹਿੰਦੇ ਤਾਂ ਵੀ ਮਹਾਰਾਜ ਇੰਨਾ ਤਪ ਕਰਦੇ, ਇੰਨੀ ਤਪੱਸਿਆ ਕਰਦੇ, 100 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਮਹਾਰਾਜ ਆਪ ਜਪਦੇ ਤੇ ਦੂਸਰਿਆਂ ਨੂੰ ਜਪਣ ਦਾ ਉਪਦੇਸ਼ ਦਿੰਦੇ। ਹੁਣ ਵੀ ਆਪਾਂ ਦਰਸ਼ਨ ਕਰਨ ਜਾਈਏ ਤੇ ਚਵਾਰਾ ਸਾਹਿਬ ਜਦੋਂ ਆਪਾਂ ਜਾਂਦੇ ਸਾਧ ਸੰਗਤ ਜੀ, ਉੱਥੇ ਉਹ ਕਿੱਲੀ ਹੱਲੇ ਵੀ ਸਾਂਭ ਕੇ ਰੱਖੀ ਹੋਈ ਹੈ, ਜਿਸ ਕਿੱਲੀ ਨੂੰ ਫੜ ਕੇ ਬਿਰਧ ਅਵਸਥਾ ਹੋਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੀ ਕਿੰਨੀ ਦੇਰ ਖੜੇ ਰਹਿੰਦੇ ਸਨ, ਜਾਪ ਕਰਦੇ ਰਹਿੰਦੇ ਸਨ ਜੀ। ਪੁਰਸ਼ੋਤਮ ਸਭ ਸੁਖ ਪਰ ਹਰ ਕੈ, ਕਹਿੰਦੇ ਨੇ ਅਸਲ ਵਿੱਚ ਇਹ ਮਹਾਰਾਜ ਦੀ ਬੈਠ ਕੇ ਸੁਖ ਲੈਣ ਵਾਲੀ ਉਮਰ ਸੀ, ਪਰ ਫਿਰ ਵੀ ਸੱਚੇ ਪਾਤਸ਼ਾਹ ਕਿਉਂ ਤਪੱਸਿਆ ਕਰਦੇ? ਜ਼ਰੂਰਤ ਨਹੀਂ ਮਹਾਰਾਜ ਨੂੰ, ਉਹ ਤਾਂ ਤਿੰਨਾਂ ਲੋਕਾਂ ਦੇ ਮਾਲਕ ਨੇ, ਪਰ ਜੇ ਆਪ ਤਪੱਸਿਆ ਕਰਨਗੇ ਤੇ ਦੂਸਰਿਆਂ ਨੂੰ ਸਾਧ ਸੰਗਤ ਜੀ ਉਪਦੇਸ਼ ਦੇਣਗੇ।
ਜੇ ਗੁਰੂ ਸਾਹਿਬ ਜੀ ਨੇ ਕੋਈ ਵੀ ਕਾਰਜ ਮਹਾਰਾਜ ਨੇ ਐਸਾ ਨਹੀਂ ਕੀਤਾ ਜਿਹੜਾ ਆਪ ਨਹੀਂ ਕੀਤਾ ਤੇ ਸਿੱਖਾਂ ਨੂੰ ਕਰਨ ਲਈ ਆਖਿਆ ਹੋਵੇ। ਮਹਾਰਾਜ ਨੇ ਪਹਿਲਾਂ ਸੇਵਾ ਕੀਤੀ ਤੇ ਫਿਰ ਆਖਿਆ ਗੁਰਮੁਖੋ ਸੇਵਾ ਕਰਿਆ ਕਰੋ, ਤੁਹਾਡਾ ਭਲਾ ਹੋਵੇਗਾ। ਗੁਰੂ ਸਾਹਿਬ ਜੀ ਨੇ ਆਪ ਸਿਮਰਨ ਕੀਤਾ ਤੇ ਆਖਿਆ ਸਿਮਰਨ ਕਰਿਆ ਕਰੋ। ਆਪ ਤਪੱਸਿਆ ਕੀਤੀ, ਘਾਲਣਾ ਘਾਲੀ ਤੇ ਆਖਿਆ ਗੁਰਮੁਖੋ ਤੁਸੀਂ ਵੀ ਘਾਲਣਾ ਘਾਲਿਆ ਕਰੋ। ਆਪ ਕੁਰਬਾਨੀ ਦਿੱਤੀ, ਸ਼ਹੀਦੀ ਦਿੱਤੀ ਤੇ ਫਿਰ ਆਖਿਆ ਗੁਰਮੁਖੋ ਪੰਥ ਵਾਸਤੇ ਸ਼ਹੀਦੀ ਦੇਣੀ ਪੈਂਦੀ ਹੁੰਦੀ ਹੈ। ਸਾਰੇ ਕਾਰਜ ਪਹਿਲਾਂ ਆਪ ਕੀਤੇ ਨੇ, ਫਿਰ ਮਹਾਰਾਜ ਜੀ ਨੇ ਅੱਗੇ ਸੰਗਤ ਨੂੰ ਉਪਦੇਸ਼ ਦਿੱਤਾ। ਇਸ ਕਰਕੇ ਤੀਸਰੇ ਪਾਤਸ਼ਾਹ ਜੀ 100 ਸਾਲ ਦੀ ਉਮਰ ਦੇ ਨੇੜੇ ਜਾ ਕੇ ਵੀ ਆਪ ਤਪੱਸਿਆ ਕਰਦੇ, ਆਪ ਬੰਦਗੀ ਕਰਦੇ, ਆਪ ਜਪਦੇ ਨੇ। ਕਿਉਂ? ਕਿਉਂਕਿ ਆਪ ਜਪਣਗੇ ਤੇ ਦੂਜੇ ਨੂੰ ਕਹਿਣਗੇ ਭਾਈ ਤੁਸੀਂ ਵੀ ਜਪੋ। ਉਹਨਾਂ ਨੂੰ ਜਪਦਿਆਂ ਨੂੰ ਦੇਖਣਗੇ ਦੂਸਰੇ ਲੋਕ ਤੇ ਤਾਂ ਹੀ ਜਪਣਗੇ, ਨਹੀਂ ਤੇ ਇਹ ਕਾਰਜ ਭਾਵੇਂ ਵੇਖਣ ਨੂੰ ਬਹੁਤ ਸੌਖਾ ਪਰ ਫਿਰ ਵੀ ਸਾਧ ਸੰਗਤ ਜੀ ਆਖਣ ਔਖਾ ਸਾਚਾ ਨਾਮ। ਕਹਿੰਦੇ ਨਾਮ ਜਪਣ ਦਾ ਕੰਮ ਹੈ ਸੌਖਾ, ਲੇਕਿਨ ਇੰਨਾ ਸੌਖਾ ਨਹੀਂ ਕਿ ਸਾਰੇ ਬੜੇ ਆਰਾਮ ਨਾਲ ਹੀ ਜਪਣਾ ਸ਼ੁਰੂ ਕਰ ਦੇਣ। ਭਾਵੇਂ ਕੋਈ ਖਰਚਾ ਨਹੀਂ ਆਉਣਾ, ਕੋਈ ਖੇਚਲ ਵੀ ਨਹੀਂ ਆਪਾਂ ਨੂੰ ਪੈਣੀ, ਕੋਈ ਫੀਸ ਨਹੀਂ ਦੇਣੀ ਪੈਣੀ, ਕੋਈ ਬਿੱਲ ਨਹੀਂ ਆਉਂਦਾ ਆਪਾਂ ਨੂੰ, ਪਰ ਫਿਰ ਵੀ ਸਾਰੇ ਨਾਮ ਜਪਦੇ ਥੋੜ੍ਹੇ ਗੁਰਮੁਖੋ। ਵਿਹਲੇ ਬੈਠੇ 4-4 ਘੰਟੇ ਤਾਸ਼ ਖੇਡੀ ਜਾਣਗੇ ਪਰ ਜਪਜੀ ਸਾਹਿਬ ਦਾ ਪਾਠ ਨਾ ਕਰਨਗੇ। ਆਪਾਂ ਦੇਖਦੇ ਹੀ ਹਾਂ, ਕੋਈ ਕਿਸੇ ਤੇ ਕਿੰਤੂ ਨਹੀਂ, ਪਰ ਕਿਉਂਕਿ ਇਹ ਕੋਈ ਸੰਸਕਾਰ ਹੀ ਇਦਾਂ ਦੇ, ਕੋਈ ਪਰਮੇਸ਼ਰ ਦਾ ਨਾਮ ਜਪਣਾ ਇੰਨਾ ਸੌਖਾ ਖੇਡ ਵੀ ਨਹੀਂ। ਕੋਈ ਭਾਵੇਂ ਕੋਈ ਵੀ ਖਰਚਾ ਨਹੀਂ ਆਉਣਾ ਪਰ ਫਿਰ ਵੀ ਨਹੀਂ ਜਪਿਆ ਜਾਂਦਾ। ਤੇ ਜੇ ਗੁਰੂ ਸਾਹਿਬ ਜੀ ਆਪ ਜਪਣ ਨਾ ਤੇ ਉਦਾਂ ਹੀ ਕਹਿਣ ਵੀ ਜਪੋ ਭਾਈ ਜਪੋ, ਫਿਰ ਕਿਹਨੇ ਜਪਣਾ? ਹੁਣ ਤਾਂ ਜਪ ਕੇ ਮਹਾਰਾਜ ਕਹਿੰਦੇ ਜਪੋ, ਤਾਂ ਨਹੀਂ ਜਪਦੇ ਸਾਰੇ ਲੋਕ, ਤੇ ਬਿਨਾਂ ਜਪੇ ਤੋਂ ਜੇ ਮਹਾਰਾਜ ਕਹਿੰਦੇ। ਇਸ ਕਰਕੇ ਆਪ ਇਹ ਬਿਰਧ ਅਵਸਥਾ ਵਿੱਚ ਵੀ ਆਪ ਉਹ ਇਹ ਘਾਲਦੇ ਪਏ ਨੇ। ਕਿਉਂ? ਕਿਉਂਕਿ ਉਹਨਾਂ ਵੱਲ ਦੇਖ ਕੇ ਬਾਕੀ ਘਾਲਣਗੇ, ਤਾਂ ਹੀ ਉਹ ਉਪਦੇਸ਼ ਦੇਣਗੇ। ਇਸ ਲਈ ਕਹਿੰਦੇ ਨੇ ਦੇਖੋ ਬਜ਼ੁਰਗੀ ਅਵਸਥਾ ਹੈ ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਪੱਸਿਆ ਕਰਦੇ ਹਨ। ਕਸੈ ਸਰੀਰ ਕਸ਼ਟ ਨਿਤ ਧਰਕੈ। ਕਹਿੰਦੇ ਦੇਖੋ ਬਿਰਧ ਅਵਸਥਾ ਵਿੱਚ ਸਰੀਰ ਹੈ ਪਰ ਹੈ ਤਾਂ ਇਹ ਕਸ਼ਟ ਵਾਲਾ ਕੰਮ ਵੇਖਣ ਨੂੰ ਲੱਗਦਾ ਵੀ ਮਹਾਰਾਜ ਘੰਟਿਆਂ ਬੱਧੀ ਆਪ ਜਾਪ ਕਰਦੇ ਨੇ, ਆਪ ਪਰਮੇਸ਼ਰ ਨੂੰ ਅਰਾਧਦੇ ਨੇ, ਪਰ ਉਵੇਂ ਇਹ ਉਹਨਾਂ ਵਾਸਤੇ ਕੋਈ ਕਸ਼ਟ ਨਹੀਂ। ਸਿਰਫ ਸਾਨੂੰ ਸਿੱਖਿਆ ਦੇਣ ਲਈ ਮਹਾਰਾਜ ਆਪ ਕਰਦੇ। ਜਿਵੇਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਬਤ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਆ ਨਾ, ਬਾਬੇ ਪਹਿਲੋਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਹੁਣ ਗੁਰਦੁਆਰਾ ਰੋੜੀ ਸਾਹਿਬ ਉੱਥੇ ਬਣਿਆ ਹੋਇਆ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ। ਮਹਾਰਾਜ ਨੂੰ ਕੀ ਲੋੜ ਸੀ ਤਪੱਸਿਆ ਕਰਨ ਦੀ ਜੀ? ਭਾਈ ਗੁਰਦਾਸ ਜੀ ਕਹਿੰਦੇ ਬਖਸ਼ਿਸ਼ ਤਾਂ ਉਹਨਾਂ ਕੋਲ ਪਹਿਲਾਂ ਹੀ ਸੀ। ਬਾਬੇ ਪਹਿਲੋਂ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ। ਕਹਿੰਦੇ ਘਾਲ ਕਮਾਈ ਮਹਾਰਾਜ ਨੇ ਕੀਤੀ ਪਿੱਛੋਂ, ਪਰ ਬਖਸ਼ਿਸ਼ ਉਹਨਾਂ ਕੋਲ ਪਹਿਲਾਂ ਹੀ ਸੀ। ਫਿਰ ਹੈਰਾਨ ਹੋਵਾਂਗੇ ਵੀ ਭਾਈ ਗੁਰਦਾਸ ਸਾਹਿਬ ਜੀ ਜੇ ਬਖਸ਼ਿਸ਼ ਉਹਨਾਂ ਕੋਲ ਪਹਿਲਾਂ ਸੀ ਫਿਰ ਘਾਲ ਕਮਾਈ ਦੀ ਕੀ ਜ਼ਰੂਰਤ ਸੀ? ਇਸ ਕਰਕੇ ਕਿਉਂਕਿ ਬਾਕੀਆਂ ਨੂੰ ਘਾਲ ਕਮਾਈ ਦਾ ਉਪਦੇਸ਼ ਦੇਣਾ ਤੇ ਮਹਾਰਾਜ ਨੇ ਕਰਨੀ ਸੀ। ਉਹਨਾਂ ਕੋਲ ਬਖਸ਼ਿਸ਼ ਹੈਗੀ ਆ, ਉਹ ਕੋਈ ਬਖਸ਼ਿਸ਼ ਲੈਣ ਵਾਸਤੇ ਘਾਲ ਕਮਾਈ ਨਹੀਂ ਕਰਦੇ ਪਏ, ਦੂਜਿਆਂ ਨੂੰ ਦੱਸਣ ਵਾਸਤੇ ਕਰਦੇ। ਕਿਉਂ? ਕਿਉਂਕਿ ਮਹਾਰਾਜ ਜੀ ਦਾ ਬਿਰਧ ਹੈ, ਉਹਨਾਂ ਦਾ ਗੁਣ ਹੈ, ਉਹਨਾਂ ਦਾ ਸੁਭਾਅ। ਉਹ ਹੀ ਬਚਨ ਦੂਸਰੇ ਨੂੰ ਕਹਿਣਗੇ ਜੋ ਪਹਿਲਾਂ ਆਪ ਕਮਾਇਆ ਹੋਇਆ, ਜੋ ਆਪ ਕੀਤਾ। ਇਸੇ ਲਈ ਚੌਥੇ ਪਾਤਸ਼ਾਹ ਜੀ ਨੇ ਆਖਿਆ ਮੈਂ ਉਹਨਾਂ ਸਿੱਖਾਂ ਤੋਂ ਬਲਹਾਰ ਜਾਂਦਾ ਜੋ ਆਪ ਜਪ ਹੈ ਅਵਰਿਆ ਨਾਮ ਜਪਾਵੇ। ਇਹ ਨਹੀਂ ਆਖਿਆ ਵੀ ਮੈਂ ਉਹਨਾਂ ਤੋਂ ਬਲਹਾਰ ਜਾਣਾ ਜਿਹੜੇ ਦੂਜਿਆਂ ਨੂੰ ਜਪਾਉਂਦੇ ਆ। ਮਹਾਰਾਜ ਕਹਿੰਦੇ ਨਹੀਂ, ਦੂਜੇ ਨੂੰ ਜਪਾਉਣ ਤੋਂ ਪਹਿਲਾਂ ਆਪ ਜੇ ਜਪਦਾ ਤੇ ਫਿਰ ਦੂਜੇ ਨੂੰ ਜਪਾਉਂਦਾ ਤਾਂ ਮੈਂ ਕੁਰਬਾਨ ਜਾਣਾ। ਸਿਰਫ ਦੂਜੇ ਨੂੰ ਨਾ ਉਪਦੇਸ਼ ਦੇਈ ਜਾਵੇ ਵੀ ਤੂੰ ਕਰ, ਆਪ ਕਰਦਾ ਹੀ ਨਾ ਹੋਵੇ। ਚੌਥੇ ਪਾਤਸ਼ਾਹ ਦੇ ਬਚਨ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਵੀ ਜਿਹੜੇ ਆਪ ਜਪਦੇ ਆ ਅੱਗਿਓਂ ਫਿਰ ਉਹ ਜਪਾਉਂਦੇ ਆ ਤੇ ਮੈਂ ਉਹਨਾਂ ਤੇ ਬਲਹਾਰ ਹਾਂ। ਤੇ ਗੁਰੂ ਸਾਹਿਬ ਜੀ ਵੀ ਪਹਿਲਾਂ ਆਪ ਜਪਣਗੇ ਫਿਰ ਦੂਸਰੇ ਨੂੰ ਜਪਣ ਦਾ ਉਪਦੇਸ਼ ਦੇਣਗੇ। ਭਾਵੇਂ ਮਹਾਰਾਜ ਜੀ ਨੂੰ ਜਪਣ ਦੀ ਜ਼ਰੂਰਤ ਨਹੀਂ, ਇਹ ਸੱਚ ਹੈ, ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ, ਉਹ ਤਾਂ ਪਰਮੇਸ਼ਰ ਸਰੂਪ ਨੇ, ਉਹਨਾਂ ਨੂੰ ਕੀ ਲੋੜ ਹੈ। ਸਾਰੀ ਉਮਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ 18 ਸਾਲ ਰਾਵੀ ਦਰਿਆ 'ਚ ਇਸ਼ਨਾਨ ਕੀਤਾ, ਇੱਕ ਵੀ ਨਾਗਾ ਨਹੀਂ ਪਾਇਆ ਗੁਰੂ ਨਾਨਕ ਦੇਵ। ਕੀ ਲੋੜ ਹੈ ਉਹਨਾਂ ਨੂੰ? ਉਹ ਤਾਂ ਕਦੀ ਨਾਮ ਹੀ ਕਰਨਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਪਰ ਉਹਨਾਂ ਨੇ ਉਪਦੇਸ਼ ਦਿੱਤਾ ਗੁਰਮੁਖ ਨਾਮ ਦਾਨ ਇਸ਼ਨਾਨ। ਉਹ ਆਪ ਕਰਨਗੇ ਤੇ ਦੂਜੇ ਨੂੰ ਕਹਿਣਗੇ ਕਰਿਆ ਕਰੋ ਭਾਈ, ਗੁਰਮੁਖ ਦੀ ਨਿਸ਼ਾਨੀ ਹੈ। ਆਪ ਨਾਮ ਜਪਣਗੇ ਤੇ ਦੂਜੇ ਨੂੰ ਕਹਿਣਗੇ ਜਪ। ਇਸ ਕਰਕੇ ਤੀਸਰੇ ਪਾਤਸ਼ਾਹ ਜੀ ਇਸ ਬਿਰਧ ਅਵਸਥਾ ਵਿੱਚ ਵੀ ਬੰਦਗੀ ਕਰਦੇ ਨੇ, ਪਰਮੇਸ਼ਰ ਨੂੰ ਚੇਤੇ ਕਰਦੇ ਹਨ। ਸੁਣ ਕੇ ਸਿੱਖ ਕੇ ਬਾਕਸ ਦੀਨ। ਕਹਿੰਦੇ ਨੇ ਇੰਨੀ ਦੀਨਤਾ ਨਾਲ ਜਦੋਂ ਬੇਨਤੀ ਕੀਤੀ ਨਾ ਇਹਨਾਂ ਅਕਬਰ ਦੇ ਭੇਜੇ ਹੋਏ ਬੰਦਿਆਂ ਨੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸੁਣਿਆ। ਅਕਬਰ ਸਰਦਾ ਜਾਣ ਨਵੀਨ। ਜਾਣ ਲਿਆ ਮਹਾਰਾਜ ਜੀ ਨੇ ਕਿ ਅਕਬਰ ਦੇ ਮਨ ਵਿੱਚ ਬੜੀ ਸ਼ਰਧਾ ਹੈ। ਭਾਵੇਂ ਨਵੀਂ ਸ਼ਰਧਾ ਪੈਦਾ ਹੋਈ ਪਰ ਹੈ ਇਸ ਵੇਲੇ ਸ਼ਰਧਾ। ਸ਼ੰਕੇ ਸਹਿਤ ਨਹੀਂ ਭੇਜਿਆ ਉਹਨੇ, ਇਹਨਾਂ ਨੂੰ ਵਾਕਈ ਪ੍ਰੇਮ ਨਾਲ ਭੇਜਿਆ ਸੀ। ਦੂਰ ਦੇਸ਼ ਤੇ ਪਹੁੰਚੇ ਆਏ, ਕਿਉਂਕਿ ਬਹੁਤ ਦੂਰੋਂ ਆਏ ਨੇ, ਬੜਾ ਪੈਂਡਾ ਕਰਕੇ ਆਏ ਨੇ, ਭਾਵਨਾ ਤੋਂ ਬਿਨਾਂ ਨਹੀਂ ਸੀ ਆ ਸਕਦੇ। ਉਹ ਆਪਣੇ ਵਰਗੇ ਨਹੀਂ ਸੀ ਵੀ ਮੱਥਾ ਵੀ ਟੇਕੀ ਜਾਣ ਤੇ ਮਹਾਰਾਜ ਤੇ ਸ਼ੰਕਾ ਵੀ ਕਰੀ ਜਾਣ ਵੀ ਇਹਦੇ ਨਾਲ ਕੀ ਹੋ ਜਾਂਦਾ ਜੀ, ਇਹਦੇ ਨਾਲ ਜਿਹੜਾ ਕੰਮ ਅੱਜ ਕੱਲ੍ਹ ਚੱਲਦਾ ਪਿਆ ਨਾ, ਇਹਨੇ ਇਤਨੇਮ ਕੀਤਿਆਂ ਕੀ ਹੋ ਜਾਏਗਾ ਜੀ, ਇਹ ਇਦਾਂ ਕੀਤਿਆਂ ਕੀ ਹੋ ਜਾਏਗਾ। ਸਾਡੇ ਵਰਗੇ ਨਹੀਂ ਸੀ, ਭਾਵਨਾ ਵਾਲੇ। ਤੇ ਮਨਸ਼ਾ ਵੀ ਉਹਨਾਂ ਦੀ ਪੂਰੀ ਹੁੰਦੀ ਜਿਨ੍ਹਾਂ ਦੇ ਮਨ 'ਚ ਭਾਵਨਾ ਹੁੰਦੀ, ਜਿਨ੍ਹਾਂ ਦੇ ਮਨ 'ਚ ਪ੍ਰੇਮ ਹੈ, ਮਨੋਕਾਮਨਾ ਉਹਨਾਂ ਦੀ ਪੂਰੀ ਹੁੰਦੀ ਹੈ। ਸ਼ੱਕ ਕਰਨ ਵਾਲੇ ਨੇ ਵਿਚਾਰੇ ਨੇ ਕੀ ਲੈ ਲੈਣਾ। ਸਲਾਮ ਜਵਾਬ ਦੋਵੇਂ ਕਰੇ ਮੁੰਡੋ ਕੋ ਥਾ ਜਾਏ, ਮਹਾਰਾਜ ਦੇ ਬਚਨ ਨੇ।
ਕਹਿੰਦੇ ਨਾਲੇ ਮੱਥਾ ਟੇਕੀਏ ਤੇ ਨਾਲੇ ਮਹਾਰਾਜ ਤੇ ਸ਼ੱਕ ਵੀ ਕਰੀਏ। ਨਹੀਂ ਨਹੀਂ ਜੀ, ਮੱਕਾ ਨਹੀਂ ਫਿਰ ਸਕਦਾ, ਨਹੀਂ ਜੀ ਇਦਾਂ ਕਿੱਦਾਂ ਹੋ ਸਕਦਾ, ਨਾ ਜੀ ਪੱਥਰ 'ਚ ਇਹ ਤੇ ਐਵੇਂ ਗੱਲਾਂ ਹੀ ਬਣੀਆਂ ਜੀ, ਪੱਥਰ 'ਚ ਪੰਜਾ ਕਿਵੇਂ? ਉਹ ਨਾਲੇ ਤੁਸੀਂ ਮਹਾਰਾਜ ਨੂੰ ਮੱਥਾ ਟੇਕਦੇ ਜੇ ਤੇ ਫਿਰ ਮੰਨਦੇ ਸਮਰੱਥ ਨਹੀਂ ਹੈਗੇ ਮਹਾਰਾਜ, ਉਹ ਕਰ ਸਕਦੇ ਸਾਰਾ ਕੁਝ। ਹੋਇਆ ਇਦਾਂ ਕੋਈ ਮਹਾਰਾਜ ਉਚੇਚੇ ਤੌਰ ਤੇ ਪੰਜਾ ਲਾਉਣ ਨਹੀਂ ਗਏ ਵੀ ਮੈਂ ਲਾਵਾਂ ਤੇ ਲੋਕ ਆਖਣਗੇ ਆ ਵੇਖੋ ਜੀ ਪੰਜਾ। ਉਹਨੇ ਬਲੀ ਕੰਧਾਰੀ ਨੇ ਆਪਣੀ ਕਲਾ ਨਾਲ ਪੱਥਰ ਥੱਲੇ ਭੇਜਿਆ, ਮਹਾਰਾਜ ਨੇ ਆਪਣੀ ਕਲਾ ਨਾਲ ਰੋਕ ਕੇ ਵਿਖਾਲ ਦਿੱਤਾ, ਉਹਨੂੰ ਥੱਲੇ ਉਤਰ ਕੇ ਆਉਣਾ ਪਿਆ, ਮਾਫੀ ਮੰਗਣੀ ਪਈ, ਚਰਚਾ ਹੋਈ ਕਈ ਘੰਟੇ ਮਹਾਰਾਜ ਨਾਲ। ਮਹਾਰਾਜ ਨੇ ਆਖੋ ਐਡਾ ਹੰਕਾਰੀ, ਕਿਸੇ ਪਿਆਸੇ ਨੂੰ ਪਾਣੀ ਨਹੀਂ ਦੇ ਕੇ ਰਾਜੀ ਤੂੰ? ਫਿਰ ਉਹਨੇ ਮਾਫੀ ਮੰਗੀ, ਬਖਸ਼ਿਆ ਫਿਰ ਉਹਨੂੰ ਮਹਾਰਾਜ ਨੇ। ਇਸ ਕਰਕੇ ਕੋਈ ਕਾਰਨ ਹੁੰਦਾ ਕੋਈ ਕਲਾ ਵਿਖਾਉਣ ਦਾ। ਕੋਈ ਗੁਰੂ ਸਾਹਿਬ ਜੀ ਨੇ ਸਿੱਧਾਂ ਵਰਗੂ ਥੋੜੋ ਸੀ ਵੀ ਪੰਜਾ ਲਾ ਦਿੰਨੇ ਤੇ ਲੋਕ ਮੱਥੇ ਟੇਕਣਗੇ। ਮਹਾਰਾਜ ਮੁੜ ਕੇ ਤਾਂ ਗਏ ਹੀ ਨਹੀਂ ਪੰਜਾ ਸਾਹਿਬ। ਪਰ ਜੇ ਅਸੀਂ ਸਿੱਖ ਹੋ ਕੇ ਵੀ ਸ਼ੱਕ ਕਰੀ ਜਾਈਏ, ਫਿਰ ਕਾਹਦੇ ਸਿੱਖਾਂ ਆਪਾਂ? ਐਵੇਂ ਨਾਂ ਦੇ ਹੀ ਸਿੱਖਾਂ। ਫਿਰ ਕਾਮਰੇਡ ਨੇ ਸਮਝੋ ਕਿਰਪਾਨ ਪਾ ਲਈ, ਕਿਸੇ ਤੇ ਤਰਕ ਨਹੀਂ, ਪਰ ਉਹ ਮੰਨਦੇ ਨਹੀਂ ਰੱਬ ਨੂੰ। ਇਵੇਂ ਹੀ ਆਪਾਂ ਸਿੱਖ ਵੀ ਆਖੀਏ ਤੇ ਗੁਰੂ ਸਾਹਿਬ ਜੀ ਨੂੰ ਸਮਰਾਥ ਹੋਣਾ ਮੰਨੀਏ, ਸਿੱਖ ਸੁੱਖ ਕੋਈ ਨਹੀਂ। ਫਿਰ ਮੂੰਹ ਦੀਆਂ ਗੱਲਾਂ ਨੇ ਸਾਰੀਆਂ। ਜੇ ਸਿੱਖ ਹਾਂ ਤਾਂ ਗੁਰੂ ਸਾਹਿਬ ਜੀ ਦੀ ਸਮਰੱਥਾ ਤੇ ਸ਼ੱਕ ਨਹੀਂ ਕਰ ਸਕਦੇ। ਜਿੱਦਾਂ ਦੇ ਮਰਜ਼ੀ ਤੇਜ਼ ਬੁੱਧੀ ਨਾਲ ਤੁਸੀਂ ਪ੍ਰਮਾਣ ਲੈ ਆਓ ਨਾ, ਨਹੀਂ ਜੀ ਅਸੀਂ ਸ਼ੱਕ ਥੋੜਾ ਕਰਦੇ ਹਾਂ, ਅਸੀਂ ਤਾਂ ਵਿਚਾਰ ਕਰਦੇ ਹਾਂ ਜੀ, ਵਿਚਾਰ ਇਦਾਂ ਕਹਿੰਦੀ ਹੈ, ਦਲੀਲ ਇਦਾਂ ਕਹਿੰਦੀ ਹੈ ਵੀ ਪੰਜਾ ਕਿੱਦਾਂ ਲੱਗ ਸਕਦਾ। ਕਾਹਦੀ ਦਲੀਲ ਹੈ ਗੁਰਮੁਖੋ? ਉਹ ਗੁਰੂ ਸਾਹਿਬ ਜੀ ਚਾਹੁਣ, ਜਿਹੜੇ ਸ੍ਰਿਸ਼ਟੀ ਸਾਰੀ ਦੇ ਮਾਲਕ ਨੇ, ਇਹ ਕਿੱਡੀ ਕੁ ਗੱਲ ਹੈ ਉਹਨਾਂ ਵਾਸਤੇ, ਪੰਜਾ ਲਾ ਦੇਣਾ ਪੱਥਰ 'ਚ। ਗੁਰੂ ਸਾਹਿਬ ਵਾਸਤੇ ਕੋਈ ਔਖਾ ਕੰਮ ਨਹੀਂ ਹੈਗਾ। ਕੋਈ ਪੰਜਾ ਲਾਉਣ ਨਹੀਂ ਸੀ ਮਹਾਰਾਜ ਗਏ ਵੀ ਮੈਂ ਪੰਜਾ ਲਾਵਾਂਗਾ ਤੇ ਮੇਰੀ ਵਡਿਆਈ ਹੋਵੇਗੀ। ਉਥੇ ਵਰਤਾਰਾ ਹੀ ਇਹ ਵਰਤ ਗਿਆ। ਉਹ ਵੀ ਕਲਾਵਾਨ ਸੀ ਬੰਦਾ, ਉਹਨੇ ਉੱਪਰੋਂ 3 ਮੀਲ ਤੋਂ ਸੁੱਟੇ। ਉਹ ਤੁਸੀਂ ਦੇਖੇ ਨੇ ਦਰਸ਼ਨ ਕੀਤੇ ਜਿਨ੍ਹਾਂ ਨੇ, ਉਹਨੇ ਉੱਪਰੋਂ ਉਹ ਧੱਕਾ ਮਾਰ ਕੇ ਥੋੜਾ ਪੱਥਰ ਸੁੱਟਿਆ ਸੀ, ਆਪਣੀ ਕਲਾ ਨਾਲ ਉਹਨੇ ਭੇਜਿਆ, ਆਪਣੀ ਕਲਾ ਨਾਲ ਗੁਰੂ ਸਾਹਿਬ ਜੀ ਨੇ ਰੋਕ ਲਿਆ। ਉਹਨੂੰ ਪਤਾ ਲੱਗ ਗਿਆ ਤਾਂ ਮੇਰੇ ਤੋਂ ਵੀ ਅੱਗੇ ਨੇ, ਫੇਰ ਉਤਰ ਕੇ ਆਇਆ ਥੱਲੇ। ਨਹੀਂ ਤੇ ਇੱਕ ਗਲਾਸ, ਇੱਕ ਕਟੋਰਾ ਪਾਣੀ ਦਾ ਨਹੀਂ ਸੀ ਦਿੱਤਾ ਭਾਈ ਮਰਦਾਨਾ ਜੀ ਨੂੰ, ਪਰ ਮੁੜ ਕੇ ਉਤਰ ਕੇ ਆਉਣਾ ਪਿਆ। ਜਦ ਪਤਾ ਲੱਗ ਗਿਆ ਤਾਂ ਕਮਾਲ ਕਰਤੀ ਮਹਾਰਾਜ ਨੇ। ਇਸ ਲਈ ਗੁਰਮੁਖੋ, ਜੇ ਸਿੱਖ ਖਵਾਉਨੇ ਆ ਤਾਂ ਮਹਾਰਾਜ ਜੀ ਤੇ ਸ਼ੱਕ ਨਹੀਂ ਕਰਨਾ ਕਦੇ। ਕਿਸੇ ਬਹਾਨੇ ਨਾਲ ਵੀ ਆਪਾਂ ਸ਼ੰਕਾ ਕਰੀਏ, ਜਿੰਨੀ ਮਰਜ਼ੀ ਚਤਰਾਈ ਵਰਤ ਕੇ ਆਪਾਂ ਸ਼ੱਕ ਕਰ ਦਈਏ ਨਾ ਜੀ, ਨਹੀਂ ਜੀ ਨਹੀਂ ਜੀ ਇਦਾਂ ਕਿੱਦਾਂ, ਇਦਾਂ ਕਿੱਦਾਂ, ਇਹ ਤੇ ਅੰਨੀ ਸ਼ਰਧਾ ਹੋ ਗਈ। ਨਹੀਂ ਨਹੀਂ, ਅੰਨੀ ਹੁੰਦੀ ਸ਼ਰਧਾ ਗੁਰੂ ਸਾਹਿਬ ਤੇ ਗੁਰਮੁਖੋ। ਅੱਖਾਂ ਵਾਲੀ ਸ਼ਰਧਾ ਤੇ ਫਿਰ ਕਹਿੰਦੀ ਆ ਵੀ ਆ ਵੀ ਨਹੀਂ ਹੋ ਸਕਦਾ, ਉਹ ਵੀ ਨਹੀਂ ਹੋ ਸਕਦਾ, ਆ ਕਿੱਦਾਂ ਹੋ ਸਕਦਾ। ਗੁਰੂ ਸਾਹਿਬ ਜੀ ਤੇ ਵਿਸ਼ਵਾਸ ਅੱਖਾਂ ਮੀਟ ਕੇ ਹੀ ਕਰਨਾ ਪੈਣਾ, ਪੂਰਾ 100%। ਫੇਰ ਗੁਰੂ ਦਰੋਂ ਦਾਤ ਮਿਲਦੀ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਜਾਣ ਲਿਆ। ਹੁਣ ਪੂਰੀ ਭਾਵਨਾ ਨਾਲ ਅਕਬਰ ਨੇ ਭੇਜਿਆ। ਕਿਉਂਕਿ ਉਹ ਕਹਿੰਦਾ ਹੁਣ ਜੇ ਮੈਂ ਚਿਤੌੜ ਜਿੱਤੇ ਤੋਂ ਬਿਨਾਂ ਵਾਪਸ ਚੱਲ ਜਾ, ਫਿਰ ਤਾਂ ਸਾਰੇ ਰਾਜੇ ਬਗਾਵਤ ਕਰਨਗੇ, ਫਿਰ ਤਾਂ ਬਹੁਤ ਹੇਠੀ, ਫਿਰ ਬੇਇੱਜ਼ਤੀ, ਫਿਰ ਕੌਣ ਮੈਨੂੰ ਸੁਲਤਾਨ ਮੰਨਣਗੇ ਹਿੰਦੁਸਤਾਨ ਦਾ? ਕਿਵੇਂ ਮੈਂ ਰਾਜ ਕਰ ਸਕਾਂਗਾ? ਜਦੋਂ ਫਸਿਆ ਹੁੰਦਾ ਬੰਦਾ ਉਦੋਂ ਰੱਬ ਨੂੰ ਜਿਆਦੀ ਸ਼ਰਧਾ ਨਾਲ ਚੇਤੇ ਕਰਦਾ। ਕਬੀਰ ਸਾਹਿਬ ਕਹਿੰਦੇ, ਕਬੀਰ ਕਾਮ ਪਰੇ ਹਰ ਸਿਮਰਿਏ ਐਸਾ ਸਿਮਰੋ ਨਿਤ। ਕਹਿੰਦੇ ਕੰਮ ਪਏ ਤੇ ਜੀ ਜਿੱਦਾਂ ਚੇਤੇ ਕਰਦੇ ਜੇ, ਅੱਗੋਂ ਪਿੱਛੋਂ ਵੀ ਇਦਾਂ ਹੀ ਚੇਤੇ ਕਰ ਲਿਆ ਕਰੋ। ਜਦੋਂ ਬਾਂਹ ਵੇਲਣੇ 'ਚ ਆ ਜਾਂਦੀ, ਫਿਰ ਰੱਬ ਨੂੰ ਜਿੰਨਾ ਚੇਤੇ ਕਰਦੇ, ਅੱਗੋਂ ਪਿੱਛੋਂ ਨਹੀਂ ਇੰਨਾ ਕਰ ਸਕਦੇ। ਕਬੀਰ ਸਾਹਿਬ ਦਾ ਇਹ ਬਚਨ ਹੈ। ਹੁਣ ਫਸਿਆ ਸੀ ਅਕਬਰ, ਪੂਰੀ ਸ਼ਰਧਾ ਨਾਲ ਉਹਨੇ ਭੇਜੇ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਾਣ ਲਿਆ, ਇਹਦੇ ਮਨ ਵਿੱਚ ਪੂਰੀ ਭਾਵਨਾ ਹੈ ਇਸ ਵੇਲੇ। ਇਨਕੀ ਆਸਾ ਪੂਰ ਕਰਾਏ। ਇਸ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਹੁਣ ਸਾਧ ਸੰਗਤ ਜੀ ਉਹਨਾਂ ਦੀ ਆਸਾ ਪੂਰੀ ਕਰਨ ਦਾ ਮਨ ਬਣਾ ਲਿਆ ਜੀ। ਇਮ ਮਨ ਠਾਨ ਮਹਾਨ ਕਿਰਪਾਲ। ਏਦਾਂ ਮਨ ਵਿੱਚ ਸਾਧ ਸੰਗਤ ਜੀ ਠਾਣ ਕੇ ਮਹਾਨ ਕਿਰਪਾਲੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੋਲਤ ਭਏ ਬਾਕਤ ਸਕਾਲ। ਆਪਣੇ ਪਵਿੱਤਰ ਮੁਖ ਤੋਂ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਏਦਾਂ ਬਚਨ ਕੀਤਾ ਜੀ। ਜਬ ਕੋ ਅਕਬਰ ਚੜਿਓ ਸੁਚੇਤ। ਮਹਾਰਾਜ ਕਹਿਣ ਲੱਗੇ, ਗੁਰਮੁਖੋ, ਜਦੋਂ ਅਕਬਰ ਨੇ ਚੜ੍ਹਾਈ ਕੀਤੀ ਦਿੱਲੀ ਤੋਂ, ਗੜ ਚਿਤੌੜ ਨਿਜ ਲੈ ਬੇਹੇਤ। ਚਿਤੌੜ ਦੇ ਕਿਲੇ ਨੂੰ ਜਿੱਤਣ ਵਾਸਤੇ ਜਦੋਂ ਉਹਨੇ ਫੌਜ ਲੈ ਕੇ ਦਿੱਲੀ ਤੋਂ ਚੜ੍ਹਾਈ ਕੀਤੀ ਸੀ, ਸਰਬ ਭਾਂਤ ਕਰ ਦਲ ਬਲ ਤਿਆਰੀ। ਸਾਰੇ ਤਰੀਕਿਆਂ ਨਾਲ ਦਲ ਬੜੇ ਬਲ ਵਾਲਾ ਤਿਆਰ ਕਰਕੇ ਗਿਆ ਸੀ। ਉਹ ਘੇਰਿਓ ਦੁਰਗ ਯਤਨ ਕਰ ਭਾਰੀ। ਬਹੁਤ ਯਤਨ ਕਰਕੇ ਉਹਨੇ ਘੇਰਾ ਪਾਇਆ ਜਦੋਂ ਚਿਤੌੜ ਦੇ ਕਿਲੇ ਨੂੰ। ਤਬ ਤੇ ਤਿਸੀ ਰੀਤ ਹਮਕੀਨ। ਮਹਾਰਾਜ ਕਹਿਣ ਲੱਗੇ, ਉਸੇ ਤਰੀਕੇ ਨਾਲ ਅਸੀਂ ਇੱਧਰ ਉਧਰ ਅਕਬਰ ਨੇ ਚੜ੍ਹਾਈ ਕੀਤੀ, ਦਿੱਲੀ ਤੋਂ ਤਿਆਰੀ ਕੀਤੀ ਚਿਤੌੜ ਤੇ ਚੜ੍ਹਾਈ ਕਰਨ ਦੀ, ਇੱਧਰ ਗੋਇੰਦਵਾਲ ਵਿੱਚ ਅਸੀਂ ਉਦਮ ਬਾਪੀ ਰਚਨ ਨਵੀਨ। ਮਹਾਰਾਜ ਕਹਿਣਗੇ, ਉਸੇ ਦਿਨ ਅਸੀਂ ਇਹ ਪਹਿਲਾ ਟੱਕ ਲਾਇਆ ਸੀ ਬੌਲੀ ਸਾਹਿਬ। ਅਸੀਂ ਬੌਲੀ ਸਾਹਿਬ ਦਾ ਕਾਰਜ ਸ਼ੁਰੂ ਕੀਤਾ, ਉਧਰੋਂ ਅਕਬਰ ਨੇ ਚਿਤੌੜ ਤੇ ਚੜ੍ਹਾਈ ਸ਼ੁਰੂ ਕੀਤੀ। ਅਨੇਕ ਯਤਨ ਹਮ ਵੀ ਕਰ ਰਹੇ। ਮਹਾਰਾਜ ਕਹਿੰਦੇ, ਅਸੀਂ ਵੀ ਬੜੇ ਯਤਨ ਕਰਕੇ ਤਿਆਰ ਕਰਵਾਈ ਬੌਲੀ। ਸਿੱਧਤਾ ਨਹਿ ਬਾਪੀ ਕੀ ਲਹੇ। ਕਹਿੰਦੇ ਨੇ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਬੌਲੀ ਸਾਹਿਬ ਛੇਤੀ ਸੰਪੂਰਨ ਹੋਵੇ। ਜਬੈ ਬਾਪ ਕਾ ਕੋਕੜ ਟੁੱਟੇ। ਮਹਾਰਾਜ ਕਹਿਣ ਲੱਗੇ, ਹੁਣ ਸਾਰੀ ਬੌਲੀ ਤਿਆਰ ਹੋ ਗਈ ਆ, ਲੇਕਿਨ ਥੱਲੇ ਜਾ ਕੇ ਇੱਕ ਕਾੜਾ ਆ ਗਿਆ ਰੋੜਾਂ ਦਾ, ਇੰਨਾ ਸਖਤ ਉਹ ਟੁੱਟਦਾ ਨਹੀਂ ਪਿਆ। ਅਸੀਂ ਚਾਹੁੰਦੇ ਹਾਂ ਵੀ ਇਹ ਕੜ ਟੁੱਟੇ ਤੇ ਪਾਣੀ ਬਾਹਰ ਆਵੇ। ਤਬ ਹੀ ਢਿੱਡ ਚਿਤੌੜ ਗੜ ਛੁੱਟੇ। ਤੇ ਮਹਾਰਾਜ ਨੇ ਬਚਨ ਕਰਤਾ, ਕਹਿਣ ਲੱਗੇ, ਤਬ ਹੀ ਢਿੱਡ ਚਿਤੌੜ ਗੜ। ਕਹਿੰਦੇ ਜਦੋਂ ਇਹ ਬੌਲੀ ਦਾ ਕੜ ਟੁੱਟੇਗਾ
ਉਧਰੋਂ ਚਿਤੌੜ ਤੇ ਅਕਬਰ ਦੀ ਫਤਿਹ ਹੋ ਜਾਏਗੀ, ਬਚਨ ਕਰਤਾ ਮਹਾਰਾਜ ਜੀ ਨੇ। ਦੋਨੋਂ ਕਾਰਜ ਇਹ ਸਮਾਨ, ਮਹਾਰਾਜ ਕਹਿਣ ਲੱਗੇ ਦੋਨੋਂ ਕਾਰਜ ਇਕੱਠੇ ਇੱਕੋ ਹੀ ਦਿਨ ਹੋਣਗੇ। ਤਹਿ ਰਜਪੂਤ ਮਹਾਬਲਵਾਨ, ਕਹਿੰਦੇ ਉਧਰ ਜਿਹੜੇ ਰਾਜਪੂਤ ਬੜੇ ਬਲਵਾਨ ਸੂਰਮੇ ਦੋਨੋਂ ਭਰਾ ਰਾਜੇ ਅੜੇ ਹੋਏ ਹਨ। ਇਹਾਂ ਕਠੋਰ ਰੋਰ ਅਰ ਰਹੇ, ਕਹਿੰਦੇ ਉਧਰ ਅਕਬਰ ਦੇ ਸਾਹਮਣੇ ਉਹ ਬਲੀ ਸੂਰਮੇ ਦੋਵੇਂ ਜਾਣੇ ਅੜੇ ਨੇ ਆਪਣੀ ਫੌਜ ਲੈ ਕੇ, ਤੇ ਇੱਧਰ ਰੋੜਾਂ ਦਾ ਕੜ ਅੜ ਗਿਆ। ਬਹੁਤ ਯਤਨ ਕੀਤਾ ਤੇ ਇਹ ਬਹੁਤ ਸਖਤ ਧਰਤੀ ਥੱਲੇੋਂ ਆ ਗਈ ਹੈ, ਰੋੜਾਂ ਵਾਲੀ ਧਰਤੀ ਹੈ, ਪੱਕੀ ਹੈ, ਤੇ ਇਹ ਛੇਤੀ ਕਾਲ ਟੁੱਟਦਾ ਨਹੀਂ ਪਿਆ। ਕਰੇ ਯਤਨ ਬੋ ਭਗਨ ਨ ਲਹੈ, ਮਹਾਰਾਜ ਕਹਿੰਦੇ ਨੇ ਕਈਆਂ ਦਿਨਾਂ ਦੇ ਯਤਨ ਕਰ ਰਹੇ ਹਨ, ਹਾਲੇ ਕੜ ਟੁੱਟਾ ਨਹੀਂ ਹੈ। ਤੈਸੇ ਤਨ ਫਟ ਭਾਰੀ, ਕਹਿੰਦੇ ਇੱਧਰ ਕੜ ਅੜ ਗਿਆ ਰੋੜਾਂ ਦਾ, ਤੇ ਉਧਰ ਰਾਜੇ ਅੜ ਗਏ ਨੇ ਅਕਬਰ ਦੇ ਸਾਹਮਣੇ। ਸਰ ਨੇ ਭਏ ਕੀਰਤਨ ਤਗਾਰੀ, ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਜੀ ਨੇ ਆਖਿਆ ਵੀ ਉਧਰ ਉਹ ਫਸਿਆ, ਇੱਧਰ ਰੋੜ ਫਸੇ ਹਨ। ਰੋੜਨ ਕਿਉ ਜਬ ਹਮ ਕੋ ਫੇਰੈ, ਮਹਾਰਾਜ ਕਹਿੰਦੇ ਜਦੋਂ ਇਹ ਰੋੜਾਂ ਦਾ ਕਾੜ ਅਸੀਂ ਤੋੜਾਂਗੇ, ਸਾਉ ਨਿਸੰਸਾ ਦਿਗ ਜੜ ਤੋਰੈ, ਉਧਰ ਸ਼ੰਕੇ ਤੋਂ ਬਿਨਾ ਤੁਸੀਂ ਵਿਸ਼ਵਾਸ ਕਰ ਲਓ ਕਿ ਉਧਰ ਫਤਿਹ ਹੋ ਜਾਏਗੀ ਅਕਬਰ ਦੀ, ਉਧਰੋਂ ਕਿਲਾ ਫਤਿਹ ਹੋ ਜਾਏਗਾ, ਇਧਰੋਂ ਇਹ ਕਾਲ ਟੁੱਟ ਜਾਏਗਾ। ਜਿਸੀ ਮਾਸ ਕੋ ਪਖ ਜੋ ਹੋਏ, ਮਹਾਰਾਜ ਕਹਿੰਦੇ ਜਿਸ ਮਹੀਨੇ ਜਿਸ ਪੱਖ ਵਿੱਚ ਹਨੇਰਾ ਪੱਖ ਹੋਵੇ ਜਾਂ ਚਾਨਣ ਪੱਖ ਹੋਵੇ ਮਹੀਨੇ ਦਾ, ਤੇਥਾ ਦਰਬਾਰ ਏਕ ਹੀ ਜੋਏ, ਇੱਕ ਹੀ ਵਾਰ ਹੋਵੇਗਾ, ਇੱਕੋ ਹੀ ਦਿਨ ਹੋਵੇਗਾ, ਇੱਕੋ ਮਹੀਨੇ ਦਾ ਇੱਕੋ ਹੀ ਪੱਖ ਚੱਲਦਾ ਹੋਵੇਗਾ। ਇਸੀ ਜਾਮ ਕੀ ਘਟਕਾ ਇੱਕ ਮਹਿ, ਇੱਕ ਹੀ ਪੈਰ ਤੇ ਉਹ ਇੱਕ ਹੀ ਘੜੀ, ਭਾਵ ਇੱਕ ਮਹੀਨੇ ਦੇ ਖਾਸ ਦਿਨ ਵਿੱਚ ਇੱਕ ਪੈਰ ਵਿੱਚ ਇੱਕ ਘੜੀ ਜਦੋਂ ਇੱਧਰ ਕਾਲ ਟੁੱਟੇਗਾ, ਟੁੱਟੈ ਦੋਨੋਂ ਸਾਹਮਣੇ ਅਟਕ ਹੈ। ਮਹਾਰਾਜ ਕਹਿੰਦੇ ਬਿਲਕੁਲ ਬਰਾਬਰ ਉਸੇ ਦਿਨ ਉਸੇ ਘੜੀ ਉਸੇ ਪਾਲ ਉਧਰ ਕਿਲਾ ਫਤਿਹ ਹੋਵੇਗਾ, ਇੱਧਰ ਬੌਲੀ ਦਾ ਕਾਲ ਟੁੱਟ ਜਾਵੇਗਾ। ਆਗੇ ਪਾਛੇ ਕਾਜ ਨਾ ਸਰੈ, ਕਹਿੰਦੇ ਅੱਗੇ ਪਿੱਛੇ ਨਹੀਂ ਹੋਵੇਗਾ ਸਮਾਂ ਮਾਸਾ ਵੀ, ਇੱਕ ਦਿਨ ਦਾ ਨਹੀਂ ਇੱਕ ਪੈਰ ਦਾ ਵੀ ਫਰਕ ਨਹੀਂ ਪਵੇਗਾ। ਜਿਸ ਹੀ ਸਮੇਂ ਸਿੱਧ ਜੋ ਕਰੈ, ਮਹਾਰਾਜ ਕਹਿੰਦੇ ਇਧਰੋਂ ਅਸੀਂ ਬੌਲੀ ਦਾ ਕਾਲ ਤੋੜਾਂਗੇ, ਉਧਰੋਂ ਕਾਰਜ ਸਿੱਧ ਹੋ ਜਾਏਗਾ ਅਕਬਰ ਦਾ। ਇਮ ਸੁਨ ਕੇ ਦੋਨੋਂ ਬੁੱਧਵਾਨ, ਕਹਿੰਦੇ ਜਦੋਂ ਉਹਨਾਂ ਦੋਨਾਂ ਗੁਰਮੁਖਾਂ ਨੇ ਇਦਾਂ ਸੁਣਿਆ ਮਹਾਰਾਜ ਜੀ ਤੋਂ ਬਚਨ, ਹਿਰਦੈ ਕੰਤੂਹਲ ਸਹਿਤ ਮਹਾਨ, ਬਹੁਤ ਪ੍ਰਸੰਨ ਹੋਇਆ ਉਹਨਾਂ ਦਾ ਹਿਰਦਾ ਵੀ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਤਾ, ਕਿਉਂਕਿ ਬੌਲੀ ਦਾ ਕਾਲ ਤੇ ਉਹਨਾਂ ਨੂੰ ਪਤਾ ਟੁੱਟਣਾ ਹੀ ਟੁੱਟਣਾ, ਮਹਾਰਾਜ ਆਪ ਕਰਵਾ ਰਹੇ ਨੇ, ਤੇ ਇਹਦਾ ਮਤਲਬ ਵੀ ਕਿਲਾ ਵੀ ਫਤਿਹ ਹੋ ਜਾਏਗਾ। ਹਤ ਪ੍ਰਸ਼ੰਸਾ ਕਰ ਧਰ ਉਰਮੈ, ਕਹਿੰਦੇ ਬਹੁਤ ਪ੍ਰਸੰਨ ਹੋਏ ਉਹਨਾਂ ਦੇ ਹਿਰਦੇ, ਸਰਦਾ ਬਦੀ ਵਿਸਾਲੀ ਗੁਰਮੈ, ਬਹੁਤ ਜ਼ਿਆਦੀ ਸ਼ਰਧਾ ਵੱਧ ਗਈ ਗੁਰੂ ਸਾਹਿਬ ਜੀ ਦੇ ਚਰਨਾਂ ਕਰ ਵਿੱਚ। ਜੋਰੇ ਪਦ ਨਮੋ ਕਰੰਤੇ, ਕਹਿੰਦੇ ਮਹਾਰਾਜ ਜੀ ਨੂੰ ਬਹੁਤ ਨਮਸਕਾਰ ਕੀਤੀ, ਪ੍ਰੇਮ ਨਾਲ ਦੁਬਾਰਾ ਮੱਥਾ ਟੇਕਿਆ ਜੀ। ਸਤ ਸਤ ਮੁਕਤੇ ਉਚਰੰਤੇ, ਆਖਿਆ ਮਹਾਰਾਜ ਸਤ ਬਚਨ ਤੁਸੀਂ ਕਿਰਪਾ ਕਰ ਦਿੱਤੀ ਹੈ। ਸੁਨ ਕਰ ਵਾਕ ਸਿਵਰ ਮਹਿ ਆਏ, ਮਹਾਰਾਜ ਜੀ ਦੇ ਬਚਨ ਸੁਣ ਕੇ ਆਪਣੇ ਤੰਬੂ ਵਿੱਚ ਆ ਗਏ ਜੀ। ਸਾਉ ਕਾਜ ਸਿਧ ਲਖ ਰਖਾਏ, ਤੇ ਬਖਸ਼ ਅਕਬਰ ਬਾਦਸ਼ਾਹ ਦਾ ਕਾਰਜ ਹੋਇਆ ਹੀ ਸਮਝ ਲਿਆ ਉਹਨਾਂ ਨੇ ਜੀ। ਆਵਨ ਸਫਲ ਹਮਾਰੋ ਹੋਵਾ, ਹੁਣ ਮਨ ਚ ਦੋਵੇਂ ਕਹਿੰਦੇ ਵੀ ਲਓ ਜੀ ਸਾਡਾ ਇੰਨੀ ਪੈਂਡਾ ਚੱਲ ਕੇ ਆਉਣਾ ਸਫਲਾ ਹੋ ਗਿਆ। ਦਰਸ਼ਨ ਦਰਸੇ ਸੰਕਟ ਖੋਵਾ, ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਸੰਕਟ ਕੱਟਿਆ ਗਿਆ ਸਮਝ ਲਓ। ਹਮ ਪਰ ਸਾਉ ਪ੍ਰਸੰਨ ਹੋਏ, ਕਹਿੰਦੇ ਬਹੁਤ ਪ੍ਰਸੰਨ ਹੋਵੇਗਾ ਬਾਦਸ਼ਾਹ ਸਾਡੇ ਤੇ ਜਦੋਂ ਅਸੀਂ ਸੁਨੇਹਾ ਭੇਜਾਂਗੇ ਕਿ ਕਾਰਜ ਹੋ ਗਿਆ ਸਮਝ ਲਾ। ਬਾਚਤ ਤਰਬ ਦੇ ਹੈ ਸੋਏ, ਬਹੁਤ ਧਨ ਸਾਨੂੰ ਦੇਵੇਗਾ, ਵਡਿਆਈ ਦਾ ਸਰੋਪਾ ਦੇਵੇਗਾ ਅਕਬਰ। ਆਤ ਦੁਖ ਸਾਗਰ ਸੰਸੈ ਮਾਹੇ, ਕਿਉਂਕਿ ਦੁੱਖਾਂ ਦੇ ਸਮੁੰਦਰ ਵਿੱਚ ਇਸ ਵੇਲੇ ਗੋਤੇ ਖਾ ਰਿਹਾ ਉਹ। ਪਾਰ ਪਰੈ ਉਰ ਮੈਂ ਹਰ ਖਾਏ, ਤੇ ਜਦੋਂ ਉਹਨੂੰ ਪਤਾ ਲੱਗਾ ਕਿ ਮੈਨੂੰ ਇਸ ਦੁੱਖਾਂ ਦੀ ਘੜੀ ਚੋਂ ਤੀਸਰੇ ਪਾਤਸ਼ਾਹ ਜੀ ਨੇ ਕੱਢ ਲੈਣਾ, ਕਹਿੰਦੇ ਬੜਾ ਖੁਸ਼ ਹੋਵੇਗਾ। ਇਹ ਜਾਣ ਕੇ ਉਹ ਦੋਨੋਂ ਬੰਦੇ ਆਪਣੇ ਤੰਬੂ ਚ ਆ ਗਏ, ਬੜੇ ਖੁਸ਼ ਹੋਏ ਜੀ। ਤੋਹਰਾ ਅਤ ਹਰਕਤ ਖਤ ਕੋ ਲਿਖਤ, ਬਹੁਤ ਖੁਸ਼ ਹੋ ਗਏ ਤੇ ਫਿਰ ਉਹਨਾਂ ਨੇ ਇੱਕ ਖਤ ਲਿਖਿਆ, ਇੱਕ ਚਿੱਠੀ ਲਿਖੀ ਅਕਬਰ ਵੱਲ ਨੂੰ। ਸਤਿਗੁਰ ਬਚ ਜਿਸ ਭਾਂਤ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸਨ ਉਹ ਸਾਰੇ ਉਹਨਾਂ ਨੇ ਖਤ ਵਿੱਚ ਲਿਖ ਦਿੱਤੇ ਹਨ। ਦਇਓ ਸਾਂਢਣੀ ਕੋ ਤੁਰਤ, ਉਹ ਜਿਹੜਾ ਨਾਲ ਊਠਣੀ ਵਾਲੇ ਬੰਦੇ ਭੇਜੇ ਸੀ ਨਾ, ਭਈ ਜੋ ਵੀ ਮਹਾਰਾਜ ਕਹਿਣਗੇ ਇਹਨਾਂ ਦੇ ਹੱਥ ਛੇਤੀ ਸੁਨੇਹਾ ਭੇਜ ਦਿਓ, ਉਹ ਚਿੱਠੀ ਲਿਖ ਕੇ ਉਸ ਬੰਦੇ ਦੇ ਹੱਥ ਦੇ ਦਿੱਤੀ ਇਹਨਾਂ ਨੇ ਗੋਇੰਦਵਾਲ ਤੋਂ। ਕਹਿਓ ਗਮੋ ਦਿਨ ਰਾਤ, ਕਹਿਣ ਲੱਗੇ ਭਾਈ ਦਿਨ ਰਾਤ ਇੱਕ ਕਰਕੇ ਤੇ ਆ ਚਿੱਠੀ ਛੇਤੀ ਅਕਬਰ ਕੋਲੇ ਪਹੁੰਚਾ। ਚਾਉ ਪਈ ਲੈਖਤ ਤਬੈ ਉਤਾਇਲ ਧਾਇਓ, ਉਹ ਜਿਹੜਾ ਦੂਤ ਸੀ ਉਹ ਲੈ ਕੇ ਚਿੱਠੀ ਇਹਨਾਂ ਦੀ ਤੇ ਗੋਇੰਦਵਾਲ ਤੋਂ ਉਸੇ ਵੇਲੇ ਚੱਲ ਪਿਆ ਜੀ। ਨਿਸ ਦਿਨ ਚਲਤ ਜਾਨ ਬਦਲਾਇਓ, ਦਿਨ ਰਾਤ ਚੱਲਦਾ ਰਿਹਾ, ਨਿਸ ਦਿਨ ਚਲਤ ਜਾਨ ਬਦਲਾ। ਜਾਨ ਸਵਾਰੀ ਨੂੰ ਕਹਿੰਦੇ ਆਪਣੀ ਸਵਾਰੀ ਬਦਲ ਲੈਂਦਾ ਸੀ, ਆਪ ਨਹੀਂ ਉਹਨੇ ਆਰਾਮ ਕੀਤਾ, ਦਿਨੇ ਰਾਤ ਚੱਲੀ ਗਿਆ ਉਹ। ਬਰ ਡਾਕ ਮੈਂ ਸੁਤਤ ਕਾਲ, ਕਹਿੰਦੇ ਬਹੁਤ ਛੇਤੀ ਡਾਕ ਪਹੁੰਚਾ ਦਿੱਤੀ ਉਹਨੇ ਜੀ। ਪਹੁੰਚੋ ਜੇ ਅਕਬਰ ਮੈਂ ਪਾਲ, ਜਿੱਥੇ ਅਕਬਰ ਬੈਠਾ ਸੀ ਚਤੌਰ ਨੂੰ ਘੇੜਾ ਪਾ ਕੇ ਉੱਥੇ ਸੁਨੇਹਾ ਲੈ ਗਿਆ ਉਹ। ਕਾਗਜ਼ ਮੈਂ ਜੋ ਲਿਖ ਕਰ ਪਠਿਓ, ਜੋ ਕਾਗਜ਼ ਦੇ ਉੱਪਰ ਲਿਖ ਕੇ ਭੇਜਿਆ ਸੀ ਉਹਨਾਂ ਗੁਰਮੁਖਾਂ ਨੇ ਗੋਇੰਦਵਾਲ ਸਾਹਿਬ ਸਾਉ ਖੋਲ ਕੇ ਤਤਚਨ ਪਠਿਓ, ਕਹਿੰਦੇ ਖੋਲ ਕੇ ਉਸੇ ਵੇਲੇ ਚਿੱਠੀ ਅਕਬਰ ਨੇ ਪੜ੍ਹੀ, ਕਿਉਂਕਿ ਉਹ ਤੇ ਅੜੀਕਦਾ ਹੀ ਪਿਆ ਸੀ ਜੀ। ਹਰਖ ਮਾਨ ਹੋਏ ਬਹੁ ਮਨ ਮਾਹੇ, ਬਹੁਤ ਜ਼ਿਆਦਾ ਆਪਣੇ ਮਨ ਚ ਪ੍ਰਸੰਨ ਹੋਇਆ, ਖੁਸ਼ ਹੋਇਆ ਚਿੱਠੀ ਪੜ੍ਹ ਕੇ। ਸੋ ਜਾਣਿਓ ਜੋ ਸ਼੍ਰੀ ਮੁਖ ਪ੍ਰਾਹੇ, ਕਹਿੰਦੇ ਜੋ ਮਹਾਰਾਜ ਜੀ ਨੇ ਬਚਨ ਆਪਣੇ ਮੁਖ ਤੋਂ ਕੀਤਾ ਸੀ ਉਹ ਉਹਨੇ ਚਿੱਠੀ ਵਿੱਚੋਂ ਜਦੋਂ ਸਾਰਾ ਪੜਿਆ ਤਾਂ ਮਨੋ ਕਿਰਪਨ ਕਹੋ ਪਾਰਸ ਪਾਵਾ, ਕਹਿੰਦੇ ਆਉਂ ਸਮਝ ਲਓ ਵੀ ਜਿਵੇਂ ਕਿਰਪਨ ਨੂੰ
ਜਨਮ ਤੋਂ ਗਰੀਬ ਬੰਦੇ ਨੂੰ ਪਾਰਸ ਲੱਭ ਗਿਆ ਹੋਵੇ, ਗੱਡ ਲੋਹ ਲੈਹੋਂ ਵਿਸ਼ਵਾਸੋ ਪਾਵਾ। ਏਦਾਂ ਖੁਸ਼ ਹੋਇਆ ਉਹ ਅਕਬਰ, ਉਹਨੂੰ ਪਤਾ ਲੱਗ ਗਿਆ, ਵਿਸ਼ਵਾਸ ਆ ਗਿਆ ਕਿ ਹੁਣ ਮੈਂ ਜਿੱਤ ਜਾਵਾਂਗਾ, ਇਹ ਇੰਨੀ ਲੰਬੀ ਹੋਈ ਲੜਾਈ ਹੁਣ ਫਤਿਹ ਹੋ ਜਾਵੇਗੀ ਮੇਰੀ। ਸਰਦਾ ਅਧਿਕ ਹਿਰਦੈ ਵਿਰਧਾਈ, ਕਹਿੰਦੇ ਬਹੁਤ ਜ਼ਿਆਦਾ ਸ਼ਰਧਾ ਉਹਦੇ ਮਨ ਚ ਆਈ ਜੀ। ਐ ਬੈਠੇ ਸ੍ਰੀ ਗਰੀਬ ਨਿਵਾਈ, ਉੱਥੋਂ ਬੈਠੇ ਬੈਠੇ ਨੇ ਗਰੀਬ ਹੁੰਦੀ ਗਰਦਨ, ਉੱਥੋਂ ਬੈਠੇ ਬੈਠੇ ਨੇ ਆਪਣਾ ਸਿਰ ਨਵਾਇਆ ਗੋਇੰਦਵਾਲ ਵਾਲੇ ਪਾਸੇ ਨੂੰ ਅਕਬਰ ਨੇ। ਉਤ ਕਿਰਦ ਹੈ ਖਤ ਲਿਖਵਾਇਓ, ਉਸੇ ਵੇਲੇ ਇੱਕ ਚਿੱਠੀ ਉਹਨੇ ਫਿਰ ਲਿਖੀ ਆਪਣੇ ਵੱਲੋਂ ਜੀ। ਤੁਮਨੇ ਲਖਿਓ ਸੋ ਹਮ ਰਖ ਪਾਇਓ, ਉਹਨਾਂ ਬੰਦਿਆਂ ਨੂੰ ਇੱਕ ਚਿੱਠੀ ਭੇਜੀ ਗੋਇੰਦਵਾਲ ਨੂੰ ਲਿਖ ਕੇ ਵੀ ਜੋ ਤੁਸੀਂ ਇਹ ਸੁਨੇਹਾ ਮਹਾਰਾਜ ਜੀ ਦਾ ਦਿੱਤਾ ਮੈਨੂੰ ਮਿਲ ਗਿਆ ਹੈ, ਮੈਨੂੰ ਬੜੀ ਖੁਸ਼ੀ ਹੋਈ ਹੈ। ਸ੍ਰੀ ਗੁਰ ਜੀ ਇਮਬਾਕ ਬਖਾਨਾ, ਜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਦਾਂ ਬਚਨ ਕਰ ਦਿੱਤਾ ਹੈ। ਤੁਮ ਦੋਨੋਂ ਰਹੇ ਹੋ ਸਥਾਨਾ, ਉਹਨੇ ਚਿੱਠੀ 'ਚ ਲਿਖਿਆ ਵੀ ਤੁਸੀਂ ਦੋਵਾਂ ਨੇ ਨਹੀਂ ਆਉਣਾ, ਸੁਨੇਹਾ ਮੈਨੂੰ ਮਿਲ ਗਿਆ, ਮੈਂ ਵਾਪਸ ਖਤ ਭੇਜ ਦਿੱਤਾ ਤੇ ਤੁਸੀਂ ਦੋਨਾਂ ਨੇ ਗੋਇੰਦਵਾਲ ਹੀ ਟਿਕੇ ਰਹਿਣਾ ਹੈ। ਬਾਪੀ ਕਰ ਟੁੱਟਣ ਕੇ ਹੇਤ, ਬਸ ਇਹ ਵੇਖਣਾ ਵੀ ਬੌਲੀ ਦਾ ਕੜ ਕਦੋਂ ਟੁੱਟਦਾ ਹੈ। ਕਰੋ ਯਤਨ ਧਨ ਬੁੱਧ ਸਮੇਤ, ਤੇ ਮੇਰੇ ਵੱਲੋਂ ਵੀ ਯਤਨ ਕਰੋ ਯਤਨ ਧਨ ਬੁੱਧ ਸਮੇਤ, ਭਈ ਜਿੰਨੀ ਮਾਇਆ ਖਰਚਣੀ ਪਵੇ ਵਧੀਆ ਵਧੀਆ ਕਾਰੀਗਰ ਤੁਸੀਂ ਲਾਹੌਰ ਤੋਂ ਸੱਦ ਲਓ, ਜਿੱਥੋਂ ਬੁਲਾਉਣੇ ਪੈਂਦੇ ਬੁਲਾਓ, ਬੌਲੀ ਦਾ ਕੜ ਛੇਤੀ ਟੁੱਟੇ, ਆਪਣੇ ਵੱਲੋਂ ਵੀ ਸੇਵਾ ਵਿੱਚ ਹਿੱਸਾ ਪਾਓ, ਤੁਸੀਂ ਦੋਨਾਂ ਨੇ ਇੱਥੇ ਹੀ ਰਹਿਣਾ ਹੈ। ਜਿਮ ਉਤਪਾਨ ਸਿੱਧ ਹੋਏ ਜਾਏ, ਜਿਵੇਂ ਵੀ ਇਹ ਕਾਰਜ ਸਿੱਧ ਹੋ ਜਾਵੇ, ਜਥਾ ਸਖਤ ਬਹੁ ਕਰੋ ਪਾਏ, ਇਹ ਆਪਣੇ ਵੱਲੋਂ ਵੀ ਜਥਾ ਸ਼ਕਤ ਉਪਾਅ ਕਰੋ, ਧਨ ਖਰਚੋ, ਆਪਣੇ ਬੰਦੇ ਵੀ ਸੇਵਾ ਵਿੱਚ ਲਾਓ ਤੁਸੀਂ। ਸ਼ਿਲਪੀ ਚਾਤਰ ਲਿਓ ਬੁਲਾਈ, ਸ਼ਿਲਪੀ ਕਹਿੰਦੇ ਨੇ ਕਾਰੀਗਰਾਂ ਨੂੰ। ਉਹਨੇ ਚਿੱਠੀ 'ਚ ਲਿਖਿਆ ਅਕਬਰ ਨੇ ਵੀ ਵਧੀਆ ਕਾਰੀਗਰ ਜੇ ਕਿਤੋਂ ਮਿਲਦੇ ਆ ਨਾ ਤੇ ਆਪਣੇ ਵੱਲੋਂ ਮੇਰੇ ਵੱਲੋਂ ਵੀ ਉਹਨਾਂ ਕਾਰੀਗਰਾਂ ਨੂੰ ਸੱਦ ਕੇ ਸੇਵਾ 'ਚ ਲਾ ਦਿਓ ਤੁਸੀਂ। ਕਰਿਓ ਸੀਗਰਤਾ ਮੁਝ ਹਰਖਾਈ, ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਕਾਰਜ ਛੇਤੀ ਹੋ ਜਾਵੇ। ਖੱਜ ਤੇ ਕਰੀ ਤਿਸਾ ਤਕਰਾਈ, ਕਹਿੰਦੇ ਖਾਤ ਦੇ ਕੇ ਤੇ ਉਸੇ ਦੂਤ ਨੂੰ ਬੜੀ ਤਕੜਾਈ ਨਾਲ ਸਾਵਧਾਨੀ ਨਾਲ ਅਕਬਰ ਨੇ ਭੇਜਿਆ। ਅਤ ਤੂਰਨ ਸੋ ਦੇਹੋ ਪੰਚਾਈ, ਉਹਨੂੰ ਆਖਿਆ ਚੱਲ ਪਈ ਜਵਾਨਾ, ਫਿਰ ਉਨੀ ਛੇਤੀ ਇਹ ਚਿੱਠੀ ਉੱਥੇ ਪਹੁੰਚਾ ਦੇ ਗੋਇੰਦਵਾਲ ਗੱਡ ਸਾਹਿਬ। ਟੂਟਾ ਹਰਖਿਆ ਸੁਲਤਾਨ, ਕਿਉਂ ਉਹਨੂੰ ਖੁਸ਼ੀ ਹੋ ਗਈ ਆ ਵੀ ਹੁਣ ਮੈਂ ਕਿਲਾ ਜਿੱਤ ਜਾਵਾਂਗਾ। ਬਖਸ਼ ਕਰੈ ਸਭਨ ਬਖਸ਼ੀਸ ਮਹਾਨ, ਕਹਿੰਦੇ ਸਾਰਿਆਂ ਉੱਤੇ ਮਹਾਨ ਬਖਸ਼ਿਸ਼ ਕੀਤੀ ਤੀਸਰੇ ਪਾਤਸ਼ਾਹ ਜੀ ਨੇ। ਏਦਾਂ ਕਹਿੰਦਾ ਹੁਣ ਆਪਣੇ ਮੰਤਰੀਆਂ ਨੂੰ ਸੰਤਰੀਆਂ ਨੂੰ, ਚਲੋ ਸਾਂਢਣੀ ਪੌਣ ਸਮਾਨ। ਕਹਿੰਦੇ ਉਹ ਕਹਿਣ ਲੱਗਾ ਵੀ ਇਸ ਸਾਂਢਣੀ ਉਠਣੀ ਨੂੰ ਕਹਿੰਦਾ ਵੀ ਪੌਣ ਦੀ ਤਰ੍ਹਾਂ ਚੱਲਣ ਦੇਣੀ, ਹੁਣ ਤੂੰ ਇਹਨੂੰ ਪੂਰਾ ਭਜਾਈ ਜਾਣਾ, ਇਹ ਥੱਕ ਜੇਗੀ ਦੂਸਰੀ ਬਦਲ ਲੈਣੀ ਹੈ। ਗੋਇੰਦਵਾਲ ਦੇਈ ਸੁਧ ਆਨ, ਕਹਿੰਦੇ ਉਹ ਆਇਆ ਜੀ ਫਿਰ ਦੂਤ ਬੜੀ ਛੇਤੀ ਪਹੁੰਚਿਆ ਤੇ ਆਣ ਕੇ ਉਹਨੇ ਅਕਬਰ ਦੀ ਚਿੱਠੀ ਫਿਰ ਗੋਇੰਦਵਾਲ ਉਹਨਾਂ ਦੋਨਾਂ ਨੂੰ ਦੇ ਦਿੱਤੀ। ਜਾਣਿਓ ਤਿਨੋ ਸੌ ਵਿਪਰਾਏ, ਕਹਿੰਦੇ ਉਹਨਾਂ ਨੇ ਜਾਣ ਲਿਆ ਚਿੱਠੀ ਪੜ੍ਹ ਕੇ ਵੀ ਜੋ ਆਸ਼ਾ ਸੀ ਨਾ ਅਕਬਰ ਦਾ, ਉਹਨਾਂ ਨੇ ਜਾਣ ਲਿਆ ਜੋ ਉਹਨੇ ਆਖਿਆ ਸੀ। ਰਹਿਣ ਲਗੇ ਕਰ ਬਹੁਤ ਉਪਾਏ, ਉਹ ਹੁਣ ਉੱਥੇ ਹੀ ਰਹਿਣ ਲੱਗ ਪਏ ਗੋਇੰਦਵਾਲ ਸਾਹਿਬ ਤੇ ਉਪਾਅ ਕਰਦੇ ਨੇ, ਸੇਵਾ 'ਚ ਵੀ ਆਪ ਲੱਗਦੇ ਨੇ, ਆਪਣੇ ਬੰਦਿਆਂ ਨੂੰ ਵੀ ਸੇਵਾ 'ਚ ਲਾਉਂਦੇ ਹਨ। ਬ੍ਰਿੰਦ ਮਿਹਨਤੀ ਸ਼ਿਲਪੀ ਲਾਏ, ਆਪਣੇ ਵੱਲੋਂ ਵੀ ਕੁਝ ਕਾਰੀਗਰ ਸੱਦ ਕੇ ਉਹਨਾਂ ਨੇ ਸੇਵਾ ਵਿੱਚ ਲਾ ਦਿੱਤੇ ਜੀ। ਦੀਨਸ ਤਿਆਰ ਮਹਿਲ ਸਮੁਦਾਏ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਬੌਲੀ ਤਿਆਰ ਕਰਦੇ ਪਏ ਸਨ। ਕਰ ਰੋਰਨ ਕੋ ਅਟਕਿਓ ਤਰੇ, ਹੁਣ ਉਹ ਰੋੜਾਂ ਦਾ ਕਾੜੀ ਸਿਰਫ ਅਟਕਿਆ ਸੀ, ਬਾਕੀ ਸਾਰੀ ਤਿਆਰੀ ਬੌਲੀ ਸਾਹਿਬ ਦੀ ਹੋ ਗਈ ਸੀ। ਭਗਨ ਖਨੈ ਵਿੱਚ ਨਰ ਬਹੁ ਪਰੇ, ਕਹਿੰਦੇ ਨੇ ਉਹਨੂੰ ਭੰਨਣ ਦਾ ਯਤਨ ਹੋ ਰਿਹਾ ਸੀ, ਹੁਣ ਉਹ ਜਿਹੜਾ ਸਖਤ ਥੱਲਿਓਂ ਕਾੜਾ ਆ ਗਿਆ ਸੀ ਜੀ। ਸ੍ਰੀ ਗੁਰੂ ਅਮਰਦਾਸ ਤਿਨ ਸਾਰੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਰਾ ਦਿਨ ਬੈਠੇ ਰਹਿੰਦੇ ਨੇ, ਸੇਵਾ ਕਰਵਾਉਂਦੇ ਨੇ ਬੌਲੀ ਦੇ ਕਿਨਾਰੇ ਤੇ। ਬੈਠ ਕਰਾਵੇ ਬਾਪੀ ਕਾਰੇ, ਬੌਲੀ ਸਾਹਿਬ ਦੀ ਕਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੀ ਨਿਗਰਾਨੀ ਵਿੱਚ ਕਰਾਉਂਦੇ ਨੇ, ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਰਹਿੰਦੇ ਹਨ। ਅਕਬਰ ਸਾਉ ਪਠੇ ਨਰ ਜੋਏ, ਕਹਿੰਦੇ ਜਿਹੜੇ ਅਕਬਰ ਨੇ ਇਹ ਬਾਦਸ਼ਾਹ ਨੇ ਭੇਜੇ ਹੋਏ ਸਨ ਬੰਦੇ, ਚਤੁਰ ਜਾਮ ਬੈਠੇ ਰਹਿ ਸੋਏ, ਇਹ ਵੀ ਚਾਰੇ ਪੈਰ ਉੱਥੇ ਸੇਵਾ ਵਿੱਚ ਹੀ ਲੱਗੇ ਰਹਿੰਦੇ ਹਨ, ਜਿੱਥੇ ਮਹਾਰਾਜ ਜੀ ਸੇਵਾ ਬੌਲੀ ਦੀ ਕਰਵਾਉਂਦੇ ਪਏ ਸਨ। ਬੁੱਧ ਬਲ ਧਨ ਬਲ ਕਰਤੇ ਰਹਿ, ਕਹਿੰਦੇ ਆਪਣਾ ਧਨ ਵੀ ਸੇਵਾ ਚਲਾਉਂਦੇ ਨੇ, ਆਪਣੀ ਬੁੱਧ ਕਰਕੇ ਅਕਲ ਕਰਕੇ ਆਪ ਵੀ ਸੇਵਾ ਕਰਦੇ, ਹੱਥੀਂ ਵੀ ਸੇਵਾ ਕਰਦੇ ਹਨ। ਸਿੱਧੂ ਤਾਇਲ ਹੋਏ ਚਿਤ ਜਹੈ, ਤੇ ਮਨ 'ਚ ਚਾਹੁੰਦੇ ਨੇ ਵੀ ਇਹ ਕਾਰਜ ਜਿੰਨੀ ਛੇਤੀ ਹੋ ਜਾਵੇ, ਕਾਰਜ ਟੁੱਟਣ ਵਾਲਾ ਉਨੀ ਛੇਤੀ ਉਧਰ ਕਿਲਾ ਫਤਿਹ ਹੋ ਜਾਏਗਾ। ਲੋਹਨ ਕੇ ਹਥਿਆਰਨ ਸਾਥ, ਕਹਿੰਦੇ ਲੋਹੇ ਦੇ ਹਥਿਆਰ ਪਕੜ ਕੇ ਕੜ ਤੋੜਨ ਵਾਸਤੇ ਸਿੱਖ ਉਤਰਦੇ ਹਨ। ਲਗਵਰ ਗਰਭ ਹੱਤੇ ਗਏ ਹਾਥ, ਕੁਝ ਹੌਲੇ ਕੁਝ ਭਾਰੇ ਇਸ ਤਰ੍ਹਾਂ ਦੇ ਅਸਤਰ ਸ਼ਸਤਰ ਲੈ ਕੇ ਕੜ ਤੋੜਨ ਦਾ ਯਤਨ ਕੀਤਾ ਜਾ ਰਿਹਾ ਬਹੁਤ ਹੈ। ਕੱਟਿਓ ਥੋਰੋ ਰਹਿ ਗਇਓ, ਕਹਿੰਦੇ ਬਹੁਤਾ ਕੜ ਤਾਂ ਕੱਟਿਆ ਗਿਆ, ਹੌਲੀ ਹੌਲੀ ਬਹੁਤ ਸਖਤ ਜ਼ਮੀਨ ਸੀ ਪਰ ਥੋੜਾ ਹੀ ਰਹਿ ਗਿਆ ਸੀ ਜੀ। ਟੁੱਟਨ ਕੋਸੋ ਤਿਆਰ ਜ ਭਇਓ, ਕਹਿੰਦੇ ਬਸ ਉਹ ਕੜ ਟੁੱਟਣ ਵਾਸਤੇ ਤਿਆਰ ਹੀ ਸੀ, ਸਮਝੋ ਹੁਣ ਗੜ ਤੁਸੀਂ। ਚਤੋਰ ਉਤਰਕ ਹਰਖਾ, ਕਹਿੰਦੇ ਉਧਰ ਬਹੁਤ ਖੁਸ਼ ਸੀ ਅਕਬਰ, ਜਿਹੜਾ ਚਤੌੜ ਨੂੰ ਘੇਰਾ ਪਾਈ ਬੈਠਾ ਸੀ। ਕਰਵਾਵਤ ਪਾ ਗੁਲਕਨ ਬਰਖਾ, ਉਧਰ ਉਹਨੇ ਗੋਲੀਆਂ ਦੀ ਵਰਖਾ ਤੇਜ਼ ਕਰਵਾ ਦਿੱਤੀ, ਉਹਨੂੰ ਪਤਾ ਲੱਗ ਗਿਆ ਕਿ ਬਸ ਹੁਣ ਤਾਂ ਜਿੱਤ ਮੇਰੀ ਹੈ। ਤੋਪੈ ਬੜੀ ਜੰਜੀਲ ਜੰਬੂਰੇ, ਬਹੁਤ ਵੱਡੀਆਂ ਛੋਟੀਆਂ ਤੋਪਾਂ ਦੀ ਮਾਰ ਕੀਤੀ ਜੀ। ਨਿਕਟ ਤੁਰਕ ਹੋਏ ਦਾਗਤ ਸੂਰੇ, ਕਹਿੰਦੇ ਨੇੜੇ ਕਿ
ਕਿਲੇ ਦੇ ਹੋ ਕੇ ਸੂਰਮੇ ਦਾਗਦੇ ਹਨ। ਹਲਾ ਹਲੀ ਕਰ ਰੋਰ ਮਚਾਏ, ਚੰਗੀ ਹਲਾਹਲ ਮੱਚੀ ਜੀ, ਇੱਕ ਵਾਰੀ ਰੌਲਾ ਮੱਚਿਆ। ਸ਼ਕਤੀ ਤੋਮਰ ਖੜਗ ਉਠਾਏ, ਬਹੁਤ ਸਾਰੀਆਂ ਬਰਸ਼ੀਆਂ, ਕਿਰਪਾਨਾਂ, ਸੇਲੇ, ਨੇਜੇ, ਭਾਲੇ ਚੱਲਦੇ ਹਨ। ਅਨਕ ਗੁਬਾਰ ਕੀ ਕਰ ਮਾਰੇ, ਬਹੁਤ ਗੋਲੇ ਚੱਲਦੇ ਨੇ ਤੋਪਾਂ ਦੇ ਜੀ। ਗਿਰਦ ਸੁਰੰਗਾ ਗੁਰਦ ਉਦਾਰੇ, ਕਹਿੰਦੇ ਕਿਲੇ ਦੇ ਦਿਵਾਲੇ ਦੁਆਲੇ ਬਹੁਤ ਗਰਦ ਗਵਾਰ ਹੋਇਆ। ਸੁਰੰਗਾਂ ਬਰੂਦ ਲਾ ਕੇ ਡਾਉਣ ਨੂੰ ਸੁਰੰਗ ਕਹਿੰਦੇ ਨੇ। ਉਵੇਂ ਸੁਰੰਗ ਹੁੰਦੀ ਜਿਹੜੀ ਅੰਦਰ ਧਰਤੀ ਦੇ ਚੱਲਣ ਵਾਸਤੇ ਹੁੰਦੀ, ਪਰ ਬਰੂਦ ਲਾ ਕੇ ਧਰਤੀ ਉਡਾਈ ਜਾਵੇ, ਨੀਹਾਂ ਪੋਲੀਆਂ ਕਰ ਲਈ, ਉਹਨੂੰ ਵੀ ਸੁਰੰਗ ਹੀ ਕਹਿੰਦੇ ਹਨ। ਉਤ ਰਜਪੂਤ ਸੈਨ ਅੰਤਰ, ਕਹਿੰਦੇ ਉਧਰ ਜਿਹੜੇ ਰਾਜਪੂਤ ਦੋਨੇ ਸੂਰਮੇ ਭਰਾ ਸਨ ਅੰਦਰ ਕਿਲੇ ਦੇ, ਨਿਕਸੇ ਚਾਹਤ ਜਗ ਨਿਰੰਤਰ, ਉਹ ਵੀ ਬਾਹਰ ਨਿਕਲ ਕੇ ਜੰਗ ਕਰਦੇ ਹਨ, ਬਿਲਕੁਲ ਨਹੀਂ ਡਰਦੇ। ਉਹ ਜੈਮਲ ਫੱਤਾ ਦੋਨੋਂ ਭਰਤਾ, ਦੋਨੋਂ ਸਕੇ ਭਰਾ ਸਨ, ਜੈਮਲ ਤੇ ਫੱਤਾ। ਲਰੇ ਵਹਿਰ ਜੋਧਾ ਬਖਿਆਤ, ਕਹਿੰਦੇ ਬਾਹਰ ਨਿਕਲ ਕੇ ਲੜਦੇ ਨੇ, ਐਡੇ ਯੋਧੇ ਹਨ। ਦਲ ਦੋਨੋਂ ਮਿਲ ਆਪਸ ਮਾਹੀ, ਆਪੋ ਵਿੱਚ ਦੀ ਦੋਨਾਂ ਪਾਸਿਆਂ ਦੇ ਦਲ, ਦੋਨਾਂ ਪਾਸਿਆਂ ਦੀਆਂ ਫੌਜਾਂ ਮਿਲ ਕੇ ਲੜਦੀਆਂ ਪਈਆਂ ਨੇ। ਕਰੈ ਪ੍ਰਹਾਰ ਅੰਗ ਕਟ ਜਾਹੀ, ਬਹੁਤ ਗੁੱਸੇ ਨਾਲ ਇੱਕ ਦੂਜੇ ਤੇ ਪ੍ਰਹਾਰ ਕਰਦੇ ਨੇ, ਅੰਗ ਲੱਥ ਕੇ ਸਰੀਰ ਦੇ ਪੈਂਦੇ ਹਨ ਥੱਲੇ। ਗਿਰਹਿ ਤਰੰਗ ਤੇ ਸੁਰਗ ਚੜੰਤੇ, ਕਈ ਘੋੜਿਆਂ ਤੋਂ ਡਿੱਗਦੇ ਨੇ ਤੇ ਉਸੇ ਵੇਲੇ ਸਮਝ ਲਓ ਵੀ ਚਲੇ ਜਾਂਦੇ ਨੇ ਸਵਰਗਾਂ ਨੂੰ, ਮਤਲਬ ਮਰ ਜਾਂਦੇ ਹਨ। ਇੱਕ ਘਾਇਲ ਘੁੰਮ ਤਰਫੰਤੇ, ਕਈ ਜ਼ਖਮੀ ਹੋ ਕੇ ਏਦਾਂ ਘੁੰਮ ਕੇ ਡਿੱਗਦੇ ਜਿੱਦਾਂ ਕੋਈ ਨਸ਼ਾ ਕੀਤਾ ਹੋਵੇ। ਅਸਧਾਰਨ ਸੰਗਰਾਮ ਮਚਾਵਾ, ਇਸ ਤਰ੍ਹਾਂ ਦਾ ਹੋਰ ਸੰਗਰਾਮ ਮਚਾ ਦਿੱਤਾ ਅਕਬਰ ਨੇ। ਉਹਨੂੰ ਪਤਾ ਲੱਗ ਗਿਆ ਕਿ ਬਸ ਹੁਣ ਆਖਰੀ ਜੰਗ ਹੀ ਆ, ਮੈਂ ਜਿੱਤਾਂਗਾ ਜ਼ਰੂਰ। ਸਭ ਦੇਹਨ ਕਰ ਸੋਥਲ ਸ਼ਾਵਾ, ਕਹਿੰਦੇ ਸਭ ਸ਼ਵ ਦੇਹਨ ਹੁੰਦੇ, ਸ਼ਵ ਕਹਿੰਦੇ ਨੇ ਲਾਸ਼ ਨੂੰ। ਕਹਿੰਦੇ ਬੜੇ ਸਰੀਰਾਂ ਦੀਆਂ ਲੋਥਾਂ ਪਈਆਂ ਸਨ। ਰੁੰਡ ਮੁੰਡ ਭੁਜਦੰਡ ਬਿਹੰਡੇ, ਬਹੁਤ ਕਿਸੇ ਦੀਆਂ ਬਾਹਾਂ ਲੱਥੀਆਂ ਪਈਆਂ, ਕਿਸੇ ਦਾ ਸਿਰ ਲੱਥਾ ਪਿਆ ਹੈ। ਖੰਡ ਖੰਡ ਬੜ ਦੰਡ ਘਮੰਡੇ, ਕਹਿੰਦੇ ਨੇ ਬੜੇ ਬੜੇ ਜਿਹੜੇ ਸੂਰਮੇ ਸਨ ਨਾ, ਬੜੇ ਬੜੇ ਘਮੰਡੀ ਸਨ, ਜਿਹੜੇ ਕਹਿੰਦੇ ਸਾਨੂੰ ਨਹੀਂ ਕੋਈ ਕੁਝ ਕਰ ਸਕਦਾ, ਉਹਨਾਂ ਦੇ ਵੀ ਸਰੀਰ ਟੁਕੜੇ ਟੁਕੜੇ ਹੋਏ ਪਏ ਸਨ। ਕਹਾਂ ਲਗੇ ਰਣ ਵਰਣਨ ਕਰੋ, ਬਹੁਤ ਕਈ ਕਹਿੰਦੇ ਕਿੱਥੋਂ ਤੱਕ ਇਸ ਜੰਗ ਦਾ ਵਰਣਨ ਕਰੀਏ। ਇੰਨਾ ਭਿਆਨਕ ਜੰਗ ਦੋਵਾਂ, ਜਿਹੜਾ ਜੰਗ ਹੁੰਦਾ ਇਹ ਹੁੰਦਾ ਹੀ ਸਾਧ ਸੰਗਤ ਜੀ ਭਿਆਨਕ ਹੈ। ਭਾਵੇਂ ਉਹ ਪਹਿਲੇ ਕਿਸੇ ਰਾਜਾ ਮਹਾਰਾਜਾ ਨੇ ਕੀਤੇ, ਭਾਵੇਂ ਗੁਰੂ ਸਾਹਿਬ ਜੀ ਨੇ ਕੀਤੇ, ਜੰਗ ਤਾਂ ਭਿਆਨਕ ਹੀ ਹੁੰਦੇ ਨੇ। ਤੇ ਜੰਗ ਦਾ ਦ੍ਰਿਸ਼ ਜਦੋਂ ਵਰਣਨ ਕਰੀਏ ਤੇ ਭਿਆਨਕਤਾ ਨਾਲ ਹੀ ਕਰੀਦਾ। ਇੱਕ ਭਿਆਨਕ ਰਸ ਹੁੰਦਾ, ਰੌਦਰ ਰਸ ਹੁੰਦਾ, ਹਾਸ ਰਸ ਹੁੰਦਾ, ਕਰੁਣਾ ਰਸ ਹੁੰਦਾ। ਇਹ ਕਈ ਰਸ ਹੁੰਦੇ ਨੇ ਕਵਿਤਾ ਲਿਖਣ ਦੇ। ਜਦੋਂ ਜੰਗ ਦੀ ਗੱਲ ਚੱਲੇਗੀ ਤੇ ਉਦੋਂ ਭਿਆਨਕ ਹੀ ਚੱਲਣੀ। ਮੈਨੂੰ ਯਾਦ ਹੈ ਕੁਝ ਕੁ ਸਾਲ ਪਹਿਲਾਂ ਇੱਥੇ ਇੱਕ ਵਾਰੀ ਇੱਥੇ ਜੰਗ ਦੀ ਕਥਾ ਚੱਲਦੀ ਪਈ ਸੀ ਇੱਥੇ ਹੀ, ਤੇ ਮੈਂ ਕੁਦਰਤੀ ਕਿਸੇ ਬਾਹਰ ਸਟੋਰ ਤੇ ਗਿਆ ਕੁਝ ਸਿੰਘਾਂ ਦੇ ਨਾਲ, ਤੇ ਉੱਥੇ ਇੱਕ ਮਾਤਾ ਜੀ ਮਿਲੇ, ਉਹਨਾਂ ਪਛਾਣ ਲਿਆ। ਕਹਿੰਦੇ ਗਿਆਨੀ ਜੀ ਇਹ ਤੁਸੀਂ ਕਰਦੇ ਹੁੰਦੇ ਕਥਾ? ਮੈਂ ਕਿਹਾ ਹਾਂਜੀ ਮਾਤਾ ਜੀ। ਕਹਿਣ ਲੱਗੇ ਤੁਸੀਂ ਤੇ ਕਿੰਨੇ ਦਿਨਾਂ ਦਾ ਆਇਆ ਸਾ ਡਰਾਉਣ ਡੇ ਜੇ, ਕਦੀ ਹੱਥ ਵੱਢਿਆ ਗਿਆ, ਕਦੀ ਸਿਰ ਵੱਢਿਆ ਗਿਆ, ਤੁਸੀਂ ਕੀ ਕੰਮ ਸ਼ੁਰੂ ਕੀਤਾ? ਮੈਂ ਕਿਹਾ ਮਾਤਾ ਜੀ ਇਹ ਜੰਗ ਦੀ ਕਥਾ ਹੈ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ। ਜੰਗ ਦੀ ਕਥਾ ਇਦਾਂ ਹੀ ਹੁੰਦੀ ਹੈ। ਕਿਉਂਕਿ ਜਿਹੜਾ ਪ੍ਰਸੰਗ ਚੱਲਦਾ ਪਿਆ ਉਹਨੂੰ ਪੂਰਾ ਬਣਾਉਣ ਵਾਸਤੇ ਜੋ ਕੁਝ ਜੰਗ 'ਚ ਹੁੰਦਾ ਉਹ ਦੱਸਣਾ ਹੀ ਪੈਣਾ। ਜਦੋਂ ਜੰਗ ਹੁੰਦੀ ਹੈ ਤੇ ਫਿਰ ਸਾਨੂੰ ਸੁਣ ਕੇ ਡਰ ਆਉਂਦਾ, ਤੇ ਕੈਸੇ ਸੂਰਮੇ ਹੋਣਗੇ ਫਿਰ ਜਿਹੜੇ ਜੰਗ ਕਰਦੇ ਸੀ ਮਹਾਰਾਜ ਦੇ ਨਾਲ। ਹਾਂਜੀ, ਗਿਣਤੀ ਵੀ ਬਰਾਬਰ ਨਹੀਂ ਸੀ। 750 ਬੰਦੇ ਨਾਲ 15,000 ਦਾ ਮੁਕਾਬਲਾ ਛੇਵੇਂ ਪਾਤਸ਼ਾਹ ਜੀ ਪਹਿਲੀ ਜੰਗ 'ਚ ਕਰਾਉਂਦੇ ਪਏ ਆ। ਤੇ ਜੇ ਸਾਡੇ ਵਰਗੇ ਡਰਾਕਲ ਹੁੰਦੇ ਜਿਹੜੇ ਗੱਲ ਹੀ ਸੁਣ ਕੇ ਡਰੀ ਜਾਈਏ ਜੰਗ ਦੀ, ਤਾਂ ਉੱਥੇ ਜਿੱਤ ਕਾਹਦੀ ਹੋ ਜਾਣੀ ਸੀ ਜੀ। ਫਿਰ ਲੜਾਈ ਦੇ ਮੈਦਾਨ 'ਚ ਤਾਂ ਇਦਾਂ ਹੀ ਹੁੰਦਾ। ਮਹਾਰਾਜ ਕਿਹੜਾ ਕਿਸੇ ਦਾ ਰਾਜ ਖੋਹਣ ਲਈ ਜੰਗ ਕਰਦੇ ਸੀ, ਜ਼ੁਲਮ ਮਟਾਉਣ ਵਾਸਤੇ ਕਰਦੇ ਆ। ਪਰ ਜਦੋਂ ਜੰਗ ਕਰਦੇ ਆ ਉਦੋਂ ਇਦਾਂ ਹੀ ਹੁੰਦਾ। ਕਿਸੇ ਦਾ ਸਿਰ ਕੱਟਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ, ਫਿਰ ਤਾਂ ਖੂਨ ਵੀ ਡੁੱਲਣਾ ਹੀ ਆ ਜੀ, ਕਿਉਂਕਿ ਜੰਗ ਹੈ। ਜੰਗ ਦਾ ਦ੍ਰਿਸ਼ ਹੈ, ਉਹ ਇਦਾਂ ਹੀ ਹੋਣਾ। ਤੇ ਇਦਾਂ ਹੀ ਭਿਆਨਕ ਜੰਗ ਹੋ ਰਿਹਾ ਸੀ ਜੀ ਉੱਥੇ। ਇਹੀ ਗ੍ਰੰਥ ਬੜ ਹੈ ਹਮ ਡਰੋ, ਕਹਿੰਦੇ ਨੇ ਵੀ ਗ੍ਰੰਥ ਬਹੁਤ ਜ਼ਿਆਦਾ ਨਾ ਵੱਧ ਜਾਵੇ, ਇਸ ਡਰ ਕਰਕੇ ਅਸੀਂ ਪੂਰਾ ਜੰਗ ਦਾ ਵਰਣਨ ਨਹੀਂ ਕੀਤਾ। ਕਹਿੰਦੇ ਥੋੜਾ ਕੀ ਹਾਲੇ ਜੰਗ ਦੱਸਿਆ ਹੈ। ਤਿਸ ਬਾਸਰ ਲੜਤੇ ਜੁਗ ਭਰਾਤ, ਕਹਿੰਦੇ ਨੇ ਦਿਨੇ ਰਾਤ ਉਧਰੋਂ ਦੋਨੋਂ ਭਰਾ ਮੁਕਾਬਲਾ ਕਰ ਰਹੇ ਹਨ। ਉਹ ਲਸ਼ਕਰ ਤੁਰਕਨ ਕਰ ਖਾਤ, ਕਹਿੰਦੇ ਤੁਰਕਾਂ ਦਾ ਬਹੁਤ ਲਸ਼ਕਰ ਮਾਰ ਦਿੱਤਾ, ਇੰਨੇ ਸੂਰਮੇ ਸਨ ਉਹ ਵੀ। ਹੱਤਾ ਗਿਰਿਓ ਜੁੱਧ ਮਹਿ ਆਸੇ, ਕਹਿੰਦੇ ਇਸ ਤਰ੍ਹਾਂ ਯੁੱਧ ਵਿੱਚ ਸਾਧ ਸੰਗਤ ਜੀ ਹੋ ਰਿਹਾ ਸੀ। ਮੂਲ ਕਟੇ ਧਰ ਤਰਵਰ ਜੈਸੇ, ਕਹਿੰਦੇ ਜਿਵੇਂ ਕਿਸੇ ਦਰਖਤ ਦਾ ਮੂਲ ਜੜਾਂ ਕੱਟ ਦੇਈਏ ਤੇ ਦਰਖਤ ਡਿੱਗਦਾ, ਏਦਾਂ ਵੱਡੇ ਵੱਡੇ ਸੂਰਮੇ ਡਿੱਗਦੇ ਨੇ ਜ਼ਖਮ ਖਾ ਕੇ। ਲਗੇ ਸ਼ਸਤਰ ਬਹੁਤ ਜਰਵਰ ਹੋਵਾ, ਕਹਿੰਦੇ ਜਦੋਂ ਸ਼ਸਤਰ ਲੱਗਦੇ ਨੇ ਨਾ ਆਣ ਕੇ ਸਰੀਰ ਦੇ ਉੱਪਰ, ਪੂਰਨ ਰੂਰ ਨੂਰ ਕੋ ਜੋਵਾ। ਕਹਿੰਦੇ ਨੇ ਬਸ ਉਹ ਉਦੋਂ ਸੂਰਮਿਆਂ ਦੀ ਮੌਤ ਉੱਤੇ ਅਪਸਰਾਵਾਂ ਗੁਪਤ ਰੂਹਾਂ ਵੀ ਖੁਸ਼ ਹੁੰਦੀਆਂ ਨੇ। ਆਮ ਲੋਕ ਡਰਦੇ ਨੇ ਮੌਤ ਤੋਂ, ਪਰ ਕਹਿੰਦੇ ਨੇ ਸੂਰਮੇ ਦੀ ਮੌਤ ਉੱਤੇ ਸਭ ਲੋਕ ਖੁਸ਼ ਹੀ ਹੁੰਦੇ ਹਨ। ਰਣ ਸਨਮੁਖ ਤਨ ਤਿਆਗੈ ਕਰਕੇ, ਕਿਉਂਕਿ ਜਿਹੜਾ ਲੜਾਈ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਆਪਣਾ ਸਰੀਰ ਤਿਆਗਦਾ ਨਾ, ਉਹਦੇ ਉੱਤੇ ਸਾਧ ਸੰਗਤ ਜੀ ਮਾਣ ਹੁੰਦਾ, ਫਖਰ ਹੁੰਦਾ। ਹੁਣੇ ਆਪਾਂ ਜ਼ਿਕਰ ਕੀਤਾ ਸੀ ਭਾਈ ਜਿੰਦੇ ਸੁਖੇ ਨੂੰ, ਉਹਨਾਂ ਨੇ ਅੱਜ ਦੇ ਦਿਨ ਉਹਨੂੰ ਵੈਦਿਆ ਮਾਰਿਆ, ਫਿਰ ਫਾਂਸੀ ਹੋਈ। ਉਹਨਾਂ ਕਿਹਾ ਸਾਨੂੰ ਕੋਈ ਪਰਵਾਹ ਨਹੀਂ। ਆਪਣੀ ਮਾਤਾ ਜੀ ਨੂੰ ਪਿਤਾ ਜਿੰਨੇ ਵੀ ਗਏ ਸੀ ਫਾਂਸੀ ਵਾਲੇ ਕਿਹਾ, ਆਖਿਆ ਜਕਾਰੇ ਛੱਡਿਓ, ਖੁਸ਼ੀ ਕਰਨੀ, ਜੇ ਅਫਸੋਸ ਨਾ ਕਰਿਓ ਸਾਡੀ ਫਾਂਸੀ ਤੇ। ਕਿਉਂਕਿ ਅਸੀਂ ਮਿੱਥ ਕੇ ਇਹ ਕੰਮ ਕੀਤਾ, ਸਾਨੂੰ ਖੁਸ਼ੀ ਹੈ, ਸਾਨੂੰ ਕੋਈ ਅਫਸੋਸ ਨਹੀਂ। ਇਹ ਕਰਨਾ ਹੀ ਸੀ ਅਸੀਂ। ਅੱਗੇ ਤੋਂ ਵੀ ਜਿਹੜਾ ਹਰਮੰਦਰ ਸਾਹਿਬ ਵੱਲ ਵੇਖੇਗਾ ਸਿੱਖ ਇਦਾਂ ਹੀ ਕਰਨਗੇ। ਇਸ ਕਰਕੇ ਸੂਰਮੇ ਦੀ ਮੌਤ ਤੇ
ਦੁੱਖ ਨਹੀਂ ਹੁੰਦਾ। ਵਾਕਈ ਉਹਨਾਂ ਜਕਾਰੇ ਛੱਡੇ ਸੀ ਜਦੋਂ ਸਵੇਰੇ 4 ਵਜੇ ਫਾਂਸੀ ਦਿੱਤੀ ਉਹਨਾਂ ਨੂੰ। ਗਇਓ ਸੁਰਗ ਔਰ ਆਨੰਦ ਭਰ ਕੇ। ਕਿਉਂ ਜਿਹੜਾ ਸਾਹਮਣੇ ਹੋ ਕੇ ਡਿੱਗਦਾ ਲੜਾਈ ਦੇ ਮੈਦਾਨ ਵਿੱਚ ਸਾਧ ਸੰਗਤ ਜੀ, ਉਹ ਸਵਰਗ ਨੂੰ ਜਾਂਦਾ ਹੈ। ਮੰਨਿਆ ਜਾਂਦਾ ਵੀ ਉਹ ਚੰਗੇ ਟਿਕਾਣੇ ਜਾਂਦਾ, ਜਮਾਂ ਦੇ ਘਰ ਨਹੀਂ ਜਾਂਦਾ। ਜੈ ਮਲ ਵਹਿਰ ਭਰਾਤ ਮਰਵਾਏ। ਕਹਿੰਦੇ ਹੁਣ ਸਾਧ ਸੰਗਤ ਜੀ ਇੱਕ ਭਰਾ ਉਹਨਾਂ ਦੋਵਾਂ ਭਰਾਵਾਂ ਵਿੱਚੋਂ ਉਹ ਮਾਰਿਆ ਗਿਆ ਇਸ ਲੜਾਈ ਵਿੱਚ। ਅੰਤਰ ਦੁਰਗ ਬਹੁਤ ਬਿਲੋਲਾਏ। ਕਹਿੰਦੇ ਦੂਸਰਾ ਜਿਹੜਾ ਸੀ ਨਾ ਜੈਮਲ ਮਾਰਿਆ ਗਿਆ ਤੇ ਦੂਸਰੇ ਨੇ ਬਹੁਤ ਵਰਲਾਪ ਕੀਤਾ, ਕਿਉਂਕਿ ਬਹੁਤ ਸੂਰਮਾ ਸੀ, ਸਕਾ ਭਰਾ, ਉਹਦੇ ਕਰਕੇ ਬੜੇ ਅੜੇ ਸੀ। ਅਕਬਰ ਦੇ ਸਾਹਮਣੇ ਅੜਨਾ ਕੋਈ ਖੇਡ ਨਹੀਂ ਸੀ, ਪਰ ਫਿਰ ਵੀ ਇੱਕ ਮਾਰਿਆ ਗਿਆ ਤੇ ਦੂਜੇ ਨੇ ਬੜਾ ਵਰਲਾਪ ਕੀਤਾ ਜੀ। ਰਹਿਓ ਇਕਾਕੀ ਭਰਾਤ ਬਹੀਨ। ਕਿਉਂਕਿ ਅਸਲ ਵਿੱਚ ਭਰਾ ਤੋਂ ਬਿਨਾਂ ਉਹ ਇਕੱਲਾ ਰਹਿ ਗਿਆ ਸੀ। ਉਹਦੀ ਮੌਤ ਦਾ ਦੁੱਖ ਨਹੀਂ ਸੀ, ਇਸ ਗੱਲ ਦਾ ਦੁੱਖ ਸੀ ਵੀ ਹੁਣ ਭਰਾ ਤੋਂ ਬਿਨਾਂ ਮੈਂ ਇਹ ਏਡੇ ਵੱਡੇ ਬਾਦਸ਼ਾਹ ਨਾਲ ਕਿਵੇਂ ਮੱਥਾ ਲਾਵਾਂਗਾ। ਕਟੇ ਪੰਖ ਜੁਗ ਜਿਮ ਖਗਦੀਨ। ਕਹਿੰਦੇ ਕਟੇ ਪੰਖ ਜਾਣ, ਜਿਵੇਂ ਪੰਛੀ ਦੇ ਦੋਵੇਂ ਕੋਈ ਖੰਭ ਕੱਟ ਦੇਵੇ ਤੇ ਉਹ ਪੰਛੀ ਬੇਬਸ ਹੋ ਜਾਂਦਾ ਹੈ। ਉਜਾ ਗਈ ਕਟ ਨਿਰਬਲ ਰਹਿਓ। ਉਹ ਕਹਿਣ ਲੱਗਾ ਇਹ ਤੇ ਮੇਰੀ ਤੇ ਬਾਹ ਕੱਟੀ ਗਈ ਹੈ। ਸਕਾ ਭਰਾ ਕੀ ਮਾਰਿਆ ਗਿਆ, ਕਿਸੇ ਨੇ ਜਿਵੇਂ ਬਾਹਾਂ ਵੱਢ ਦਿੱਤੀਆਂ ਹੋਣ। ਭਰਾਤ ਬਿਨਾ ਕੋ ਨਾਥ ਨ ਲਹਿਓ। ਕਹਿਣ ਲੱਗਾ ਵੀ ਹੁਣ ਭਰਾ ਤੋਂ ਬਿਨਾ ਮੈਂ ਕਿਵੇਂ ਲੜਾਂਗਾ। ਜੀਵਤ ਰਹਿ ਕਿਆ ਮੁਖ ਦਿਖਾਵਾਂ। ਹੁਣ ਮੈਂ ਜਿਉਂਦਾ ਰਹਿ ਕੇ ਕੀ ਮੁਖ ਦਿਖਾਵਾਂਗਾ। ਅੰਤਪੁਰ ਕਿਆ ਜਾਏ ਬਤਾਵਾਂ। ਕਹਿੰਦੇ ਮੈਂ ਕੀ ਜਾ ਕੇ ਆਪਣੇ ਦੂਸਰੇ ਸੂਰਮਿਆਂ ਨੂੰ ਦੱਸਾਂਗਾ ਵੀ ਮੈਂ ਕੋਲ ਹੀ ਸਾਂ ਤੇ ਮੇਰਾ ਭਰਾ ਮਾਰਿਆ ਗਿਆ। ਮਾਸੂ ਪਟਨਾ ਅਪਰਸਮਾਨਾ। ਕਹਿੰਦੇ ਏਡਾ ਵੱਡਾ ਸੂਰਮਾ ਸੀ ਮੇਰਾ ਭਰਾ, ਹੋਰ ਨਹੀਂ ਉਹਦੇ ਵਰਗਾ ਕੋਈ ਹੈਗਾ। ਲੜਤ ਬਹੁਤ ਸੋ ਡਰ ਮੈਂ ਮਾਨਾ। ਬਿਲਕੁਲ ਡਰ ਨਹੀਂ ਸੀ ਮੰਨਦਾ, ਇੰਨੀ ਸੂਰਮਗਤੀ ਨਾਲ ਲੜਦਾ ਸੀ। ਇੱਥੇ ਸਾਧ ਸੰਗਤ ਜੀ ਸਮਾਂ ਸੰਪੂਰਨ ਹੋ ਚੱਲਿਆ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਕੱਲ ਸ਼ਾਮ ਨੂੰ ਆਪਾਂ ਸਰਵਣ ਕਰਾਂਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਹੈ, ਉਹਨਾਂ ਦੀ ਵਡਿਆਈ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਾਂ ਸਾਰਿਆਂ ਦੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ। ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਕਹਿੰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਾਰੀਆਂ ਸੰਗਤਾਂ ਨੇ ਖਿਮਾ ਬਖਸ਼ ਦੇਣੀ ਜੀ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪ੍ਰੇਮ ਆਪਣੇ ਸਾਰਿਆਂ ਦੇ ਮਨ ਵਿੱਚ ਵਧੇ ਜੀ, ਇਹ ਅਰਦਾਸ ਬੇਨਤੀ ਹੈ। ਲੇਖਕ ਤਿਹ ਨੇ ਛੂਟੀ ਆਖਿਆ ਖਨ ਭੂਲਣਹਾਰ ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ। 2 ਪੰਕਤੀਆਂ ਦਾ ਪਾਠ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ। ਮਹਾ ਸੁਪਟ ਨੈ ਅਪਰਸਮਾਨਾ। ਲੜਤ ਬਹੁਤ ਸੋ ਡਰ ਨਹਿ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।